ਪੰਜਾਬੀ ਰੇਡੀਓ ਯੂਐਸ से सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲਬਾਤ ਕਰਾਂਗੇ। ਜੇ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਹੁੰਦੀ ਆ ਤੇ ਤੁਸੀਂ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ। ਜੇ ਕੋਈ ਚੀਜ਼ ਵਰਤੀ ਆ ਤੁਹਾਨੂੰ ਉਸ ਤੋਂ ਆਰਾਮ ਆਇਆ ਆ ਤੇ ਪਲੀਜ਼ ਉਸ ਦੀ ਫੀਡਬੈਕ ਵੀ ਤੁਸੀਂ ਜ਼ਰੂਰ ਦਿਆ ਕਰੋ। ਸਟੂਡੀਓ ਦਾ फ़ोन नंबर 408 272 5200 4082725200 ਸਟੂਡੀਓ ਦਾ फ़ोन ਨੰਬਰ ਆ। ਇਸ ਦੇ ਉੱਤੇ ਕਾਲ ਕਰ ਸਕਦੇ ਆ। ਇਹ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ ਆ 4 ਵਜੇ ਤੋਂ ਲੈ ਕੇ 5:30 ਵਜੇ ਤੱਕ। ਇਹੀ ਪ੍ਰੋਗਰਾਮ ਰਿਪੀਟ ਹੁੰਦਾ ਐਤਵਾਰ ਨੂੰ। ਉੱਧਰ ਨੂੰ ਕੋਈ ਰਾਤ ਨੂੰ ਕਾਲ ਨਹੀਂ ਲਈ ਜਾਂਦੀ ਕਿਉਂਕਿ ਉਹ ਰਿਪੀਟ ਹੁੰਦਾ, ਰਿਕਾਰਡਡ ਹੁੰਦਾ ਆ। ਇਸ ਕਰਕੇ ਜੇ ਤੁਹਾਨੂੰ ਕਿਸੇ ਇਲਾਜ ਦਾ ਵੀ ਪਤਾ ਹੁੰਦਾ ਆ, ਜੇ ਤੁਸੀਂ ਉਸ ਵੇਲੇ ਸੁਣ ਰਹੇ ਆ, ਤਾਂ ਉਸ ਦਾ ਇਲਾਜ ਤੁਸੀਂ ਸਿਰਫ ਮੰਗਲਵਾਰ ਹੀ ਦੱਸ ਸਕਦੇ ਆ 4 ਤੋਂ 5:30 ਵਜੇ। ਅਤੇ ਅੱਗੋਂ ਪਿੱਛੋਂ ਵੀ ਵੈਸੇ ਇਲਾਜ ਕੋਈ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ। ਇਹ ਤਾਂ ਸਿਰਫ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਕਿ ਵੱਖ-ਵੱਖ ਲੋਕਾਂ ਦੇ ਕੋਲ ਹੋਮ ਰੈਮਡੀਜ਼ ਹੈਗੇ ਆ, ਜਾਂ ਤੁਸੀਂ ਆਪਣੀ ਬਿਮਾਰੀ ਬਾਰੇ ਪੁੱਛ ਸਕਦੇ ਆ। ਅਤੇ ਜੇ ਕਿਸੇ ਕੋਲ ਇਲਾਜ ਹੁੰਦਾ ਹੈ ਤਾਂ ਉਹ ਤੁਹਾਨੂੰ ਇੱਥੇ ਹੀ ਦੱਸ ਦਿੰਦਾ, ਤੁਸੀਂ ਸੁਣਦੇ ਹੋ। ਅਤੇ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਕੋਈ ਪੈਸੇ ਲੈ ਲਏ ਜਾਂ ਕੋਈ ਤੁਹਾਨੂੰ ਦਵਾਈ ਭੇਜਦਾ। ਅਤੇ ਅਸੀਂ ਵੀ ਇਹ ਰეკਮੈਂਡ ਕਰਦੇ ਹਾਂ ਵੀ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਆਪ ਲਿਆਇਆ ਕਰੋ, ਆਪ ਕੁੱਟਿਆ ਕਰੋ ਅਤੇ ਫਿਰ ਜਿਸ ਤਰ੍ਹਾਂ ਦੱਸੀਆਂ ਉਹ ਲੈ ਲਓ। ਜੇ ਨਹੀਂ ਪਤਾ ਚੇਤਾ ਰਿਹਾ ਕਿਵੇਂ ਲੈਣੀਆਂ ਤਾਂ ਥੋੜ੍ਹੀ ਤੋਂ ਸ਼ੁਰੂ ਕਰੋ। ਬਾਕੀ ਪੰਜਾਬੀ ਰੇਡੀਓ USA ਦੇ ਬੜੇ ਵੱਖ-ਵੱਖ ਸਾਧਨ ਆ ਜਿਨ੍ਹਾਂ ਰਾਹੀਂ ਤੁਸੀਂ ਸੁਣਦੇ ਆ। ਇਸ ਦੀਆਂ YouTube ਵੀ ਬਣਦੀਆਂ, ਤੁਸੀਂ ਉਹਨਾਂ ਨੂੰ ਵੀ ਸਬਸਕ੍ਰਾਈਬ ਕਰ ਲਓ। ਉਹ ਵੀ ਤੁਹਾਨੂੰ ਜਦ ਵੀ ਅਪਲੋਡ ਹੋਊਗੀ ਤੁਹਾਨੂੰ ਆ ਜਾਊਗੀ। ਉਹਦੇ ਨਾਲ ਨਾਲ ਫ਼ੋਨ ਦੇ ਉੱਤੇ ਵੀ ਅਪਲੋਡ ਕਰ ਦਿੱਤਾ ਜਾਂਦਾ। ਤੁਸੀਂ ਉੱਥੇ ਵੀ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਆ ਬਾਅਦ ਵਿੱਚ ਵੀ। ਅਤੇ ਲਾਈਵ ਤੁਸੀਂ ਕਾਰਾਂ ਵਿੱਚ ਬੈਠੇ ਹੋ, ਰੇਡੀਓ 'ਤੇ ਸੁਣ ਰਹੇ ਹੋ, ਘਰਾਂ ਦੇ ਵਿੱਚ ਸੁਣ ਰਹੇ ਹੋ, ਅਲੈਕਸਾ 'ਤੇ ਸੁਣ ਰਹੇ ਹੋ, ਜਾਂ ਤੁਸੀਂ ਵਾਈਫਾਈ ਰੇਡੀਓ ਸੈੱਟ ਆ ਜਾਂ ਐਪ ਡਾਊਨਲੋਡ ਕੀਤੀ। ਆਪ ਸਭ ਦਾ ਸਵਾਗਤ ਹੈ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਅਤੇ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਬਲਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। 9 ਸਾਲ ਤੋਂ ਪ੍ਰੋਗਰਾਮ ਸੁਣਦਾ ਪਿਆ ਵਾਂ। ਧੰਨਵਾਦ। ਇੱਕ ਤੇ ਬੇਨਤੀ ਹੈ ਵੀ ਮੇਰੇ ਜਿਹੜੇ ਹੱਥਾਂ ਦੇ ਅੰਗੂਠਿਆਂ ਦੇ ਨਹੁੰ ਨੇ ਤੇ ਪੈਰਾਂ ਦੇ ਅੰਗੂਠਿਆਂ ਦੇ ਨਹੁੰ ਜਿਹੜੇ ਨੇ, ਇਹਨਾਂ 'ਚ ਮਤਲਬ ਕਿ ਲਾਈਨਾਂ ਜਿਹੀਆਂ ਪੈਣ ਲੱਗ ਗਈਆਂ ਹੈ ਨਾ। ਬਾਕੀ ਚਾਰੋਂ ਉਂਗਲਾਂ ਠੀਕ ਨੇ, ਅੰਗੂਠਿਆਂ ਜਿਵੇਂ ਉੱਚੇ ਨੀਵੇਂ ਦੀਆਂ ਲਾਈਨਾਂ ਪੈਣੀਆਂ ਸ਼ੁਰੂ ਹੋ ਗਈਆਂ। ਤੇ ਜੇ ਕਿਸੇ ਨੂੰ ਕੁਛ ਪਤਾ ਹੋ ਤੇ ਜ਼ਰੂਰ ਦੱਸਣਾ। ਤੇ ਦੂਸਰਾ ਅੱਖਾਂ ਵਾਸਤੇ ਵੀ ਜੇ ਕਿਸੇ ਨੂੰ ਪਤਾ ਹੋ ਵੀ ਨਜ਼ਰ, ਮੇਰਾ ਆਪਰੇਸ਼ਨ ਹੋਇਆ ਸੀਗਾ ਓਪਨ ਹਾਰਟ ਸਰਜਰੀ, ਤੋਂ ਉਸ ਤੋਂ ਬਾਅਦ ਨਜ਼ਰ ਕਮਜ਼ੋਰ ਹੋ ਗਈ ਹੈ ਨਾ। ਤੇ ਕਿਸੇ ਨੂੰ ਕੁਛ ਪਤਾ ਹੋਵੇ। ਤੇ ਤੀਸਰਾ ਬੇਨਤੀ ਹੈ ਵੀ ਪੈਰ ਮੇਰੇ ਮਤਲਬ ਪੱਬ ਜਿਹੜੇ ਨੇ, ਪੱਬ ਕਹਿੰਦੇ ਉਂਗਲਾਂ ਤੋਂ ਪਿੱਛੇ ਨੂੰ ਹੈ ਨਾ, ਅਤੇ ਉਹ ਦੁਖਦੇ ਨੇ। ਮਤਲਬ ਕਿ 6 ਵੀਕ ਹੋ ਗਏ ਨੇ ਪੂਰੇ। ਤੇ ਉਹਦਾ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਦੱਸਿਆ ਜੇ। ਤੇ ਚੌਥੀ ਬੇਨਤੀ ਇਹ ਵੀ ਇੱਕ ਭੈਣ ਜੀ ਦੱਸਦੇ ਹੁੰਦੇ ਨੇ ਕਾਫੀ ਇਲਾਜ, ਤੇ ਉਹ ਬਹੁਤ ਜਲਦੀ ਜਾਂਦੇ ਨੇ, ਮੇਰੇ ਕੋਲ ਲਿਖਿਆ ਨਹੀਂ ਜਾਂਦਾ। ਜੇ ਠੀਕ ਹੈ, ਮੈਂ ਦੱਸ ਦਿੰਦੀ ਉਹਦਾ ਦੱਸ ਦਿੰਦੀ ਕਿਵੇਂ ਲਿਖਣੇ ਆ। ਹਾਂਜੀ, ਮੈਂ ਦੱਸ ਦਿੰਦੀ ਕਿਵੇਂ ਲਿਖਣੇ ਆ। ਹਾਂਜੀ, ਜਾਂ ਉਹਨਾਂ ਦਾ ਫੋਨ ਨੰਬਰ? ਨਹੀਂ, ਫੋਨ ਨੰਬਰ ਉਹ ਨਹੀਂ ਦੇ ਸਕਦੇ। ਉਹ ਅੱਛਾ, ਠੀਕ ਹੈ ਜੀ, ਠੀਕ ਹੈ, ਓਕੇ। ਥੈਂਕ ਯੂ ਜੀ, ਥੈਂਕ ਯੂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਫੋਨ ਦੇ ਉੱਤੇ ਜਿਹੜਾ ਅਪਲੋਡ ਕੀਤਾ ਹੁੰਦਾ ਆ ਨਾ, ਉਸ ਦੇ ਉੱਤੇ ਸੁਣ ਸਕਦੇ ਆ। YouTube ਦੇ ਉੱਤੇ ਸੁਣ ਸਕਦੇ ਆ, ਹੌਲੀ ਕਰ ਸਕਦੇ ਆ ਉਹਨਾਂ ਨੂੰ। ਜੇ ਤੁਹਾਡੇ ਕੋਲ ਕੋਈ ਸਮਾਰਟਫੋਨ ਹੈਗਾ ਆ, ਉਸ 'ਤੇ ਸੁਣਨਾ ਹੈ, ਉਸ 'ਤੇ ਵੀ ਤੁਸੀਂ ਉਹਨਾਂ ਨੂੰ ਹੌਲੀ ਕਰਕੇ, ਉਹਨਾਂ ਨੂੰ ਸਲੋ ਕਰਕੇ, ਉਹਨਾਂ ਨੂੰ ਜਿੱਥੇ ਕੁ ਭੁੱਲ ਗਏ ਆ ਬੰਦ ਕਰਕੇ, ਅੱਗੇ ਪਿੱਛੇ ਕਰਕੇ ਸੁਣ ਸਕਦੇ ਹੈਗੇ ਆ। ਮੇਰੇ ਖਿਆਲ ਦੇ ਵਿੱਚ ਜਿਹੜੇ ਸਮਾਰਟਫੋਨ ਆ ਉਹ ਹੁਣ ਸਾਰਿਆਂ ਦੇ ਕੋਲ ਹੀ ਹੈਗੇ ਹੀ ਹੈ। ਹਰਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਪੁੱਛਣਾ ਸੀਗਾ ਜੀ ਵਾਈਟ ਸੈੱਲ ਜ਼ਿਆਦਾ ਤੇ ਰੈੱਡ ਸੈੱਲ ਘੱਟ ਆ, ਇਹਨਾਂ ਬਾਰੇ ਪੁੱਛਣਾ ਸੀਗਾ। ਕਿਸੇ ਭੈਣ ਭਾਈ ਨੂੰ ਪਤਾ ਨਹੀਂ ਤਾਂ ਜ਼ਰੂਰ ਦੱਸੋ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਵਾਈਟ ਸੈੱਲ ਜ਼ਿਆਦਾ ਆ ਅਤੇ ਰੈੱਡ ਸੈੱਲ ਘੱਟ ਆ। ਪਲੀਜ਼ ਜੇ ਕਿਸੇ ਨੂੰ ਵੀ ਪਤਾ ਹੈ ਤਾਂ ਤੁਸੀਂ ਜ਼ਰੂਰ ਸ਼ੇਅਰ ਕਰ ਲਓ, ਦੱਸ ਦਿਓ। ਜੋ ਵੀ ਤੁਹਾਡੇ ਕੋਲ ਹੁੰਦਾ ਹੈ ਜ਼ਰੂਰ ਸ਼ੇਅਰ ਕਰਿਆ ਕਰੋ। ਹਰਜਿੰਦਰ ਕੌਰ ਜੀ। ਯੈਸ ਭੈਣ ਜੀ, ਉਹ ਮੈਂ ਦੱਸਣਾ ਸੀ ਜਿਹੜੇ ਭਾਜੀ ਕੇ ਸੀ ਨਾ, ਉਹਨਾਂ ਦੀ ਵਾਈਫ ਦੇ ਗਟੋਲੀਆਂ ਨੇ, ਉਹਨਾਂ ਨੂੰ ਕਹੋ ਪਹਿਲਾਂ ਤਾਂ ਆਪਣੀ ਸ਼ੂਗਰ ਚੈੱਕ ਕਰਨ। ਮੇਰੇ ਵੀ ਨਾ ਕਈ ਵਾਰੀ ਸ਼ੂਗਰ ਬੰਦੇ ਦੀ ਜ਼ਿਆਦਾ ਹੁੰਦੀ, ਉਹਦੇ ਨਾਲ ਵੀ ਮਾੜੀ ਮੋਟੇ ਗਟੋੜੀਆਂ ਹੋ ਜਾਂਦੀ। ਮੇਰੀ ਛਾਤੀ ਦੇ ਥੱਲੇ ਨਾ ਕਿੱਡੀ ਵੱਡੀ ਪੀਚ ਜਿੱਡੀ ਗਟੋੜੀ ਹੋ ਗਈ, ਪਰ ਉਹ ਦੁਖਦੀ। ਮੈਂ ਪਤਾ ਕੀ ਕੀਤਾ, ਉਹਦੇ ਤੇ ਕਦੇ ਸਰੋਂ ਦਾ ਤੇਲ ਲਾ ਲੈਣਾ, ਕਦੇ ਉਹਦੇ ਤੇ ਵੈਸਲੀਨ ਲਾ ਲੈਣੀ, ਤੇ ਮੇਰੇ ਆਪੇ ਠੀਕ ਹੈ ਜੀ ਪਤਾ ਹੀ ਨਹੀਂ ਲੱਗਿਆ ਕਿੱਥੇ ਚਲੀ। ਕੋਈ ਟਰਾਈ ਕਰਨ ਦਾ ਡਰ ਨਹੀਂ। ਹਾਂਜੀ। ਤੇ ਜੇ ਕਿਸੇ ਨੂੰ ਬਾਵਾ ਸੀਰਾ ਨਾ ਭੈਣ ਜੀ, ਮੈਂ ਆਪੇ ਟਰਾਈ ਕੀਤਾ ਹੋਇਆ। ਮੈਂ ਨਾ ਪਤਾ, ਮੈਂ ਇੱਥੇ ਪਤਾ ਨਹੀਂ ਪੰਜਾਬੀ ਰੇਡੀਓ ਤੇ ਸੁਣਿਆ ਸੀ, ਪਤਾ ਨਹੀਂ ਅਖਬਾਰ 'ਚ ਪੜ੍ਹਿਆ ਸੀ। ਉਹ ਕਹਿੰਦੇ ਆਪਣਾ ਪਿਸ਼ਾਬ ਹੀ ਉਸ ਥਾਂ ਤੇ ਲਾ ਲਓ,
5 ਮਿੰਟ ਉੱਥੇ ਲਾ ਕੇ ਨਾ ਬੈਠੇ ਰਹੋ ਟਾਇਲਟ ਤੇ। ਮੇਰੇ ਖੂਨ ਨਿਕਲਦਾ ਸੀ, ਇੰਨਾ ਦੁਖਦਾ ਸੀ, ਮੇਰੇ ਤੋਂ ਬੈਠ ਵੀ ਨਹੀਂ ਹੁੰਦਾ ਸੀ, ਸਭ ਆਰਾਮ ਆ ਗਿਆ, ਕੋਈ ਦਵਾਈ ਨਹੀਂ। ਠੀਕ ਹੈ ਜੀ। ਜੇ ਜੋ ਰਾਣੀ ਭੈਣ ਜੀ ਕਹਿੰਦੇ ਮੇਰੇ ਬਾਂਹ 'ਚ ਦਰਦ ਹੁੰਦਾ, ਮੇਰੇ ਪਿਛਲੀ ਵੀਕ ਹੀ ਹੋ ਕੇ ਹਟਿਆ, ਇਹ ਆਪਾਂ ਨੂੰ ਅਰਥਰਾਈਟਿਸ ਆ, ਮੇਰੇ ਵੀ ਏਦਾਂ ਹੀ ਹੁੰਦਾ ਸੀ। ਮੈਂ ਪਤਾ ਕੀ ਕੀਤਾ, ਥੋੜੀ ਜਿਹੀ ਐਕਸਰਸਾਈਜ਼ ਕੀਤੀ ਸੀ ਨਾ, ਉਹਨਾਂ ਨੂੰ ਕਹੋ ਡਾਲਰ ਸਟੋਰ 'ਚ ਨਾ ਇੱਕ ਨਾ ਹੌਟ ਐਂਡ ਕੋਲਡ ਪੈਡ ਜੇ ਹੁੰਦੇ ਆ ਪੈਚ, ਉਹਨਾਂ ਮੈਂ ਪਤਾ ਕੀ ਕੀਤਾ, ਮੇਰਾ ਘਰ ਵਾਲਾ ਆਪਣੀ ਢੂਈ ਤੇ ਲਾਉਂਦਾ ਹੁੰਦਾ, ਮੈਂ ਚੁੱਪ ਕਰਕੇ ਨਾ ਆਪਣੀ ਬਾਂਹ ਤੇ ਲਾ ਲਿਆ 2 ਵਾਰੀ, ਉਹ ਦਰਦ ਮੇਰਾ ਸਾਰਾ ਹੀ ਚਲਾ ਗਿਆ। ਠੀਕ ਹੈ। ਜਦੋਂ ਪੈਡ ਲੈ ਲੈਣਗੇ ਨਾ ਉਹਦੇ ਨਾਲ ਆਰਾਮ ਨਾਲ ਉਹ ਦਰਦ ਨਹੀਂ ਹੋਊਗਾ ਉਹਦੀ ਬਾਂਹ 'ਚ। ਤੇ ਐਕਸਰਸਾਈਜ਼ ਕਰੀ ਲੈਣ 100 ਵਾਰੀ, ਏਦਾਂ ਬਾਂਹ ਘੁਮਾ ਲੈਣ ਜਿਵੇਂ ਆਪਾਂ ਪੀਟੀ ਕਰਦੇ ਹੁੰਦੇ ਸੀ ਇੰਡੀਆ, ਤੇ ਉਹਦੇ ਨਾਲ ਆਰਾਮ ਆਜੂ ਭੈਣ ਜੀ ਨੂੰ, ਪੱਕਾ ਮੇਰਾ ਗਰੰਟੀ ਕਹੀ ਬਈ। ਫਿਰ ਫੀਡਬੈਕ ਦੇ। ਧੰਨਵਾਦ ਜੀ, ਧੰਨਵਾਦ ਬਹੁਤ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਜ਼ਰੂਰ ਜੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। 408 272 5200। ਜਸਵੀਰ ਕੌਰ ਜੀ। ਜਸਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਹੈ, ਸਾਰੇ ਬਹੁਤ ਤਾਰੀਫ ਕਰਦੇ ਨੇ ਤੁਹਾਡੇ ਪ੍ਰੋਗਰਾਮ ਦੀ। ਤੇ ਗੱਲ ਇਸ ਤਰ੍ਹਾਂ, ਮੈਨੂੰ ਪ੍ਰੋਬਲਮ ਹੈ, ਮੇਰੇ ਜਿਹੜੇ ਅੱਗੇ ਪੰਜੇ ਨੇ ਨਾ, ਉਂਗਲਾਂ ਦੇ ਥੱਲੇ ਬਹੁਤ ਦਰਦ ਹੁੰਦੀ, ਪੈਰਾਂ ਦੇ ਪੰਜਾਂ। ਠੀਕ ਆ। ਆਰਥਰਾਈਟਸ ਕਰਕੇ ਵੇ, ਤੇ ਅੱਗੇ ਤੇ ਨਹੀਂ ਸੀ, ਹੁਣ 2 ਮਹੀਨਿਆਂ ਤੋਂ ਬਹੁਤ ਜ਼ਿਆਦਾ ਹੈ। ਕੋਈ ਇਹਦਾ ਕੋਈ ਮਤਲਬ ਕਿ ਕਿਸੇ ਭੈਣ ਭਰਾ ਨੂੰ ਕੋਈ ਪਤਾ ਹੋਵੇ ਕੀ ਕਰਨਾ ਚਾਹੀਦਾ ਹੈ? ਮਤਲਬ ਖੜਾ ਨਹੀਂ ਜਾਂਦਾ, ਇੰਨੀ ਦਰਦ ਹੁੰਦੀ ਹੈ, ਖੜਾ ਨਹੀਂ ਜਾਂਦਾ। ਫਿਰ ਆਪਣਾ ਜਦੋਂ ਉਹਨੂੰ ਦੱਬਦੀ ਆ ਨਾ, ਇਸ ਤਰ੍ਹਾਂ ਦਰਦ ਹੁੰਦਾ ਜਿਵੇਂ ਫੋੜੇ ਨੂੰ ਦਰਦ ਹੁੰਦਾ ਜਦੋਂ ਦੱਬ ਨਹੀਂ ਆਉਣਾ। ਹਾਂਜੀ, ਤੇ ਮਾਲਿਸ਼ ਮੁਸ਼ ਬਹੁਤ ਕੀਤੀ ਹੈ, ਤੇ ਹੋਰ ਵੀ ਰੈਮਡੀਆਂ ਵਰਤੀਆਂ ਨੇ। ਪਲੀਜ਼ ਜੇ ਕੋਈ ਦੱਸ ਦੇਵੇ ਤੇ ਫਿਰ ਥੈਂਕ ਯੂ ਸੋ ਮਚ ਤੁਹਾਡਾ ਤੇ ਉਹਨਾਂ ਦਾ ਸਭ ਦਾ। ਥੈਂਕ ਯੂ ਜੀ, ਧੰਨਵਾਦ ਜੀ। ਪੈਰਾਂ ਦੀਆਂ ਉਂਗਲੀਆਂ ਦੇ ਵਿੱਚ ਬਹੁਤੀ ਦਰਦ ਹੁੰਦੀ ਹੈਗੀ ਇਹਨਾਂ ਦੀ। ਜੇ ਕਿਸੇ ਨੂੰ ਪਤਾ ਹੋਇਆ ਤੇ ਜ਼ਰੂਰ ਦੱਸੋ, ਕਿ ਬਹੁਤ ਸਾਰੇ ਲੋਕਾਂ ਦੇ ਹੁੰਦੀ ਹੈ ਵੈਸੇ। ਦਿਆਲ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਜੇ ਅੱਖਾਂ ਦੀ ਸਰਜਰੀ ਹੋਈ ਵੀ ਹੋਵੇ ਤੇ ਉਹਦੇ 'ਚ ਲੈਂਸ ਪਏ ਵੀ ਹੋਣ, ਫਿਰ ਅਸੀਂ ਇਹ ਦਵਾਈ ਜਿਹੜੀ ਹੈਗੀ ਆ ਆਪਣੇ ਸਿਹਤ ਵਗੈਰਾ ਦੀ, ਐਲੋਵੇਰਾ ਦੀ, ਇਹ ਅੱਖਾਂ 'ਚ ਪਾ ਸਕਦੇ ਕਿ ਨਹੀਂ? ਜ਼ਰੂਰ ਪੁੱਛਦੇ ਹਾਂ ਜੀ ਕਿਸੇ ਨੂੰ ਵੀ। ਹਾਂਜੀ, ਇਹ ਜ਼ਰੂਰ ਪੁੱਛੋ ਜੀ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਕਾਲ ਕਰ ਸਕਦੇ ਜੀ 408 272 5200। ਰਣਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਭੈਣ ਜੀ, ਤੁਹਾਡੇ ਪ੍ਰੋਗਰਾਮ ਸੁਣਦੇ ਰਹੀ, ਸਾਡੇ ਲੱਗਾ ਹੁੰਦਾ ਰੇਡੀਓ, ਤੇ ਮੈਂ ਕਿਹਾ ਮੈਂ ਵੀ ਪਤਾ ਕਰਨਾ ਸੀ ਭੈਣ ਜੀ, ਮੇਰੀ ਕੈਲਸ਼ੀਅਮ ਵੱਧਦੀ ਆ, ਸਾਲ 1.5 ਸਾਲ ਹੋ ਗਿਆ ਜੋ ਜਾਈਦਾ ਡਾਕਟਰ ਦੇ, ਜਿੰਨੀ ਹੁੰਦੀ ਓਨੀ ਨਹੀਂ, ਤੇ ਉਹ ਕਹਿੰਦੇ ਜੀ ਦਵਾਈ ਤਾਂ ਕੋਈ ਹੁੰਦੀ ਨਹੀਂ ਵੀ। ਸ਼ਾਇਦ ਮੇਰੇ ਪੈਰਾਥਾਇਰਡ ਆ ਵੀ, ਉਹ ਗੰਢਾਂ ਹੁੰਦੀਆਂ ਗਲ 'ਚ, ਦੇ ਜਦੋਂ ਥੋੜੀ ਜਿਹੀ ਉਮਰ ਵੱਡੀ ਹੁੰਦੀ ਜਾਂਦੀ ਵੀ ਇੱਕ ਗੰਢ ਤੇਰੀ ਉਹ ਕੈਲਸ਼ੀਅਮ ਬਾਹਰ ਕੱਢੀ ਜਾਂਦੀ, ਤੇ ਹੱਡੀਆਂ ਵੀ ਇਹਦੇ ਨਾਲ ਵੀਕ ਹੁੰਦੀਆਂ। ਕਿਸੇ ਨੂੰ ਪਤਾ ਹੋਵੇ ਕੋਈ ਦਵਾਈ ਦਾ ਤਾਂ। ਤੇ ਮੇਰੇ ਸਟੰਟ ਵੀ ਪਾਇਆ ਹੋਇਆ, ਤੇ ਬਲੱਡ ਵੀ ਵੱਧਦਾ ਰਹਿੰਦਾ, ਤੇ ਦਵਾਈ ਹੁਣ ਤਾਂ ਖਾਈ ਜਾਂਦੀ, ਪਰ ਕੈਲਸ਼ੀਅਮ ਦੀ ਦਵਾਈ ਹੁੰਦੀ ਨਹੀਂ ਕੋਈ। ਠੀਕ ਆ। ਹਾਂਜੀ ਹਾਂਜੀ, ਪਤਾ ਹੋਇਆ ਤਾਂ ਜ਼ਰੂਰ ਦੱਸਣਾ। ਜ਼ਰੂਰ ਜੀ, ਜ਼ਰੂਰ ਸੁਣਦੇ ਜ਼ਰੂਰ ਹੈ ਰਣਜੀਤ ਕੌਰ ਜੀ। ਕੈਲਸ਼ੀਅਮ ਵੱਧਦੀ ਹੈ ਇਹਨਾਂ ਦੀ, ਉਹ ਪਲੀਜ਼ ਜੇ ਕਿਸੇ ਨੂੰ ਪਤਾ ਹੋਇਆ ਜ਼ਰੂਰ ਦੱਸਿਓ। ਬੀਸਲਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣੇ ਇੱਕ ਰਿਸ਼ਤੇਦਾਰੀ 'ਚ ਲੜਕਾ ਹੈ ਜੀ, ਮੁੰਡਾ ਸਮਝ ਕੋਈ 40-45 ਸਾਲ ਦੀ ਏਜ ਹੈਗੀ ਆ, ਤੇ ਉਹਨਾਂ ਦੇ ਮਤਲਬ ਟੋਇਲਟ ਵਿੱਚ ਬਲੱਡ ਆਉਂਦਾ। ਠੀਕ ਆ। ਚੈੱਕ ਕਰਵਾਇਆ ਸੀਗਾ, ਤੇ ਮੇਰੇ ਖਿਆਲ ਉਹਨਾਂ ਨੇ ਹਜੇ ਪੂਰੀ ਰਿਪੋਰਟ ਆਈ ਨਹੀਂ। ਉਹ ਕਹਿੰਦੇ ਵੈਸੇ ਥੋੜਾ ਦੱਸਿਆ ਸੀਗਾ ਵੀ ਸੋਜਸ਼ ਹੈਗੀ ਆ, ਤੇ ਅੱਗੇ ਵੀ ਇਲਾਜ ਦੱਸਿਆ ਹੈਗਾ, ਫਿਰ ਤੇ ਕੰਮ ਤੇ ਲਿਖਿਆ ਨਹੀਂ ਜਾਂਦਾ ਆਪ। ਤੇ ਜ਼ਰੂਰ ਜੇ ਕਿਸੇ ਨੂੰ ਪਤਾ ਹੋਵੇ ਜਾਂ ਕਿਸੇ ਨਾਲ ਕੋਈ ਵਾਕਿਆ ਹੋਵੇ ਤਾਂ ਜ਼ਰੂਰ ਦੱਸਣ, ਜ਼ਰੂਰੀ ਆ। ਹਾਂਜੀ, ਜੇ ਜੇ ਤਾਂ ਜਗਵੀਰ ਜੀ ਹੋਣੀ ਜ਼ਰੂਰ ਦੱਸਣ, ਜਾਂ ਜੇ ਕਿਸੇ ਨੂੰ ਪਤਾ ਹੋਵੇ ਰਿਕੁਐਸਟ ਹੈ ਜੀ ਵੀ ਜ਼ਰੂਰ ਅੱਜ ਦੱਸਣ। ਠੀਕ ਹੈ, ਕਿਸੇ ਨੇ ਲਿਖਿਆ। ਹਾਂਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਧੰਨਵਾਦ ਜੀ। ਮੈਂ ਤਾਂ ਇਹ ਰეკਮੈਂਡ ਕਰਦੀ ਹਾਂ ਕਿ ਜਿਹੜਾ ਰਿਸ਼ਤੇਦਾਰ ਹੁੰਦਾ ਨਾ, ਉਹਨੂੰ ਜ਼ਰੂਰ ਉਸ ਵੇਲੇ ਕਹਿ ਦਿਆ ਕਰੋ ਕਿ ਪੈਨ ਪੈਨਸਲ ਲੈ, ਕਾਪੀ ਲੈ, ਅਤੇ ਉਸ ਦੇ ਉੱਤੇ ਜੇ ਇਲਾਜ ਆਉਂਦਾ ਉਹਦੀ ਬਿਮਾਰੀ ਦਾ ਤਾਂ ਉਹ ਖੁਦ ਜ਼ਰੂਰ ਲਿਖੇ, ਕਿਉਂਕਿ ਜਦੋਂ ਤੁਸੀਂ ਪੁੱਛਣਾ ਵੀ ਆ, ਤੁਸੀਂ ਹੋਰ ਕੰਮ ਵੀ ਕਰਦੇ ਆ, ਅਤੇ ਸ਼ਾਇਦ ਤੁਹਾਤੋਂ ਨਾਂ ਵੀ ਲਿਖਿਆ ਜਾਵੇ। ਚਰਨਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਜੀ, ਮੇਰੀ ਗਰਦਨ ਦੇ ਨਾ ਛੋਟੇ ਛੋਟੇ ਮੌਕੇ ਨਿਕਲੇ ਹੁੰਦੇ ਆ ਜੀ, ਮਾਸ ਜਿਹੇ ਵਰਗੇ ਨਾ। ਹਾਂਜੀ, ਬਰੀਕ ਬਰੀਕ ਜੀ। ਹਾਂਜੀ ਹਾਂਜੀ, ਠੀਕ ਆ। ਤੇ ਉਹ ਹੱਡ ਵੀ ਜਾਂਦੇ ਆ, ਪਰ ਫਿਰ ਨਿਕਲ ਵੀ ਆਉਂਦੇ ਕਈ ਵਾਰੀ। ਮੈਂ ਉਹਦਾ ਪੁੱਛਣਾ ਜੇ ਕੋਈ ਚੀਜ਼ ਉਹਦੇ ਉੱਤੇ ਲਾਉਣ ਵਾਲੀ ਹੋਵੇ ਜਿਹਦੇ ਨਾਲ ਉਹ ਮੱਚ ਜਾਣ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਕਈਆਂ ਦੇ ਨਾ ਮੌਕੇ ਨਿਕਲਦੇ ਆ, ਉਹ ਮਾਸ ਹੀ ਹੁੰਦਾ ਆ ਵਧਿਆ ਆ, ਬਹੁਤ ਜ਼ਿਆਦਾ ਹੁੰਦੇ ਆ। ਕਈਆਂ ਦੇ ਉਹ ਲਿੱਥ ਵੀ ਜਾਂਦੇ, ਲਿੱਥ ਦੇ ਕਾਹਦੇ ਨਾਲ ਆ। ਪਹਿਲਾਂ ਕਾਫੀ ਦੇਰ ਪਹਿਲਾਂ ਦੱਸਿਆ ਸੀਗਾ, ਕਈ ਤਾਂ ਕੇਲਾ ਮਲਦੇ ਰਹੇ, ਉਹਨਾਂ ਹਟ ਗਏ। ਕਈਆਂ ਕਈ ਸਿਰਕਾ ਲਾਉਂਦੇ ਰਹੇ, ਉਹਦੇ ਨਾਲ ਹਟ ਗਿਆ। ਵੀ ਆਉਣ ਕਾਹਦੇ ਨਾਲ ਨਾ ਦੁਬਾਰਾ ਨਾ ਆਉਣ, ਉਹ ਜ਼ਰੂਰ ਦੱਸਿਓ ਜੀ। ਹਰਜਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਸਤਿ ਸ਼੍ਰੀ ਅਕਾਲ। ਲੋਕ ਭੈਣ ਜੀ, ਮੇਰਾ ਦੋਤਾ ਵਾ, ਸਾਲ ਤੋਂ ਜ਼ਿਆਦਾ ਹੋ ਗਿਆ, 7 ਕੁ ਸਾਲਾਂ ਦਾ ਅਟਕਦਾ ਜੀ। ਉਹਨੂੰ ਪੋਟੀਆਂ ਨਹੀਂ ਹਟਦੀਆਂ ਜੀ, ਨਾਲ ਖੂਨ ਵੀ ਥੋੜਾ ਥੋੜਾ ਹੋਣਾ ਅੰਦਰੋਂ। ਡਾਕਟਰਾਂ ਦਾ ਇਲਾਜ ਚਾਲੂ ਆ, ਹੋਮੋਪੈਥੀ ਵੀ ਦੇ
जांच वाले पर कोई दवाई असर नहीं करती। ठीक है, बहुत मेहरबानी हो कोई जो बहुत बच्चे वाल वेख के बहुत तरस। ठीक है, ਆਪਾਂ ਪੁੱਛ ਲੈਂਦੇ ਜੀ। हाँ जी बहुत मेहरबानी हो कोई ਧੰਨਵਾਦ ਜੀ, ਧੰਨਵਾਦ, ਥੈਂਕ ਯੂ ਜੀ। ਨਿਰਮਲ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ ਉਹ ਮੈਂ ਇਹ ਪਤਾ ਕਰਨਾ ਸੀ, ਸਾਡੇ ਮੇਰੀ ਸਿਸਟਰ ਆ, ਉਹਨਾਂ ਦੇ ਹਰ ਸਾਲ ਹੀ ਟਾਈਫਾਈਡ ਹੋ ਜਾਂਦਾ ਵਾ। ਠੀਕ ਆ। ਹਾਂ ਤੇ ਜੇ ਬਾਕੀ ਜਿਹੜੇ ਸ਼ੂਗਰ ਵੀ ਉਹਨਾਂ ਨੂੰ ਤੇ ਪੈਰ ਵਗੈਰਾ ਜਿੱਦਾਂ ਨਾ ਸੌਂ ਜਾਂਦੇ ਨਮ ਜਿਹੇ ਹੁੰਦੇ। ਠੀਕ ਆ। ਹਾਂਜੀ ਬਸ ਇਹੀ ਪਤਾ ਕਰਨਾ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਓਕੇ ਜੀ, ਧੰਨਵਾਦ ਜੀ। ਪ੍ਰਦੁਮਨ ਸਿੰਘ। ਹਾਂਜੀ ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਜੀ, ਜਿਹੜਾ ਜੀ ਤੁਸੀਂ ਕਈ ਵਾਰੀ ਰੇਡੀਓ ਤੇ ਦੱਸਦੇ ਹੁੰਦੇ ਆ ਪਨੀਰ, ਡੋਡੀਆ, ਚਰੈਤਾ, ਅਫਲਾਤੀਨ, ਤੇ ਇਹ ਜਿਹੜੀ 4 ਚੀਜ਼ਾਂ ਵਿੱਚ ਇੱਕ ਚੀਜ਼ ਇੱਕਦਮ ਮਾਈਂਡ ਵਿੱਚ ਨਿਕਲ ਕੇ ਹੈਗੀ ਆ, ਇਹ ਕਾਹਦੇ ਵਾਸਤੇ ਹੁੰਦੀਆਂ ਜੀ? ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਜੀ। ਬਸ ਇਹ ਕਈ ਚੀਜ਼ਾਂ ਦਾ ਇਲਾਜ ਉੱਦਾਂ ਵੀ ਹੈਗਾ, ਉੱਦਾਂ ਸਕਿਨ ਦੀਆਂ ਪ੍ਰੋਬਲਮ ਜਿੰਨੀਆਂ ਵੀ ਆ ਉਹਨਾਂ ਲਈ ਵੀ ਇਹ ਬਹੁਤ ਠੀਕ ਆ। ਤੁਹਾਡੇ ਅੰਦਰ ਕੋਈ ਜ਼ਖਮ ਹੋਇਆ ਆ ਉਹਦੇ ਲਈ ਵੀ ਬਹੁਤ ਠੀਕ ਹੈਗੀ ਆ। ਤੇ ਵੈਸੇ ਲੋਕਾਂ ਨੂੰ ਹੋਰ ਵੀ ਬਿਮਾਰੀਆਂ ਤੋਂ ਕਈਆਂ ਤੋਂ ਆਰਾਮ ਆਇਆ। ਹੁਣ ਮੇਰੇ ਸਾਹਮਣੇ ਨਹੀਂ, ਪਰ ਬਹੁਤੀਆਂ ਬਿਮਾਰੀਆਂ ਤੋਂ ਆਰਾਮ ਆਉਂਦਾ। ਹਾਂਜੀ ਅਸੀਂ ਲਿਆਂਦਾ ਤੇ ਮੈਨੂੰ ਨਾ ਥੋੜੀ ਪਿੱਛੇ ਜਾ ਜੀ ਖਾਰਸ਼ ਦੀ ਪ੍ਰੋਬਲਮ ਆ ਗਈ ਸੀ। ਮੈਂ ਉਹ ਫਿਰ 3-4 ਦਿਨ ਪੀਤਾ, ਫਿਰ ਠੀਕ ਹੋ ਗਿਆ ਨਾ। ਹਾਂਜੀ ਹਾਂਜੀ, ਉਹਦੇ ਨਾਲ ਉਹ ਸਕਿਨ ਦੀ ਪ੍ਰੋਬਲਮ ਬਹੁਤ ਵਧੀਆ ਹੈ ਉਹਦੇ ਲਈ। ਹਾਂਜੀ ਹਾਂਜੀ, ਫਿਰ ਮੈਂ ਕਿਹਾ ਚਲੋ ਇੱਕ ਵਾਰੀ ਥੋੜਾ ਜਿਹਾ ਪੁੱਛ ਲਈ ਜੀ, ਥੋੜਾ ਕਨਫਰਮ ਕਰ ਲਈ। ਹਾਂਜੀ, ਤਾਂ ਕਰਕੇ ਤੁਹਾਨੂੰ ਫੋਨ ਆਇਆ। ਥੈਂਕ ਯੂ ਜੀ। ਠੀਕ ਹੈ ਭੈਣ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਧੰਨਵਾਦ। ਅੱਗੇ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਇੱਕ ਨਾ ਦਵਾਈ ਦੱਸੀ ਸੀਗੀ ਭਾਜੀ ਨੇ, ਆਪਣਾ ਸਰੀਰ ਦੇ ਵਿੱਚ ਨਾ ਗਿਲਟੀਆਂ ਨਹੀਂ ਹੈ, ਗੰਢਾਂ ਜਾਂ ਚਰਬੀਆਂ, ਉਹਦੇ ਵਾਸਤੇ ਦਵਾਈ ਦੱਸੀ ਸੀਗੀ ਜੀ, ਕਲਕੇਰੀਆ ਫਲੋਰਿਕਾ। ਹਾਂਜੀ 6X। ਹਾਂਜੀ ਤੋਂ ਮੈਂ ਪੁੱਛਣਾ ਜੀ ਕਿਸੇ ਵੀਰ ਭੈਣ ਨੂੰ ਪਤਾ ਹੋਵੇ ਤਾਂ ਜੀ, ਮਤਲਬ ਵੀ ਉਹ ਦਵਾਈ ਮਿਲੂ ਕਿੱਥੋਂ ਹੈ ਨਾ ਜੀ? ਆਪਣਾ ਕੈਨੇਡਾ ਅਮਰੀਕਾ ਦੇ ਵਿੱਚੋਂ ਕਿਤੋਂ ਸਟੋਰ ਤੋਂ ਮਿਲੂ ਜਾਂ ਆਨਲਾਈਨ ਆਪਣਾ ਮਤਲਬ ਮੰਗਵਾਉਣੀ ਪੈਣੀ ਹੈ? ਤੁਸੀਂ ਆਨਲਾਈਨ ਵੀ ਪੁੱਛ ਲਓ। ਵੈਸੇ ਕਈ ਇਹਨਾਂ ਦੇ ਨਾ ਸਟੋਰਾਂ ਦੇ ਵਿੱਚ ਹੁੰਦੀ ਆ, ਫੂਡ ਸਟੋਰਾਂ 'ਚ ਕਈਆਂ 'ਚ। ਹਾਂਜੀ ਤੇ ਇੱਕ ਜਗਵੀਰ ਭਾਜੀ ਨੇ ਪੁੱਛਣਾ ਸੀਗਾ ਸਪੈਸ਼ਲੀ, ਮਤਲਬ ਉਹਦੇ ਉੱਪਰ ਲਿਖਿਆ ਜੀ 100 ਟੈਬਲੇਟ, 100 ਗੋਲੀ ਮਤਲਬ। ਅੱਛਾ ਜੀ। ਇਹਦੀ ਡੋਜ਼ ਕਿੱਦਾਂ ਲੈਣੀ ਹੈ ਜੀ? ਵੀ ਇੱਕ ਗੋਲੀ ਸੁਬਾਹ ਇੱਕ ਸ਼ਾਮ ਲੈਣੀ, ਕਿ ਦਿਨ ਦੇ ਵਿੱਚ ਇੱਕੋ ਹੀ ਲੈਣੀ ਹੈ, ਜਾਂ ਰੋਟੀ ਤੋਂ ਮਗਰੋਂ ਜਾਂ ਪਹਿਲਾਂ, ਹਨਾ ਪਲੀਜ਼। ਕਿਹੜੇ ਵਾਲੀ ਦੀ ਗੱਲ ਕਰਦੇ? ਕਿਹੜੀ ਦਵਾਈ ਹੈ 100 ਟੈਬਲੇਟ? ਇਹ 100 ਟੈਬਲੇਟ ਉਹੀ ਹੈ ਜੀ, ਮਤਲਬ ਕਲਕੇਰੀਆ ਫਲੋਰਿਕਾ 6X। ਅੱਛਾ ਠੀਕ ਹੈ। ਜਸਪਾਲ ਸਿੰਘ ਨੇ ਦੱਸੀ ਸੀਗੀ, ਜੇ ਉਹਨਾਂ ਦੀ ਲਾਈਨ ਮਿਲ ਗਈ ਤਾਂ ਜ਼ਰੂਰ ਦੱਸ ਦੇਣਗੇ। ਹਾਂਜੀ ਚਰਬੀ ਨੇ ਗੰਢਾਂ ਨਹੀਂ ਖਾਤਰ ਸੀਗੀ ਜੀ ਇਹ। ਠੀਕ ਹੈ, ਪਲੀਜ਼ ਦੱਸੋ। ਠੀਕ ਹੈ, ਥੈਂਕ ਯੂ ਜੀ। ਜਿਨ੍ਹਾਂ ਨੇ ਵੀ ਦੱਸੀ ਹੈਗੀ ਆ ਜੀ, ਤੇ ਉਹ ਪਲੀਜ਼ ਜ਼ਰੂਰ ਆਣ ਕੇ ਮੇਕ ਸ਼ੋਰ ਕਰਦਾ ਕਿੰਨੇ ਲੈਣ। ਅਮਰਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੇਟਾ ਜੀ ਮੇਰਾ 2 ਸਾਲ ਦਾ, ਤੇ ਉਹ 2 ਸਾਲ ਬਾਅਦ ਡਾਕਟਰ ਉਹਦੇ ਟੈਸਟ ਕਰਦੇ ਨੇ ਜਿਵੇਂ ਬੱਚਿਆਂ ਦੇ, ਤੋਂ ਉਹਦਾ ਬਲੱਡ ਟੈਸਟ ਹੋਇਆ ਤੇ ਡਾਕਟਰ ਕਹਿੰਦਾ ਕਿ ਐਵਰੀਥਿੰਗ ਓਕੇ, ਪਰ ਇੱਕ ਟੈਸਟ ਜਿਹੜਾ ਉਹ ਪੋਜ਼ਿਟਿਵ ਆਇਆ, ਤੇ ਉਹ ਟੈਸਟ ਹੈਗਾ ਲੈਡ ਕਰਕੇ, LEAD ਲੈਡ। ਤੇ ਉਹ ਕਹਿੰਦਾ ਕੋਈ ਜਾਂ LAD ਆ? LEAD ਲੀਡ। ਠੀਕ ਆ। ਹਾਂਜੀ, ਤੇ ਉਹ ਕਹਿੰਦਾ ਕੁਛ ਇਹਨੇ ਬਾਹਰੋਂ ਕੁਛ ਗੰਦਾ ਹੱਥ ਆਪਣੇ ਮੂੰਹ 'ਚ ਪਾ ਲਿਆ, ਜਾਂ ਤੁਹਾਡੇ ਘਰੇ ਕਾਰਪੇਟ ਕੋਈ ਏਦਾਂ ਦਾ ਹਨਾ ਕੁਛ ਹੋ ਗਿਆ। ਹੁਣ ਉਹ ਕਹਿੰਦਾ ਕਿ ਇਹਨੂੰ ਮੈਡੀਸਨ ਦੇ ਨਹੀਂ ਸਕਦੇ, 2 ਸਾਲ ਦਾ ਵਾ, ਹਜੇ ਛੋਟਾ ਆ, ਤੇ ਵੇਟ ਕਰੋ, ਕਹਿੰਦਾ ਕਿ 3 ਮਹੀਨਿਆਂ ਬਾਅਦ ਫਿਰ ਦੁਬਾਰੇ ਟੈਸਟ ਕਰਾਂਗੇ। ਠੀਕ ਆ। ਵੀ ਜੇ ਵੱਧ ਗਿਆ ਤੇ ਫਿਰ ਡੇਂਜਰਸ ਵੀ ਹੋ ਸਕਦਾ ਆ। ਫਿਲਹਾਲ ਕਹਿੰਦਾ ਹਜੇ ਇਹਨੂੰ ਦਵਾਈ ਕੋਈ ਨਹੀਂ ਦੇ ਸਕਦੇ। ਕੋਈ ਕਿਸੇ ਵੀਰ ਭਰਾ ਨੂੰ ਕਿਸੇ ਨੂੰ ਕੋਈ ਆਈਡੀਆ ਹੋਵੇ ਵੀ ਇਹਦੇ ਤੋਂ ਕੋਈ ਦੇਸੀ ਚੀਜ਼ ਜਾਂ 2 ਸਾਲ ਦੇ ਬੱਚੇ ਨੂੰ ਆਪਾਂ ਕੀ ਦੇ ਸਕਦੇ ਹਾਂ ਜਿਹਦੇ ਨਾਲ ਉਹ ਮਤਲਬ ਨਾਰਮਲ ਹੋ ਜਾਏ, ਨਾ ਵਧੇ ਉਹਦਾ ਟੈਸਟ ਜਿਹੜਾ ਹੈਗਾ ਗਾ। ਉੱਦਾਂ ਤਾਂ ਤੁਸੀਂ ਬਹੁਤਾ ਫਿਕਰ ਨਾ ਕਰੋ, ਡਾਕਟਰਾਂ ਨੂੰ ਪਤਾ ਹੀ ਹੁੰਦਾ ਆ ਵੀ ਇਹ ਬੱਚਾ ਆ, ਇੱਦਾਂ ਨਿਕਲ ਜਾਣੀ ਆ, ਬਹੁਤੀ ਨਹੀਂ ਹੋਣੀ ਡੇਂਜਰਸ ਜਿਹੜਾ ਤੁਹਾਨੂੰ ਉਹਨੇ ਐਂ ਭੇਜ ਦਿੱਤਾ। ਹਾਂਜੀ ਹਾਂਜੀ, ਉਹ ਫੋਨ ਤੇ ਗੱਲ ਹੋਈ ਸੀਗੀ। ਉਹਨੂੰ ਪੁੱਛਿਆ ਵੀ ਕੋਈ ਥੈਰੇਪੀ ਜਾਂ ਕੋਈ ਇਹਦੀ ਮੈਡੀਸਨ, ਉਹ ਕਹਿੰਦਾ 2 ਸਾਲ ਦਾ ਬੱਚਾ ਆ, ਫਿਲਹਾਲ ਇਹਨੂੰ ਮੈਡੀਸਨ ਦੀ ਜ਼ਰੂਰਤ ਨਹੀਂ ਗੀ, ਨਾ ਅਸੀਂ ਦੇ ਸਕਦੇ ਹਾਂ। ਪਰ ਜੇ ਡਬਲ ਤੋਂ ਟ੍ਰਿਪਲ ਹੋ ਜਾਵੇ, ਵੀ ਜਿੰਨਾ ਹੁਣ ਇਹਦੇ ਅੰਦਰ ਮਾਤਰਾ ਹੈਗੀ ਆ, ਜੇ ਡਬਲ ਤੋਂ ਟ੍ਰਿਪਲ ਹੋ ਗਿਆ ਤੇ ਫਿਰ ਥੋੜਾ ਡੇਂਜਰਸ ਹੋ ਸਕਦਾ ਆ। ਤੇ ਪਰ ਅਸੀਂ ਦਵਾਈ ਨਹੀਂ ਦੇ ਸਕਦੇ। ਤੁਸੀਂ ਇਹਦੀ ਵੇਟ ਕਰੋ ਬਈ ਨੈਕਸਟ ਜਦੋਂ ਆਪਾਂ ਕਰਦੇ, ਪਹਿਲਾਂ ਤਾਂ ਉਹ 6 ਮਹੀਨੇ ਬਾਅਦ ਕਹਿੰਦਾ ਸੀ ਕਿ 6 ਮਹੀਨੇ ਬਾਅਦ ਟੈਸਟ ਕਰਾਂਗੇ। ਫਿਰ ਅਸੀਂ ਉਹਨੂੰ ਰਿਕੁਐਸਟ ਕੀਤੀ ਵੀ 6 ਮਹੀਨੇ ਤਾਂ ਬਹੁਤ ਆ, ਜ਼ਿਆਦਾ ਟਾਈਮ ਆ, ਵੀ ਤੂੰ ਪਹਿਲਾਂ ਕਰ ਸਕਦੇ ਆ। ਤੇ ਉਹ ਕਹਿੰਦੇ ਵੀ 3 ਮਹੀਨਿਆਂ ਬਾਅਦ ਕਰਾਂਗੇ, ਵੀ ਹੋ ਸਕਦਾ ਇਹ ਨਿਕਲ ਵੀ ਜਾਵੇ, ਤਾਂ ਹੋ ਸਕਦਾ ਇਹ ਵੱਧ ਵੀ ਸਕਦਾ ਆ, ਹਨਾ। ਠੀਕ ਹੈ। ਨਹੀਂ ਡੇਂਜਰਸ ਹੋਣਾ, ਵੈਸੇ ਆਪਾਂ ਨੂੰ ਡਰ ਜ਼ਰੂਰ ਲੱਗਦਾ ਹੁੰਦਾ ਆ, ਬਸ ਉਹਨਾਂ ਨੂੰ ਤਾਂ ਉਸ ਹਿਸਾਬ ਨਾਲ ਪਤਾ ਆ। ਹਾਂਜੀ ਕੋਈ ਨਹੀਂ, ਆਪਾਂ ਪੁੱਛਦੇ ਹਾਂ ਜੀ, ਪੁੱਛਦੇ ਹਾਂ ਤਾਂ ਉਹਦੇ ਖਾਣ ਪੀਣ ਦਾ ਖਿਆਲ ਰੱਖੋ। ਹਾਂਜੀ ਹਾਂਜੀ ਹਾਂਜੀ,
ਥੈਂਕ ਯੂ ਸੋ ਮਚ ਜੀ। ਥੈਂਕ ਯੂ। ਸਾਨੂੰ ਆਮ ਵੀ ਘਰਾਂ ਦੇ ਵਿੱਚ ਬਹੁਤ ਸਫਾਈ ਰੱਖਣ ਦੀ ਲੋੜ ਆ। ਜੋ ਕੁਛ ਦੁਨੀਆ 'ਤੇ ਚੱਲ ਰਿਹਾ ਆ, ਆਪਣੇ ਹੱਥ ਪੈਰ ਉਹਨਾਂ ਦੀ ਸਫਾਈ, ਘਰ ਦੇ ਵਿੱਚ ਸਫਾਈ, ਕਾਰਪਟਾਂ ਨੂੰ ਸਾਫ਼ ਰੱਖੋ, ਸਾਰਾ ਕੁਛ ਆਪਣਾ ਜਿਹੜੀ ਵੀ ਤੁਹਾਡੀ ਫਲੋਰ ਆ ਉਹਨੂੰ ਵੀ ਸਾਫ਼ ਰੱਖੋ। ਜਸਵੀਰ ਧਾਮੀ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੀ ਬੈਕ ਪ੍ਰੋਬਲਮ ਆ, ਜਿਹਦਾ ਲੋਅਰ ਬੈਕ, ਤੇ ਮੈਂ MRI ਵੀ ਕਰਾਈ ਆ। ਉਹਦੇ 'ਚ ਮੇਰੇ L4 ਤੇ L5 ਜਿੱਦਾਂ ਪ੍ਰੋਬਲਮ ਦੱਸੀ ਆ ਉਹਨੀ, ਇੱਕ ਨਰਵ ਪਿੰਚ ਹੋਈ ਆ। ਤੇ ਮੇਰੇ ਕੋਲ ਨਾ ਤਾਂ ਮੈਂ ਡਾਕਟਰ ਦੇ ਵੀ ਜਾਂਦਾ ਹੈ ਨਾ, ਤੇ ਨਾ ਤਾਂ ਮੇਰੇ ਕੋਲ ਖੜਾ ਹੁੰਦਾ ਆ 5 ਮਿੰਟ ਤੋਂ ਵੱਧ, ਤੇ ਦਰਦ ਸ਼ੁਰੂ ਹੋ ਜਾਂਦੀ ਲੱਤ ਤੋਂ, ਖੱਬੀ ਸੱਜੀ ਤੋਂ ਬੈਕ ਦੇ ਮੋਢੇ ਤੱਕ। ਤੇ ਨਾ ਹੀ ਮੇਰੇ ਕੋਲ ਜ਼ਿਆਦਾ ਬਹਿ ਹੁੰਦਾ ਤੇ ਨਾ ਹੀ ਤੁਰ ਹੁੰਦਾ। ਮੈਨੂੰ 2-3 ਵੀਕਾਂ ਹੋ ਗਈਆਂ, ਕੰਮ ਤੇ ਵੀ ਨਹੀਂ ਗਿਆ। ਤੇ ਪਲੀਜ਼ ਜੇ ਕਿਸੇ ਕੋਈ ਮੇਰੀ ਹੈਲਪ ਕਰ ਸਕਦਾ ਤਾਂ ਮੈਨੂੰ ਜ਼ਰੂਰ ਦੱਸਿਓ। ਤੇ ਸੌਂਦੇ ਕਿੱਥੇ ਆ, ਬੈੱਡ ਤੇ ਜਾਂ ਫੱਟੇ ਤੇ? ਹਾਂਜੀ, ਬੈੱਡ ਤੇ। ਥੱਲੇ ਵੀ ਸੌਂ ਕੇ ਦੇਖਿਆ, ਥੱਲੇ ਫਿਰ ਆਕੜ ਜਾਂਦਾ ਹੈ, ਜਿੱਦਾਂ ਮੁੜ ਕੇ ਉੱਠ ਨਹੀਂ ਹੁੰਦਾ। ਉਹ ਤਾਂ ਠੀਕ ਆ, ਕਈ ਇਸ ਤਰ੍ਹਾਂ ਦੇ ਬੈੱਡ ਹੁੰਦੇ ਵੀ ਉਹ ਤੋਂ ਮੈਟਰਸ ਚੱਕ ਲਓ, ਫੱਟਾ ਜਿਹਾ ਹੁੰਦਾ, ਉੱਤੇ ਬੈਠਣਾ ਉੱਠਣਾ ਸੌਖਾ ਹੁੰਦਾ। ਠੀਕ ਹੈ ਜੀ। ਠੀਕ ਹੈ, ਉਹ ਵੀ ਕਰੋ ਤਾਂ ਆਪਾਂ ਪੁੱਛਦੇ ਵੀ ਆ। ਠੀਕ ਹੈ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ। ਗੁਲਨਾਸ਼ ਜੀ। ਦੀਦੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਤੁਸੀਂ ਇੱਕ ਦਵਾਈ ਦੱਸੀ ਸੀ ਨਾ ਕਿਡਨੀਆਂ ਵਾਸਤੇ, ਧਨੀਏ ਦੀ, ਤੇ ਉਹ ਮੈਂ ਪੁੱਛਣਾ ਚਾਹੁੰਦੀ ਵੀ ਕਿਸ ਤਰ੍ਹਾਂ ਕਰਨਾ ਚਾਹੀਦਾ। ਧਨੀਆ ਕੱਟ ਕੇ ਉਬਾਲਣਾ ਵਾ, ਉਹ ਧਨੀਆ ਵੀ ਖਾਣਾ ਹੈ ਜਾਂ ਕਿ ਪਾਣੀ ਪੀਣਾ? ਧਨੀਆ ਖਾਣਾ ਤਾਂ ਨਹੀਂ ਹੁੰਦਾ, ਜੇ ਤੁਹਾਡਾ ਦਿਲ ਕਰੇ ਤੇ ਖਾ ਲਾਇਓ, ਕੱਟਣ ਦੀ ਵੀ ਲੋੜ ਨਹੀਂ ਹੁੰਦੀ। ਜਿਸ ਵੀ ਤਰ੍ਹਾਂ ਤੁਸੀਂ ਉਬਾਲ ਸਕਦੇ ਨਾ, ਉਹਨੂੰ ਉਬਾਲ ਲਓ। ਕਿੰਨਾ ਕੁ ਪਾਣੀ ਪਾਵੇ ਬੰਦਾ? ਪਾਣੀ 2-3 ਗਲਾਸ ਪਾ ਕੇ, 2-3 ਗਲਾਸ ਪਾ ਲਓ, ਉਹਨਾਂ ਪੀ ਵੀ ਹੋ ਜਾਂਦਾ ਰੋਜ਼। ਅੱਛਾ, ਠੀਕ ਹੈ। ਇਹ ਖਾਣਾ ਖਾਦਾ ਹੋਵੇ ਤਾਂ ਵੀ ਪੀ ਸਕਦੇ ਆ? ਹਾਂਜੀ, ਪਾਣੀ ਤਾਂ ਪਾਣੀ ਵਾਂਗ ਪੀਣਾ ਆ, ਤੁਸੀਂ ਜਦੋਂ ਮਰਜ਼ੀ ਪੀ ਲਓ। ਅੱਛਾ ਜੀ, ਆਹੀ ਮੈਂ ਪੁੱਛਣਾ ਸੀ। ਠੀਕ ਹੈ, ਥੈਂਕ ਯੂ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਕੰਮ ਕਰ ਰਹੇ ਆ। ਧੰਨਵਾਦ। ਕਾਫੀ ਫਾਇਦਾ ਹੁੰਦਾ, ਸਾਰੇ ਲੋਕਾਂ ਨੂੰ ਹੀ ਹੁੰਦਾ। ਹਾਂਜੀ ਹਾਂਜੀ ਹਾਂਜੀ। ਇੱਕ ਹੁਣ ਵੀਰ ਜੀ ਨੇ ਪੁੱਛਿਆ ਸੀ ਆਪਣੇ ਬੱਚੇ ਲਈ, ਕਹਿੰਦੇ ਵੀ ਉਹ ਹੱਥ ਮੂੰਹ ਚ ਪਾ ਲਿਆ। ਹਾਂਜੀ। ਉਹ ਕੋਈ ਛੋਟਾ ਮੋਟਾ ਬੈਕਟੀਰੀਆ ਹੋਣਾ। ਹਾਂਜੀ ਹਾਂਜੀ। ਤੇ ਹੋਰ ਤਾਂ ਕੁਝ ਨਹੀਂ ਹੋਣਾ। ਉਹਦੇ ਲਈ ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਦਹੀਂ ਦੇਣ। ਠੀਕ ਆ। ਕਿਉਂਕਿ ਉਹ ਲੀਵਰ ਵਿੱਚ ਇਫੈਕਟ ਨਾ ਕਰੇ ਜਾ ਕੇ, ਜੇ ਕੁਝ ਹੋਵੇ ਅੱਬਲ ਤਾਂ ਨਾ ਹੀ ਰੱਬ ਕਰੇ ਨਾ ਹੋਵੇ। ਹਾਂਜੀ ਹਾਂਜੀ। ਕਿਉਂਕਿ ਦਹੀਂ ਪ੍ਰੋਬਾਇਓਟਿਕ ਹੁੰਦਾ। ਉਹ ਅੱਛਾ, ਠੀਕ ਹੈ। ਦੂਜੀ ਗੱਲ ਆ, ਉਹਨੂੰ ਜਿਹੜੀ ਆਹ ਆਪਣੀ ਮੱਠੀ ਹੁੰਦੀ ਆ, ਉਹਨੂੰ ਚਾਹ ਜਾਂ ਦੁੱਧ ਬੱਚੇ ਨੂੰ ਜਾਂ ਪਾਣੀ ਦੇ ਵਿੱਚ ਹੀ ਰਿੰਨ ਕੇ ਹਰ ਵੇਲੇ ਉਹਨੂੰ ਉਹ ਪਾਣੀ ਪਾਓ। ਠੀਕ ਹੈ ਜੀ। ਹਾਂਜੀ, ਫਾਇਦਾ ਹੋ ਜਾਊਗਾ। ਜੇ ਕੁਝ ਹੋਇਆ ਵੀ ਤਾਂ ਇਹਨਾਂ ਜਿੱਦਾਂ ਲੀਵਰ ਕਲੀਨ ਹੋ ਜਾਂਦਾ। ਇਹ ਲੀਵਰ ਦੀ ਆ ਉਹ ਗੱਲ ਜਿਹੜਾ ਉਹਨਾਂ ਨੇ ਦੱਸਿਆ, LED ਕੁਛ। ਹਾਂਜੀ ਹਾਂਜੀ, ਠੀਕ ਹੈ। ਤੇ ਦੂਜੇ ਇੱਕ ਵੀਰ ਜੀ ਨੇ ਪੁੱਛਿਆ ਬਈ ਮੋਕੇ ਆ। ਹਾਂਜੀ। ਇਹ ਦੋਵੇਂ ਚੀਜ਼ਾਂ ਉਦਾਂ ਮੈਂ ਲੀਵਰ ਲਈ ਆਪ ਵੀ ਕੀਤਾ ਆ। ਹਾਂਜੀ। ਮੈਨੂੰ ਵੀ ਸ਼ੱਕ ਪਾਈ ਸੀ ਡਾਕਟਰ ਨੇ। ਠੀਕ ਹੈ ਜੀ। ਤੇ ਉਹ ਜਿਹੜੇ ਮੋਕੇ ਆ ਉਹਨਾਂ ਲਈ ਜਿਹੜਾ ਆਪਣਾ ਗ੍ਰੀਨ ਐਪਲ ਫਰੈਸ਼ ਹੁੰਦਾ ਆ, ਹਾਂਜੀ, ਉਹਨੂੰ ਕੁੱਟ ਕੇ ਤਾਂ ਉਹਦਾ ਪਾਣੀ ਕੱਪੜੇ ਦੇ ਨਾਲ ਨਿਚੋੜ ਕੇ ਰੱਖ ਲੈਣ ਗਲਾਸ ਦੀ ਕਿਸੇ ਸ਼ੀਸ਼ੀ 'ਚ। ਹਾਂਜੀ। ਉਹਨੂੰ 3-4 ਵੀਕਾਂ ਪਈਆਂ ਰਹਿਣ ਦੇਣ, ਮਗਰੋਂ ਉਹਨੂੰ ਦੰਦਾਂ ਜਿਹੜਾ ਡੱਕਾ ਫੇਰੀ ਦਾ ਉਹਦੇ ਨਾਲ ਲਾਉਣ ਤੋਂ ਕਾਟਨ ਲਾ ਲੈਣ। ਠੀਕ ਆ। ਉਹ 2-4 ਵਾਰੀ ਲਾਉਣ ਦੇ ਨਾਲ ਉਹਨਾਂ ਦਾ ਕਿਰ ਜਾਊਗਾ ਮਾਸ। ਮੇਰੇ ਜਿੱਦਾਂ ਘੇ ਦਾ ਛਿੱਟਾ ਪੈ ਗਿਆ ਸੀ ਅੱਖ ਦੇ ਉੱਪਰ। ਹਾਂਜੀ। ਤੇ ਮੈਂ ਇਹ ਲਾਇਆ, ਮੈਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਉਹ ਮਾਸ ਡਿੱਗ ਪਿਆ। ਠੀਕ ਹੈ ਜੀ। 2-4 ਵਾਰੀ ਲਾਉਣ ਦੇ ਨਾਲ। ਠੀਕ ਹੈ ਜੀ। ਕਰਕੇ ਦੇਖ ਲੈਣ, ਪਰ ਗੱਲ ਏਦਾਂ ਕਰਦੇ ਨਹੀਂ, ਆਪਾਂ ਪੁੱਛ ਕੇ ਹਟ ਜਾਂਦੇ ਆ। ਦੇਖੋ, ਕੋਈ ਵੀ ਇਲਾਜ ਹੈਗਾ ਆ, ਉਹਦਾ ਉਹ ਟਾਈਮ ਮੰਗਦਾ ਨਾ। ਇੱਕ ਵਾਰੀ ਕਰਕੇ ਹਟਦਾ, ਗੱਲ ਇਹ ਵੀ ਆ। ਹਾਂਜੀ ਹਾਂਜੀ। ਤੇ ਕੋਈ ਜਾਦੂ ਨਹੀਂ ਵੀ ਕੰਨ 'ਚ ਕਿਸੇ ਨੇ ਕੱਲਾ ਮੱਲਾ ਚੁੱਲ ਕਰ ਦਿੱਤਾ ਤਾਂ ਹਟ ਜਾਊ ਕੁਛ। ਨਹੀਂ ਨਹੀਂ, ਇਹਦੇ ਲਈ ਥੋੜੀ ਜਿਹੀ ਤਪੱਸਿਆ ਕਰਨੀ ਪੈਂਦੀ ਆ। ਹਾਂਜੀ। ਠੀਕ ਹੈ। ਬਿਮਾਰੀ ਤਾਂ ਪਤਾ ਨਹੀਂ ਕਿੰਨੇ ਚਿਰ ਦੀ ਹੁੰਦੀ ਆ, ਤੇ ਟਾਈਮ ਤਾਂ ਲੱਗੂਗਾ ਜਾਣ ਨੂੰ। ਬਿਲਕੁਲ ਬਿਲਕੁਲ। ਹਾਂਜੀ। ਇੱਕ ਭੈਣ ਜੀ ਹੋਰ ਗੱਲ ਆ, ਉਹ ਕੋਈ ਨਹੀਂ ਦੱਸਦਾ। ਮੈਨੂੰ ਇੱਕ ਦਿਨ ਚੇਤਾ ਆਇਆ, ਬਹੁਤ ਲੋਕਾਂ ਨੂੰ ਕੰਨਾਂ ਦੀ ਪ੍ਰੋਬਲਮ ਆ, ਕਈਆਂ ਦੇ ਢਾਂਟਾ ਹੁੰਦੇ ਆ। ਹਾਂਜੀ, ਦੱਸੀ ਸੀਗੀ ਜੀ, ਆਪਾਂ ਫਿਰ ਦੁਬਾਰਾ ਵੀ ਪੁੱਛ ਲੈਂਦੇ ਹਾਂ। ਹਾਂਜੀ, ਜਿਹੜੀ ਆਵਾਜ਼ਾਂ ਆਉਂਦੀਆਂ। ਤੇ ਉਹ ਜਿੱਦਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਲਾਗੇ ਇੱਕ ਮਾਤਾ ਹੁੰਦੀ ਸੀ, ਪੂਰਬਣੀ ਮਾਈ ਉਹਨੂੰ ਕਹਿਣਾ। ਉਹਦੇ ਜਾ ਬਹਿਣਾ ਗਲੀ 'ਚ, ਜਿਹਦਾ ਵੀ ਕੰਨ ਦੁਖਣਾ, ਉਹਨੇ ਜਿਹੜੀ ਬੇਬੀ ਬੱਚੇ ਨੂੰ ਦੁੱਧ ਦਿੰਦੀ ਹੁੰਦੀ ਸੀ ਲੇਡੀ, ਹਾਂਜੀ, ਉਹ ਕਹਿਣਾ ਵੀ ਇਹਦੇ ਜਿੱਦਾਂ ਨਿੱਪਲ ਦੇ ਨਾਲ ਜਿਹਦਾ ਵੀ ਕੰਨ ਦੁਖਦਾ ਹੋਵੇ, ਕਿਸੇ ਨਿਆਣੇ ਦਾ ਕਿਸੇ ਸਿਆਣੇ ਦਾ, ਉਹਦੇ ਵਿੱਚ ਉਹ ਸਿੱਧੀ ਜਿੱਦਾਂ ਧਾਰ ਪਾਵੇ ਨਿੱਪਲ ਦੇ ਨਾਲ ਆਪਣੇ ਬੇਬੀ ਜਿਹਨੂੰ ਫੀਡ ਕਰਦੀ। ਠੀਕ ਹੈ। ਕੰਨ ਉਸੇ ਵੇਲੇ ਹਟ ਜਾਂਦਾ ਸੀ। ਠੀਕ ਹੈ, ਆਪਾਂ ਦੁਬਾਰਾ ਵੀ ਪੁੱਛ ਲੈਂਦੇ ਜੀ। ਹਾਂਜੀ। ਕੋਈ ਜਿੱਦਾਂ ਗਾ ਪਈ ਬੇਬੀ, ਇਹ ਨਹੀਂ ਪਈ ਕੁੜੀ ਹੋਵੇ ਜਾਂ ਮੁੰਡਾ ਹੋਵੇ, ਜਿਹੜਾ ਵੀ ਬੇਬੀ ਹੋਵੇ, ਮਾਂ ਆਪਣੇ ਦੁੱਧ ਨੂੰ ਫੀਡ ਕਰਦੀ ਹੋਵੇ, ਕਿਸੇ ਦਾ ਵੀ ਮਰਜ਼ੀ ਕੰਨ ਦੁਖਦਾ ਹੋਵੇ। ਠੀਕ ਹੈ ਜੀ। ਤੇ ਇਹ ਹਟ ਜਾਂਦਾ। ਦੂਜੀ ਗੱਲ ਆ ਵੀ ਜੇ ਕੋਈ ਸਿਰਗਟ ਪੀਂਦਾ, ਉਹਦਾ ਧੂੰਆਂ ਕੰਨ ਦੇ ਵਿੱਚ ਉਹ ਜਿੱਦਾਂ ਛੱਡਦੇ ਆ ਬਾਹਰ, ਓਦਾਂ ਛੱਡੇ, ਸੁਣਨ ਵੀ ਲੱਗ ਜਾਂਦਾ। ਚਲੋ ਕੋਈ ਨਹੀਂ, ਫਿਰ ਤਾਂ ਆਪਾਂ ਸਾਰਿਆਂ ਨੂੰ ਕਹਿੰਦੇ ਆ ਵੀ ਜਿੱਥੇ ਮਰਜ਼ੀ ਖੜ ਜਾਓ।
ਇਹ ਮੈਨੂੰ ਮੇਰੇ ਕੰਮ ਤੇ ਕਿਸੇ ਨੇ ਦੱਸਿਆ, ਕਹਿੰਦੀ ਮੈਂ ਬਿਲਕੁਲ ਜਿੱਦਾਂ ਡੰਮ ਹੋ ਗਈ ਸੀ, ਗੋਰੀ ਆ ਮੇਰੇ ਨਾਲ ਕੰਮ ਕਰਦੀ। ਅੱਛਾ, ਕਹਿੰਦੀ ਹੁਣ ਮੈਨੂੰ ਵਧੀਆ ਸੁਣਦਾ। ਚਲੋ ਜੇ ਕਿਸੇ ਨੂੰ ਕੋਈ ਵੀ ਨਹੀਂ ਵੀ ਲੱਭਦਾ ਤਾਂ ਕਿਸੇ ਵੀ ਲਿਕਰ ਸਟੋਰ ਦੇ ਮੂਹਰੇ ਖੜ ਜਾਓ, ਜਾ ਕੇ ਉੱਥੇ ਵੇਖਦੀਆਂ ਹੁੰਦੀਆਂ, ਪੁੱਛ ਲਓ ਕਿਸੇ ਨੂੰ। ਹਾਂਜੀ ਹਾਂਜੀ, ਆਪਾਂ ਕਿਹੜਾ ਪੀਣੀ ਆ। ਠੀਕ ਹੈ ਜੀ, ਥੈਂਕ ਯੂ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਗੁਰਦੀਪ ਕੌਰ ਜੀ। ਹਾਂਜੀ ਬੇਟੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। 4-5 ਵੀਕਾਂ ਤਾਂ ਨਹੀਂ ਰੱਖੀਦਾ ਮੈਂ ਤਾਂ, ਮੇਰਾ ਨੁਕਸਾ ਤਾਂ ਇਹੀ ਮੈਂ ਦੱਸਿਆ ਆ, ਗ੍ਰੀਨ ਐਪਲ ਨੂੰ ਛਿਲਣਾ ਨਹੀਂ ਤੇ ਉਹਦਾ ਜੂਸ ਕੱਢ ਲਓ ਤੇ 2 ਵੀਕਾਂ ਹੀ ਰੱਖੋ, ਬਾਹਰੇ ਪਿਆਰੇ ਫ੍ਰਿਜ 'ਚ ਨਹੀਂ ਰੱਖਣਾ ਤੇ ਉਹਨੂੰ ਰੂਹ ਨਾਲ ਉੱਤੇ ਮਾਰੋ ਤੇ ਭਾਵੇਂ ਮੋਕੇ ਆਉਣ, ਕਿੱਲ ਹੋਣ, ਦਾਗ ਹੋਣ, ਸਾਰੇ ਸਾਫ਼ ਹੋ ਜਾਣਗੇ। ਇੱਕ ਸਰੋਂ ਦੇ ਤੇਲ 'ਚ ਨਾ ਐਵੇਂ ਚੁਟਕੀ ਕੀ ਚੂਨਾ ਪਾ ਕੇ ਵੀ ਲਾਉਣ, ਮੋਕੇ ਦੇ ਉੱਤੇ ਉੱਤੇ ਫੜ ਕੇ, ਜਿਵੇਂ ਜਿੱਥੇ ਜਿੱਥੇ ਹੈਗੇ ਨਾ ਉਹ ਝੜ ਜਾਂਦੇ ਨੇ ਇਹਦੇ ਨਾਲ। ਇੱਕ ਐਲੋਵੇਰਾ ਦਾ ਗੁੱਦਾ ਲੈ ਕੇ ਉੱਤੇ ਰੋਜ਼ ਘਸਾਣ ਕਰਨ ਜਿੱਥੇ ਜਿੱਥੇ ਮੌਕੇ ਨੇ। ਗ੍ਰੀਨ ਐਪਲ ਤਾਂ 2 ਵੀਕਾਂ ਜਾ ਕੇ ਬਣੇਗਾ, 15 ਦਿਨ ਮੇਰਾ ਲਿਖਿਆ ਨੁਕਸਾ। ਤੇ ਜਿਹੜਾ ਇਹ ਆ ਨਾ ਐਲੋਵੇਰਾ ਦਾ ਗੁੱਦਾ ਤੇ ਰੋਜ਼ ਮਾਰ ਲੈਣ, ਸਰੋਂ ਦਾ ਤੇਲ ਚੁਟਕੀ ਪਾ ਕੇ ਨਾ ਆਪਣਾ ਚੂਨਾ ਪਾ ਦੇਣ। ਇੱਕ ਇੱਥੇ ਲੇਡੀ ਦੇ ਸਾਰੇ ਸਰੀਰ 'ਚ ਬੇਟੇ ਗਿਲਟੀਆਂ ਹੀ ਗਿਲਟੀਆਂ ਹੋ ਗਈਆਂ, ਡਾਕਟਰ ਕਹਿੰਦੇ ਨੇ ਕੈਂਸਰ ਹੋ ਸਕਦੀ ਹੈ। ਸਿਰਫ ਆ ਮੈਂ ਇੰਨਾ ਹੀ ਦੱਸਿਆ ਸੀ, ਕਾਲੀ ਮਿਰਚ ਦਾ ਨਮਕ ਤੇ ਐਲੋਵੇਰਾ ਦਾ ਗੁੱਦਾ ਘਿਓ 'ਚ ਭੁੰਨ ਕੇ ਉਹ ਖਾਂਦੀ ਰਹੀ ਵਾਵਾ 200 ਗ੍ਰਾਮ, ਤੇ ਜੈਫਲ ਤੇ ਦਾਲਚੀਨੀ, ਸੁੰਡ, ਜਵੈਣ, ਕਾਲੀ ਮਿਰਚ ਕੁੱਟ ਕੇ ਤੇ ਉਹ ਜਿਹੜਾ ਸੀ ਨਾ ਉਹ 2 ਮਤਲਬ ਤੀਜਾ ਹਿੱਸਾ ਚਮਚੇ ਦਾ ਰਹਿੰਦੀ ਰਹੀ, ਅੱਧਾ ਮੈਂ ਗਰਮ ਹੈ ਥੋੜਾ ਥੋੜਾ ਲਾਏ। ਤੇ 15 ਦਿਨਾਂ ਬਾਅਦ ਉਹ ਮੈਨੂੰ ਕਹਿੰਦੀ ਕੱਲ ਵੀ ਮੇਰੀਆਂ ਗਿਲਟੀਆਂ ਕਾਫੀ ਹਟ ਗਈਆਂ ਤੇ ਮਾਮੂਲੀ ਜਿਹਾ ਨੁਕਸਾ ਹੈ, ਜੇ ਕੋਈ ਵਰਤ ਲਵੇ ਤਾਂ ਠੀਕ ਹੀ ਹੈ। ਜਿਹੜੇ ਬੱਚੇ ਨੂੰ ਟੱਟੀਆਂ ਲੱਗੀਆਂ ਛੋਟੇ ਜਿਹੇ ਨੂੰ, ਉਹ ਅਦਰਕ ਦਾ ਰਸ ਕੱਢ ਕੇ ਧੁੰਨੀ 'ਚ ਪਾਉਣ, ਥੋੜਾ ਜਿਹਾ ਛੋਟਾ ਬੱਚਾ ਹੈ ਤੇ ਉਹਨੂੰ ਚੁਟਕੀ ਹਿੰਗ ਵੀ ਦਹੀਂ 'ਚ ਪਾ ਕੇ ਦੇਣ। ਇੱਕ ਜਿਹੜੇ ਬੱਚੇ ਨੂੰ ਹਸਪੀਟਲ ਵਾਲਿਆਂ ਦੱਸਿਆ ਨਾ ਹੁਣ ਵੀ ਉਹ ਕਹਿੰਦੇ ਛੋਟਾ ਬੱਚਾ ਕੋਈ ਦੱਸੋ ਵੀ ਟੈਸਟ ਹੁੰਦੇ ਨੇ, ਉਹਨੂੰ ਦਹੀਂ ਦੇ ਵਿੱਚ ਨਾ ਥੋੜੀ ਥੋੜੀ ਹਲਦੀ, ਜਿੰਨੀ ਕੁ ਉਹਦਾ ਹਿਸਾਬ ਹੈ ਨਾ ਉਹਨੇ ਦਹੀਂ 'ਚ ਉਹਨੂੰ ਹਲਦੀ ਪਾ ਕੇ ਜ਼ਰੂਰ ਦੇਣ, ਉਹਨੂੰ ਆਰਾਮ ਆ ਜਾਏਗਾ। ਇੱਕ ਬੱਚੇ ਨੇ ਇੱਥੇ ਵੀ ਐਵੇਂ ਕਰ ਲਿਆ ਸੀ, ਬੱਚਿਆਂ ਦਾ ਧਿਆਨ ਤਾਂ ਨਹੀਂ ਕੀਤਾ ਜਾਂਦਾ, ਸਾਰਦੇ ਨੂੰ ਬਸ ਉਹ ਜਿਵੇਂ ਮਰਜ਼ੀ ਖੇਡੀ ਜਾਂਦੇ ਕਰੀ ਜਾਣ। ਤੇ ਇਹ ਜ਼ਰੂਰੀ ਹੈ ਬੱਚੇ ਇੱਕ ਧੁੰਨੀ ਜਿਹੜੇ ਉਹ ਟੱਟੀਆਂ ਵਾਲੇ ਜਿਹੜਾ ਸਾਲ ਦਾ ਬੱਚਾ ਧੁੰਨੀ 'ਚ ਪਾਉਣਗੇ ਨਾ ਆਪਣਾ ਰਸ ਅਦਰਕ ਦਾ ਕੱਢ ਕੇ, ਉਹਨੂੰ ਬੜਾ ਫਰਕ ਪਏਗਾ। ਇੱਕ ਹਿੰਗ ਚੁਟਕੀ ਕੋ ਨੂੰ ਦੇਣ ਤੇ ਹਿੰਗ ਚਾਉਂਦੀ ਧੁੰਨੀ 'ਚ ਵੀ ਘੋਲ ਕੇ ਲਾਉਣ ਤੇ ਬਿਲਕੁਲ ਉਹਨੂੰ ਆਰਾਮ ਆ ਜਾਣਾ। ਛੋਟੇ ਬੱਚੇ ਨੂੰ ਛੋਟੇ ਛੋਟੀਆਂ ਇਹਨਾਂ ਦੇ ਇਲਾਜ ਹੁੰਦੇ ਨੇ, ਬੱਚੇ ਨਿੱਕੇ ਨੇ। ਤੇ ਇੱਕ ਜਿਹੜੇ ਬਲੈਡਰ ਵਾਲੇ ਆ ਜੀ, ਮੇਰੇ ਬਲੈਡਰ 'ਚ ਇਨਫੈਕਸ਼ਨ ਬੈਠੇ ਆ ਤਾਂ ਆਈਓ ਇਨਫੈਕਸ਼ਨ ਦੀ ਦਵਾਈ ਹੈਗੀ ਜੀ, ਵਰਤੋ ਤੇ ਇਹਦੇ ਨਾਲ ਹੀ ਸਾਰੇ ਆਰਾਮ ਆ ਜਾਂਦੇ। ਜਿਹੜਾ ਸੁੱਕਾ ਧਨੀਆ, ਜੰਗ ਹਰੜ, ਸੁੰਡ ਤੇ ਜੌਂ ਖਾਰ, ਸੁਹਾਗਾ, ਕਾਲੀ ਕਲਮੀ ਛੋਰਾ ਤੇ ਠਿਕਰੀ ਸਾਦਰ 10 ਗ੍ਰਾਮ ਪਾਓ, ਬਾਕੀ ਸਾਰਾ ਸਮਾਨ 20-20 ਗ੍ਰਾਮ ਪਾ ਕੇ ਬੱਕਰੀ ਦੁੱਧ ਲੱਭਿਆ ਕਰੋ, ਆਮ ਮਿਲ ਜਾਂਦਾ ਜਿੱਥੇ ਵੀ ਉਹ ਹੈਗੇ ਨੇ। ਕੱਚੀ ਲੱਸੀ ਬਣਾ ਕੇ ਨਾ ਉਹਦੇ ਨਾਲ ਲੈਣ ਨਾ ਚਮਚੇ ਦਾ ਚੌਥਾ ਹਿੱਸਾ ਤੇ ਬੜੀ ਛੇਤੀ ਆਰਾਮ ਆ ਜਾਂਦਾ ਹੈ। ਬੱਕਰੀ ਦਾ ਦੁੱਧ ਇੱਕ ਮੈਡੀਸਨ 'ਚ ਗਿਣਿਆ ਜਾਂਦਾ ਹੈ। ਇੱਕ ਜਿਹੜੇ ਕਹਿੰਦੇ ਨੇ ਬਹੁਤ ਸੌਖਾ ਜਿਹਾ ਕੰਮ ਜੇ, ਕੀਵੀ ਫਰੂਟ ਦਿਨ 'ਚ 3-4 ਖਾ ਲਓ ਤੇ ਬੱਕਰੀ ਦਾ ਦੁੱਧ 2 ਟਾਈਮ ਪੀਓ ਤੇ 5-7 ਦਿਨਾਂ 'ਚ ਤੁਹਾਡਾ ਆਪਣਾ ਜਿਹੜੇ ਸੈੱਲ ਨੇ ਰੈੱਡ ਵਾਈਟ ਹੋਏ ਰੈੱਡ ਹੋ ਜਾਣਗੇ। ਤੇ ਕੋਈ ਵੱਡੀ ਗੱਲ, ਸਟੈਂਟ ਵਾਲਾ ਤਾਂ ਕੱਪ ਵਾਲੀ ਦਵਾਈ ਨਾ ਛੱਡਣ, ਸਵੇਰੇ 2 ਚਮਚੇ ਪੀ ਲੈਣ, 1 ਚਮਚਾ ਪੀ ਗਰਮ ਪਾਣੀ ਪੀ ਲੈਣ, ਥੋੜਾ 2-4 ਘੁੱਟ। ਜਿੰਨੇ ਵੀ ਸਟੈਂਟ ਪਾਏ ਨੇ, ਜਿਨ੍ਹਾਂ ਦੀ ਸਰਜਰੀ ਹਾਰਟ ਦੀ ਹੋਈ ਬੜੀ ਜ਼ਰੂਰੀ ਹੈ। ਗੈਸ ਕਸਟਰੋਲ ਵਾਲੇ ਵੀ ਲੈ ਸਕਦੇ ਨੇ, ਉਹਨਾਂ ਨੂੰ ਬੜਾ ਆਰਾਮ ਆਇਆ। ਜਿਹੜੇ ਵੀ ਕਿਡਨੀ ਵਾਸਤੇ ਧਨੀਆ ਉਬਾਲਦੇ ਨੇ, ਛੱਲੀ ਦੇ ਵਾਲ ਜ਼ਰੂਰ ਪਾਓ, 1 ਗੁੱਥੀ ਪਾ ਲਿਆ ਕਰੋ ਕੱਟ ਕੇ, 3 ਛਲੀਆਂ ਦੇ ਵਾਲ ਪਾ ਲਓ, 2 ਕਿਲੋ ਪਾਣੀ ਉਬਾਲ ਲਓ। ਜਿਹੜੇ ਵੇਖੋ ਨਾ ਤੀਜਾ ਹਿੱਸਾ ਚੌਥਾ ਹਿੱਸਾ ਉਬਲ ਗਿਆ, ਉਹਨੂੰ ਪੁਣ ਕੇ 2 ਦਿਨਾਂ 'ਚ ਪੀ ਲਓ ਤੇ ਫਿਰ ਉਬਾਲ ਲਓ, ਤੁਹਾਨੂੰ ਬੜੀ ਛੇਤੀ ਆਰਾਮ ਆਵੇਗਾ। ਇਹ ਧਨੀਆ ਵਾਲਾ ਤਾਂ ਬਹੁਤ ਅੱਛਾ ਹੈ, ਜਿਹਨੂੰ ਵੀ ਰਾਮ ਭਾਈ ਸਾਹਿਬ ਕਹਿੰਦੇ ਨਾ ਮੈਂ ਕਮਰ ਦੁਖਦੀ। ਹੁਣ ਅਖਰੋਟ ਭਖੜਾ ਪਾਊਡਰ 100 ਗ੍ਰਾਮ, ਆਟਾ ਲੈ ਲਓ ਕਿਲੋ ਕੁ, ਉਹਨੂੰ ਭੁੰਨ ਕੇ ਘਿਓ ਦੇ ਵਿੱਚ ਅਖਰੋਟ ਕੁੱਟ ਕੇ ਪਾ ਲਓ, ਜਿੰਨੇ ਮਰਜ਼ੀ ਪਾਓ ਤੇ 100-200 ਗ੍ਰਾਮ ਤੋਂ ਜ਼ਿਆਦਾ 100 ਗ੍ਰਾਮ ਤੋਂ ਨਹੀਂ ਪਾਉਣੇ। ਭਖੜਾ 100 ਗ੍ਰਾਮ ਪਾ ਲਓ ਤੇ ਮੇਥੇ 50 ਗ੍ਰਾਮ ਪੀਸ ਕੇ ਨਾ ਗਰਮ ਜਿਹੜਾ ਆਟਾ ਭੁੱਜਿਆ ਉਹਦੇ ਵਿੱਚ ਹੀ ਪਾ ਦਿਆ ਜੇ। ਤੇ ਜੇ ਭੁੰਨ ਕੇ ਪੀਸਣਾ ਤਾਂ ਕਰ ਲਓ ਜਿਵੇਂ ਮਰਜ਼ੀ, ਆਟਾ ਘਿਓ 'ਚ ਲਾਲ ਬਰਾਊਨ ਕਰ ਲਓ ਚੰਗੀ ਤਰ੍ਹਾਂ। ਅਸ਼ਵਗੰਧਾ 50 ਗ੍ਰਾਮ, ਕਮਰਕਸ 50 ਗ੍ਰਾਮ ਤੇ ਸੁੱਕਾ ਨਾਰੀਅਲ ਕੱਦੂਕੀਸਾ 50 ਗ੍ਰਾਮ। ਇਹਨੂੰ ਸਾਰਿਆਂ ਨੂੰ ਪੰਜੀਰੀ ਬਣਾ ਕੇ ਨਾ ਖਾਣ, ਜਿਹੜਾ ਜਿੰਨੀਆਂ ਚੀਜ਼ਾਂ ਮੈਂ ਦੱਸੀਆਂ ਨੇ। ਰਾਤ ਨੂੰ ਇੱਕ ਗਰਮ ਤੇਲ ਜਿਹੜਾ 12 ਚੀਜ਼ਾਂ ਵਾਲਾ ਮਲ ਕੇ ਗਰਮ ਪੱਟੀ ਵਾਂਗੇ ਥੱਲੇ ਸੌਣ ਪੱਤੇ ਤੇ 2-4 ਦਿਨ ਹੀ ਲੰਘਣਗੇ। ਨਾਲ ਜਿਹੜੀ ਮੈਂ ਪਹਿਲਾਂ ਦੱਸ ਗਈ ਗਿਲਟੀਆਂ ਵਾਲਾ, ਇਹ ਦਵਾਈ ਲੈਣ ਤੋਂ ਉਹਨਾਂ ਨੂੰ ਬੜਾ ਪੇਟ ਵਾਲਾ ਫੋੜਾ ਦੱਸਣ ਲੱਗੀਆਂ। ਜਿੰਨੇ ਵੀ ਲਿਆ ਉਹਨੂੰ ਆਰਾਮ ਆ ਗਿਆ। ਤਾਂ ਪਿੱਤ ਪਾਪੜਾ ਜਿਹੜਾ ਹੈ ਇਹ ਬੜਾ ਜ਼ਰੂਰੀ ਹੈ, ਮੈਂ ਇਹ ਦਵਾਈ ਨਾਲ ਬੜਾ ਆਰਾਮ ਆਉਂਦਾ। ਮੈਂ ਛੋਟਾ ਜਿਹਾ ਕੱਚ ਦਾ ਗਲਾਸ ਅੱਧਾ ਕੁ ਪਾਣੀ ਦੇ ਵਿੱਚ 1 ਚਮਚਾ ਭਰ ਕੇ ਡੋਬ ਦਿੰਦੀ ਸੀ ਰਾਤ ਨੂੰ। ਸਵੇਰੇ ਮੈਂ ਕੌਲੀ ਸਟੀਲ ਦੀ 'ਚ ਪਲਟ ਕੇ ਰੱਖ ਦੇਣਾ ਥੋੜੀ ਅੱਗ ਤੇ 2 ਚਮਚੇ ਰਹਿੰਦਾ। ਮੈਂ ਕੱਪੜੇ ਨਾਲ ਘੁੱਟ ਕੇ ਪੁਣ ਕੇ ਮੈਂ 2 ਚਮਚੇ ਹੀ ਪੀਂਦੀ ਰਹੀ।
ਮੈਨੂੰ ਮੈਂ ਪੀਤਾ ਤਾਂ ਮਹੀਨਾ ਕੁ, ਮੁੜ ਕੇ ਮੈਨੂੰ ਐਲਰਜੀ ਨਹੀਂ ਹੋਈ। ਵੇਖ ਲਓ ਇੰਨੀ ਅੱਛੀ ਦਵਾਈ ਹੈ। ਉਹ ਆਨੇ ਸੁੱਕਾ ਨਾ ਪਾਓ, ਨਾ ਥੋੜਾ ਪਾਣੀ ਪਾਓ, ਅੱਧਾ ਛੋਟਾ ਗਲਾਸ ਪਾ ਕੇ ਰਾਤੀ ਰੱਖੋ, ਚਮਚਾ ਪਿਓ ਕੇ ਸਵੇਰੇ ਨੂੰ ਥੋੜਾ ਉਬਲਣ ਦਿਓ। ਜਿਹੜੇ 2 ਚਮਚੇ ਰਵੇ ਮਾਰ ਕੇ ਜਾਂ ਕੱਪੜੇ ਨਾਲ ਪੁਣੋ, ਹੱਥ ਨਾਲ ਕੁੱਟ ਕੇ ਅਸਰ ਨਿਕਲ ਆਵੇਗਾ। ਇੱਕ 1.5 ਕਿਲੋ ਜਿਹੜਾ ਨਾ ਆਟਾ ਭੁੰਨ ਲੈਣ ਘਿਓ 'ਚ, ਤੇ 200 ਗ੍ਰਾਮ ਚਾਸਕੂ ਭੁੰਨ ਕੇ ਪੀਸ ਲੈਣ, ਤੇ ਸਰੋਂ ਦੇ ਤੇਲ 'ਚ ਪੰਜੀਰੀ ਬਣਾ ਕੇ ਵਿੱਚ 1.5 ਕਿਲੋ ਆਟੇ ਦੇ ਵਿੱਚ ਥੋੜਾ ਜਿਹਾ ਖੋਇਆ ਤੇ ਥੋੜੇ ਬਦਾਮ ਕੁੱਟ ਕੇ ਪਾ ਲੈਣ, ਹੋਰ ਕੁਛ ਨਹੀਂ ਪਾਉਣਾ। ਇਹ 2 ਕੁ ਵਾਰੀ ਖਾ ਲੈਣ ਤੇ ਜਿਹੜਾ ਪਿੱਤ ਪਾਪੜਾ ਪੀਣ ਤੇ ਜਿੰਨੇ ਵੀ ਉਹਨਾਂ ਦੇ ਉਹ ਹੈਗੇ ਨਾ ਆਪਣੇ ਫੋੜੇ ਫਾੜੇ ਉਹ ਹਟ ਜਾਣਗੇ। ਇੱਕ ਉਹ ਕਹਿੰਦੇ ਛੋਟੇ ਬੱਚਾ ਤੁਰ ਨਹੀਂ ਸਕਦਾ, ਬੋਲਦਾ ਨਹੀਂ, ਬੋਲਣ ਵਾਲਾ ਤਾਂ ਸੱਤ ਕਈਆਂ ਨੂੰ ਬੋਲ ਪਏ ਬੱਚੇ ਛੋਟੇ ਛੋਟੇ, ਵੀ ਥੋੜੇ ਸੌਂ ਪਾਣੀ ਲੈ ਲਓ ਕੱਪ ਕ, ਉਹਦੇ ਜੇ ਛੋਟਾ ਬੱਚਾ ਤਾਂ ਚਮਚਾ ਪਾ ਲਓ ਅੱਧਾ ਕੱਪ, ਜੇ ਵੱਡਾ ਤਾਂ 2 ਚਮਚੇ ਸੌਂਫ ਪਾ ਕੇ ਨਾ ਉਬਾਲ ਲਓ ਮਿਸ਼ਰੀ ਪਾ ਕੇ। ਜਿਹੜੇ ਥੋੜਾ ਰਹਿ ਜਾ ਕੁੱਟ ਕੇ ਐਵੇਂ ਦੁੱਧ ਪਾਉਣਾ, ਜ਼ਿਆਦਾ ਨਹੀਂ ਪਾਉਣਾ, ਸੌਂਫ ਦੀ ਚਾਹ ਹੀ ਸਮਝ ਲਓ। ਉਹਨੂੰ ਰੋਜ਼ ਪਿਆਓ। ਤੇ ਖੀਰੇ ਦੇ ਬੀਜ ਜਿਹੜੇ ਇਹਨਾਂ ਨੂੰ ਦੁੱਧ ਨਾਲ ਦਿਓ, ਚਿੱਤ ਕੇ ਕੁੱਟ ਕੇ ਦੇ ਦਿਓ, ਚਿੱਤ ਕੇ ਖਾ ਸਕੇ। ਇੱਕ ਬਦਾਮ ਤੇ ਰਾਤੀ ਭਿਉਂ ਕੇ ਰੱਖੋ, ਬੱਚੇ ਦੇ ਹਿਸਾਬ ਨਾਲ ਜਾਂ ਵੱਡੇ ਦੇ ਹਿਸਾਬ ਨਾਲ। ਸਵੇਰੇ ਅੰਗੂਰਾਂ ਦੀ ਖੰਡ ਤੇ ਮੱਖਣ ਪਾ ਕੇ 2 ਜਾਂ 3 ਚੀਜ਼ਾਂ ਮੇਰੀਆਂ ਦੇਣ ਤੇ ਬਿਲਕੁਲ ਉਹਨਾਂ ਨੂੰ ਆਰਾਮ ਆ ਜਾਏਗਾ। ਇੱਕ ਉਹਨਾਂ ਨੇ ਕਿਹਾ ਸੀ ਤੁਰਦੇ ਨਹੀਂ, ਮੈਂ ਇੰਗਲ ਪਸਮ 2 ਤੋਲੇ ਲੈ ਲਓ, ਲੋ ਪਸਮ 2 ਤੋਲੇ, ਰੂਪਾ ਪਸਮ 1 ਤੋਲਾ। ਉਹ ਬੱਚਾ ਹੈ ਉਹਨੂੰ ਰਲਾ ਕੇ ਮਿਕਸ ਕਰਕੇ ਨਾ, ਜਿਵੇਂ ਚੌਲ ਹੁੰਦਾ ਨੇ ਇੰਨੀ ਕੁ ਉਹਨੂੰ ਮਲਾਈ 'ਚ ਦਿੰਦੇ ਰਹਿਣ ਨਾ, ਉਹਨੂੰ ਬੜਾ ਫਰਕ ਪਏਗਾ। ਤੇ 12 ਚੀਜ਼ਾਂ ਤੇਲ ਦੀ ਮਾਲਿਸ਼ ਕਰਨੀ ਹੈ, ਜਿਹੜੀ ਟੁੰਡਰੀ ਥੱਲੇ ਟੁੰਡਰੀ ਤੋਂ ਲੈ ਕੇ ਚੋਟੀ ਤੱਕ ਮਲਣ ਤੇ ਗਿੱਟਿਆਂ ਕੋਲ ਲੱਤਾਂ ਨੂੰ ਉਤਾਂ ਤੱਕ ਮਲਣ, ਉਹਨਾਂ ਨੂੰ ਬਹੁਤ ਆਰਾਮ ਆ ਜਾਏਗਾ। ਮੇਰਾ ਲਾਸਟ ਨੂੰ ਕਿਹਾ ਜਿਹੜੇ ਲੱਤਾਂ ਨਾ ਕੰਬਦੀਆਂ ਨੇ ਹੋਣੇ, ਉਹਦਾ ਇਲਾਜ ਕਰੋ। ਇੱਥੇ ਤੇਲ ਉਹ ਨਹੀਂ ਮਿਲਣਾ, ਤੇ ਅੱਕ ਦੇ ਪੱਤੇ ਤਿਲਾਂ ਦੇ ਤੇਲ 'ਚ ਸਾੜ ਕੇ ਨਾ ਥੋੜੀ ਫੀਮ ਪਾ ਕੇ ਜਿੱਥੇ ਕੰਬਣੀ ਨਾ ਉਹਨੂੰ ਮਾਲਿਸ਼ ਕਰਨ, ਰਾਤ ਨੂੰ ਕੱਪੜਾ ਵਲੇਟਣ, ਛੇਤੀ ਆਰਾਮ ਆ ਜਾਏ। ਵਿਟਾਮਿਨ C ਖਾਓ, ਮਲਟੀਪਲ ਵਿਟਾਮਿਨ ਖਾਓ। ਇੱਕ ਫਿਸ਼ ਬੜੀ ਜ਼ਰੂਰੀ, ਜਿਹਨੂੰ ਕੰਬਲ ਆ ਨਾ ਸਰੀਰ ਬੜੀ ਜ਼ਰੂਰੀ, ਜਿਹੜਾ ਮੀਟ ਖਾ ਸਕਦਾ। ਚਮਨ ਪ੍ਰਾਸ਼ ਦੁੱਧ ਨਾਲ ਖਾਣ, ਉਹਨਾਂ ਨੂੰ ਆਰਾਮ ਆ ਗਿਆ। ਜੋ ਓਕੇ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਸਤਵੰਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ 2 ਤਾਂ ਫੀਡਬੈਕ ਦਊਂਗੀ ਤੇ ਮੈਨੂੰ ਦੱਸੋ, ਮੇਰੀਆਂ ਲੱਤਾਂ ਬਹੁਤ ਦੁਖਦੀਆਂ ਬਲਵਿੰਦਰ ਭੈਣ ਜੀ, ਠੀਕ ਆ, ਬਹੁਤ ਜ਼ਿਆਦਾ ਦੁਖਦੀਆਂ। ਤੇ ਮੈਂ 10 ਰੋਜ਼ ਫੂਡ ਮਖਾਣੇ ਖਾਂਦੀ ਆ, ਜਗਵੀਰ ਜੀ ਨੇ ਦੱਸਿਆ ਸੀ। ਤੇ ਜੇ ਮੈਂ ਕਾਲੀਆਂ ਮਿਰਚਾਂ ਖਾਂਦੀ ਉਹਦੇ ਨਾਲ ਮੈਨੂੰ ਗਰਮੀ ਹੋ ਜਾਂਦੀ, ਮੈਨੂੰ ਖੁਸ਼ਕੀ ਨਾਲ ਖੰਘ ਬਹੁਤ ਆਉਂਦੀ, ਉਹ ਮੈਂ ਖਾ ਨਹੀਂ ਸਕਦੀ, ਉਦਾਂ ਮੈਂ ਬਣਾਈਆਂ ਪਈਆਂ। ਠੀਕ ਹੈ ਜੀ। ਹਾਂਜੀ, ਤੇ ਮੈਂ ਤੁਹਾਨੂੰ ਪੁੱਛਿਆ ਸੀ ਵੀ ਮੇਰਾ BP ਬਹੁਤ ਵੱਧਦਾ, ਤੇ ਤੁਸੀਂ ਇੱਥੇ ਦੱਸਿਆ ਸੀ ਆਪਣੇ ਰੇਡੀਓ ਤੇ ਗੁਰਮੀਤ ਭੈਣ ਜੀ ਹੁਣਾਂ ਨੇ ਵੀ ਕੱਚਾ ਦੁੱਧ ਤੇ ਉਹਦੇ ਵਿੱਚ ਸੌਂਫ ਮਿਸ਼ਰੀ ਪਾ ਕੇ ਤੁਸੀਂ ਗ੍ਰੈਂਡ ਕਰਕੇ ਉਹ ਰੱਖੋ ਤੇ ਉਹ ਪੀਆ ਕਰੋ। ਉਹ ਮੈਂ ਪੀਂਦੀ ਆ। ਤੇ ਉਹਦੇ ਵਿੱਚ ਮੈਨੂੰ ਕਿਸੇ ਹੋਰ ਨੇ ਦੱਸਿਆ ਵੀ ਥੋੜਾ ਜਿਹਾ ਵਿੱਚ ਸੀਆ ਸੀਡ ਤੇ ਤਤੀਰਾ ਗੂੰਦ ਤੁਸੀਂ ਰਾਤ ਨੂੰ ਪੀ ਲਓ। ਉਹ ਮੈਂ ਰੋਜ਼ਾਨਾ ਹੀ ਲੈਂਦੀ ਤੇ ਮੇਰਾ BP ਬਿਲਕੁਲ ਕੰਟਰੋਲ ਵਿੱਚ ਆ ਹੁਣ। ਠੀਕ ਹੈ। ਚੀਆ ਸੀਡ ਤੇ ਨਹੀਂ, ਕਤੀਰਾ ਗੂੰਦ ਉਹਦੇ ਨਾਲ ਜਾਂਦਾ। ਚੀਆ ਸੀਡ ਤਾਂ ਉਦਾਂ ਹੀ ਬਹੁਤ ਚੰਗੇ ਹੈਗੇ ਆ, ਉਦਾਂ ਲੈ ਲੈਣੇ ਤੁਸੀਂ, ਬਹੁਤ ਹੀ ਵਧੀਆ ਕੰਮ ਨਿਬੇੜ ਦਿੰਦੇ ਸਵੇਰੇ ਸਵੇਰੇ। ਹਾਂਜੀ, ਮੈਂ ਦੋਨੇ ਚੀਜ਼ਾਂ ਮਿਲਾ ਕੇ ਰੱਖੀਆਂ ਹੋਈਆਂ ਤੇ ਮਿਸ਼ਰੀ ਦੇ ਵਿੱਚ ਜੋ ਪਾਉਣ ਲੱਗਦੀ ਉਦੋਂ ਫਿਰ ਮੈਂ ਉਹਦੇ ਵਿੱਚ ਦੁੱਧ ਤੇ ਰਲਾ ਲੈਂਦੀ ਹਾਂ, ਫਿਰ ਮੈਂ ਉਹ ਪੀਂਦੀ ਹਾਂ, ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਆ। ਠੀਕ ਹੈ ਜੀ। ਇੱਕ ਤੁਸੀਂ ਇੱਥੇ ਦੱਸਿਆ ਸੀ ਸ਼ੂਗਰ ਦੀ ਜਿਹੜੀ ਦਵਾਈ, ਤੇ ਉਹਦੇ ਨਾਲ ਮੈਨੂੰ ਸ਼ੂਗਰ ਵੀ ਮੇਰੀ ਬਸ 120 130 ਕਦੀ ਹੁੰਦੀ, 120 ਹੁੰਦੀ ਆ। ਤੇ ਇੱਕ ਮੇਰੇ ਦਾਗ ਬਾਹਾਂ ਤੇ ਮੈਨੂੰ ਸ਼ੂਗਰ ਵੀ ਇੰਨੀ ਵੀ ਹੈ ਨਹੀਂ ਕਿ, ਤੇ ਮੇਰੇ ਬਲਵਿੰਦਰ ਭੈਣ ਜੀ ਮੇਰੇ ਦਾਗ ਪੈ ਜਾਂਦਾ, ਪ੍ਰੈਸ ਲੱਗ ਗਈ ਜਾਂ ਕੜਛੀ ਲੱਗ ਗਈ ਗਰਮ, ਤੇ ਉਹ ਤੋਂ ਬਲੈਕ ਹੋ ਜਾਂਦਾ, ਮੇਰੇ ਦਾਗ ਹਟਦੇ ਨਹੀਂ, ਉਹਦਾ ਮੈਨੂੰ ਇਲਾਜ ਦੱਸੋ। ਹਾਂਜੀ, ਦਾਗ ਹਟਦੇ ਕਿਉਂ ਨਹੀਂ ਇਹ ਆਪਾਂ ਜ਼ਰੂਰ ਪੁੱਛਦੇ ਹੈਗੇ ਆ। ਤੇ ਸ਼ੂਗਰ ਵਾਲੀ ਕਿਹੜੀਆਂ ਜਿਹੜੀਆਂ ਉਹ 5 ਚੀਜ਼ਾਂ ਸੀਗੀਆਂ? ਹਾਂਜੀ ਹਾਂਜੀ, ਹਾਂ ਉਹਨਾਂ ਤੇ ਬਹੁਤ ਜ਼ਿਆਦਾ ਮੈਨੂੰ ਫਰਕ ਆ, ਬਿਲਕੁਲ ਮੈਂ ਠੀਕ ਆ। ਠੀਕ ਹੈ, ਥੈਂਕ ਯੂ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਤਾਂ ਆ ਮੈਨੂੰ ਤੁਸੀਂ ਜ਼ਰੂਰ ਦੱਸੋ। ਮੇਰੇ ਬਹੁਤ ਜ਼ਿਆਦਾ ਬਾਹਾਂ ਕਾਲੀਆਂ, ਮੈਂ ਪੂਰੀ ਬਾਂਹ ਦਾ ਕਮੀਜ਼ ਪਾਉਣੀ ਆ। ਠੀਕ ਹੈ ਜੀ। ਤੇ ਜੇ ਕਿਤੇ ਲੱਗ ਜਾਏ ਕਾਲਾ ਹੋ ਜਾਂਦਾ ਉੱਥੋਂ। ਕੋਈ ਨਹੀਂ, ਉਹ ਵੀ ਆਪਾਂ ਪੁੱਛਦੇ ਹਾਂ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂਜੀ, ਆ ਬਿਲਕੁਲ ਉੱਦਾਂ ਵੈਸੇ ਜੇ ਤੁਹਾਡੇ ਸਰੀਰ 'ਤੇ ਕਿਤੇ ਦਾਗ ਪੈ ਜਾਂਦਾ ਨਾ, ਕਹਿੰਦੇ ਉੱਥੇ ਨਾਰੀਅਲ ਦਾ ਤੇਲ ਲਾਉਂਦੇ ਰਹੋ ਤਾਂ ਉਹਦੇ ਨਾਲ ਤੁਹਾਡਾ ਉਹ ਲਾਈਟ ਹੋ ਜਾਂਦਾ ਸਾਰਾ ਸਕਿਨ ਜਿਹੜੀ ਆ। ਬਖਸ਼ੋ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਨੱਕ ਚੋਂ ਸਮੈਲ ਨਹੀਂ ਆਉਂਦੀ, ਇੱਕ ਦੂਜਾ ਕੋਈ ਚੀਜ਼ ਟੇਸਟ, ਕਿਸੇ ਵੀ ਚੀਜ਼ ਦਾ ਟੇਸਟ ਨਹੀਂ ਆਉਂਦਾ। ਟੇਸਟ ਨਹੀਂ ਆਉਂਦਾ, ਠੀਕ ਹੈ। ਹਾਂਜੀ, ਮੂੰਹ ਦਾ ਟੇਸਟ ਖਰਾਬ ਜਿਹਾ ਹੋਇਆ ਹੈ, ਕੋਈ ਚੀਜ਼ ਖਾਣੇ ਕੋ ਨਹੀਂ ਪਤਾ ਲੱਗਦਾ ਕੀ ਖਾਣੇ। ਠੀਕ ਹੈ ਜੀ। ਹਾਂਜੀ, ਜ਼ਰੂਰ ਦੱਸੋ। ਥੈਂਕ ਯੂ ਜੀ, ਥੈਂਕ ਯੂ। ਤੇ ਸਰੋਤੇ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਦਾ ਟਾਈਮ ਹੁੰਦਾ, ਬ੍ਰੇਕ ਲੈ ਕੇ ਅਸੀਂ ਵਾਪਸ ਆਉਂਦੇ। ਜੇ ਤੁਸੀਂ ਵੀ ਕਿਸੇ ਨੇ ਹਜੇ ਕੋਈ ਇਲਾਜ ਦੱਸਣਾ ਆ, ਪੁੱਛਣਾ ਆ, ਫੀਡਬੈਕ ਦੇਣੀ ਆ,
ਉਹ ਤੁਸੀਂ ਦੇ ਸਕਦੇ ਆ 408 272 5200 ਤੇ ਕਾਲ ਕਰਕੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਦੂਸਰੇ ਤੋਂ ਹੋਮ ਰੈਮਡੀਜ਼ ਪੁੱਛਦੇ ਹਾਂ। ਜੇ ਤੁਹਾਡੇ ਕੋਲ ਕਿਸੇ ਕੋਲ ਕੋਈ ਵੀ ਇਲਾਜ ਹੁੰਦਾ ਆ ਤੇ ਉਹ ਤੁਸੀਂ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ, ਫੀਡਬੈਕ ਜ਼ਰੂਰ ਦਿਆ ਕਰੋ। ਕਿਹੜੀ ਵੀ ਪ੍ਰੋਬਲਮ ਤੋਂ ਕਿਹੜੀ ਚੀਜ਼ ਲਈ ਆ ਉਹਦੀ ਫੀਡਬੈਕ ਪਲੀਜ਼ ਜ਼ਰੂਰ ਦੇ ਦਿਆ ਕਰੋ। ਤੁਸੀਂ ਇੱਕ ਦੂਸਰੇ ਦਾ ਭਲਾ ਕਰ ਰਹੇ ਹੁੰਦੇ ਜਦੋਂ ਤੁਸੀਂ ਇਲਾਜ ਦੱਸ ਰਹੇ ਹੁੰਦੇ ਆ। ਅਤੇ ਇਸ ਦੇ ਵਿੱਚ ਦੱਸ ਦਈਏ ਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਮਰੀਜ਼ ਸਰੋਤੇ ਹੀ ਸਾਡੇ ਡਾਕਟਰ ਆ। ਅਤੇ ਤੁਸੀਂ ਜਿਹੜੀ ਚੀਜ਼ ਲੈਂਦੇ ਹੈਗੇ ਜਿਸ ਤਰ੍ਹਾਂ ਦੱਸੀਆਂ ਹੁੰਦੀਆਂ ਉਹ ਲੈ ਲਓ, ਕਿਉਂਕਿ ਇਹ ਸੌਖਾ ਕੰਮ ਹੈਗਾ ਜੀ। ਜਦੋਂ ਡਾਕਟਰ ਨਹੀਂ ਸੀ ਹੁੰਦੇ ਉਦੋਂ ਮੇਰਾ ਖਿਆਲ ਦੇ ਵਿੱਚ ਇਲਾਜ ਇਹਨਾਂ ਚੀਜ਼ਾਂ ਦੇ ਨਾਲ ਹੀ ਹੁੰਦਾ ਸੀਗਾ। ਇਹੀ ਚੀਜ਼ਾਂ ਲੈ ਕੇ ਲੋਕੀ ਠੀਕ ਹੁੰਦੇ ਸੀ। ਅਤੇ ਚੱਲਾਂਗੇ ਹੁਣ ਤੁਹਾਡੀ ਇਹ ਕਾਲ ਸਵਾਲ। ਉਸ ਤੋਂ ਪਹਿਲਾਂ ਦੱਸੀਏ ਕਿ ਇਹ ਜਿਹੜਾ ਪ੍ਰੋਗਰਾਮ ਆ ਇਹ ਤੁਸੀਂ ਐਤਵਾਰ ਨੂੰ ਵੀ ਰਿਪੀਟ ਸੁਣਨਾ ਆ ਅਤੇ ਉਸ ਦੇ ਵਿੱਚ ਕਾਲ ਕੋਈ ਨਹੀਂ ਲਈ ਜਾਣੀ। ਵੈਸੇ ਇਹ ਜਿਹੜਾ ਪ੍ਰੋਗਰਾਮ ਹੈ ਰੇਡੀਓ 'ਤੇ ਹੁੰਦਾ ਜਦੋਂ, ਅਤੇ ਉੱਦਾਂ ਵੈਸੇ ਇਹਨਾਂ ਪ੍ਰੋਗਰਾਮਾਂ ਨੂੰ YouTube 'ਤੇ ਵੀ ਤੁਸੀਂ ਸੁਣ ਸਕਦੇ ਆ। ਉਹਦੇ ਤੋਂ ਵੀ ਤੁਸੀਂ ਇਲਾਜ ਆ ਜਿਹੜੇ ਉਹਨਾਂ ਨੂੰ ਸਬਸਕ੍ਰਾਈਬ ਕਰ ਲਓ। ਉਹ ਜਦੋਂ ਵੀ ਅਪਲੋਡ ਹੁੰਦੀਆਂ ਤੁਹਾਨੂੰ ਉਹ ਨਾਲ ਦੀ ਨਾਲ ਆ ਜਾਇਆ ਕਰਨੀਆਂ, ਤੁਸੀਂ ਉਹਨਾਂ ਤੋਂ ਇਲਾਜ ਸੁਣ ਸਕਦੇ ਆ। ਇਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ। ਜਦੋਂ ਇਲਾਜ ਸੁਣੋਗੇ ਤੁਸੀਂ ਕਿਸੇ ਨੂੰ ਦੱਸ ਸਕੋਗੇ ਆਪਣੀ ਜ਼ਿੰਦਗੀ ਦੇ ਵਿੱਚ। ਅਤੇ ਬਹੁਤ ਸਾਰੇ ਇਲਾਜ ਪੁੱਛੇ ਵੀ ਗਏ ਆ। ਭਾਈ ਸਾਹਿਬ ਨੇ ਨੋਹਾਂ ਦਾ ਵੀ ਪੁੱਛਿਆ ਸੀਗਾ, ਉਹ ਵੀ ਜੇ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦੱਸਦਾ ਹੋ। ਅਤੇ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਹੜਾ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਪਰਮਿੰਦਰ ਸਿੰਘ ਜੀ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾਂ ਟਰਲਿਕ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗੁਰਮੀਤ ਸਿੰਘ ਚੱਲੀ ਐਸਕਲੋਨ, ਬੇਅੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਵੰਤ ਕੌਰ ਸੇਖੋਂ ਯੂਨੀਅਨ ਸਿਟੀ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰ ਦਿਓ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ, ਤੁਹਾਡੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਜੁੜੇ ਹੋਏ ਨੇ ਸਾਡੇ ਨਾਲ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਿਛਲੇ ਪ੍ਰੋਗਰਾਮ ਦੋ ਚ ਮੈਂ ਸੁਣਿਆ ਜਿਹਦਾ ਮਾਤਾ ਕਹਿੰਦੀ ਜਿਹਦਾ ਸਿਰ ਦਰਦ ਲਈ ਉਹਨਾਂ ਨੇ ਇੱਕ ਜੁੱਟ ਨਾਰੀਅਲ ਨੂੰ ਕਹਿੰਦੇ, ਇੱਕ ਜੁੱਟ ਦੱਸਿਆ ਨਹੀਂ ਗੋਲਾ ਠੂਠੀ ਵਰਗਾ ਹੁੰਦਾ ਆ, ਪਰ ਉਹ ਕੱਟਿਆ ਨਹੀਂ ਹੁੰਦਾ, ਜੇ ਨਹੀਂ ਹੁੰਦੀ ਉਹਨਾਂ ਨੂੰ ਕਿਉਂ ਇੱਕ ਜੁੱਟ ਦੇ ਦਿਓ। ਅੱਛਾ, ਜਾਨੀ ਆਮ ਸਟੋਰ ਤੇ ਇੰਡੀਅਨ ਸਟੋਰ ਤੇ ਮਿਲ ਜਾਂਦਾ। ਹਾਂਜੀ, ਤਾਂ ਮਿਲ ਜਾਣਾ ਪੂਰਾ। ਹਾਂਜੀ, ਦੂਜਾ ਉਹਨਾਂ ਨੇ ਕਿਹਾ ਸੀ ਨਾ ਬਈ ਇਹਦੇ ਚੋਂ ਚਾਸਣੀ ਕੱਢ ਲੈਣੀ, ਵੀ ਚਾਸਣੀ ਉਹ ਰਸ ਹੋ ਗਿਆ ਵਿੱਚ ਦਾ। ਨਹੀਂ ਭਾਜੀ, ਜਦੋਂ ਚਾਹੋਗੇ ਤੁਹਾਨੂੰ ਪਤਾ ਲੱਗ ਜਾਣਾ ਕੀ ਆ। ਓਕੇ, ਦੂਜਾ ਉਹਨਾਂ ਨੇ ਇਹ ਕਿਹਾ ਚਲੋ ਮੈਂ ਤੁਹਾਨੂੰ ਛੋਟ ਕਰ ਦਿੰਦਾ ਬਈ ਇਸ ਕੋਲ ਪਾ ਕੇ ਖਸਖਸ ਪਾ ਕੇ 5-6 ਘੰਟੇ ਨੂੰ ਤੁਸੀਂ ਦੁੱਧ 'ਚ ਉਬਾਲਣਾ। ਫਿਰ ਉਹਨਾਂ ਨੇ ਇਹ ਕਿਹਾ ਵੀ ਤੁਸੀਂ 2-3 ਦਿਨ ਕਰਨਾ ਇਹਨੂੰ, ਵੀ ਉਹ ਐਵਰੀ ਡੇ ਨਵਾਂ ਕਰਨਾ। ਨਹੀਂ 2-3 ਦਿਨ ਨਹੀਂ ਕਿਹਾ, ਕੋਈ ਨਹੀਂ ਆਪਾਂ ਤੁਸੀਂ ਦੁਬਾਰਾ ਸੁਣ ਲਓ ਲਾਸਟ ਵੀਕ ਵਾਲਾ। ਮੈਂ ਜੀ 3 ਵਾਰ ਸੁਣ ਲਿਆ। ਉਹਨਾਂ ਨੇ ਇਹ ਕਿਹਾ ਵੀ ਏਦਾਂ ਹੀ 2-3 ਦਿਨ ਕਰਨਾ। ਹੁਣ ਮੈਨੂੰ ਉਹ ਸਮਝ ਨਹੀਂ ਆਈ। ਅੱਛਾ, ਚਲੋ ਆਪਾਂ ਐਂ ਕਰਦੇ ਹਾਂ ਤੇ ਆਪਾਂ ਉਹਨਾਂ ਨੂੰ ਹੁਣ ਇਨਵਾਈਟ ਕਰਦੇ ਹਾਂ ਵੀ ਤੁਸੀਂ ਭਾਈ ਇੱਕ ਵਾਰੀ ਆਣ ਕੇ ਕਲੀਅਰ ਕਰ ਜਾਓ। ਹਾਂਜੀ, ਉਹ ਤਾਂ ਉਹਨੇ ਕਿਹਾ ਚੱਲ ਕੜਛੀ ਆਟੇ ਦੇ ਭੁੰਨ ਕੇ ਵਿੱਚ ਤੁਸੀਂ ਰਲਾ ਲੈਣਾ ਸਾਰਾ ਕੁਝ, ਕਿਉਂਕਿ ਮੈਨੂੰ ਪਤਾ ਨਹੀਂ ਇੱਕ ਜੁੱਟ ਮੈਂ ਸੋਚਿਆ ਵੀ ਬੜਾ ਸਾਰਾ ਹੁੰਦਾ ਹੋਣਾ, ਛੋਟਾ ਜਿਹਾ ਹੁੰਦਾ ਹੋਣਾ। ਮੈਂ ਸੋਚਿਆ ਵੀ ਕੋਈ ਨਹੀਂ ਤੁਹਾਨੂੰ ਦੱਸ ਜਾਂਦੇ ਆ। ਹਾਂਜੀ, ਉਹਨਾਂ ਨੇ ਇਹ ਕਿਹਾ ਵੀ ਏਦਾਂ ਹੀ ਇਸ ਨੂੰ ਭਾਜੀ ਦੱਸ ਜਾਂਦੇ ਆ, ਇੰਨਾ ਟਾਈਮ ਨਹੀਂ ਆਪਾਂ ਕੋ, ਦੱਸ ਜਾਂਦੇ ਆ। ਥੈਂਕ ਯੂ। ਆਪਾਂ ਵੀ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ, ਪਰ ਪਲੀਜ਼ ਇੱਕ ਵਾਰੀ ਆਣ ਕੇ ਜ਼ਰੂਰ ਕਲੀਅਰ ਕਰ ਜਾਓ। ਜਸਵਿੰਦਰ ਕੌਰ। ਹਾਂਜੀ ਭੈਣ ਜੀ, ਮੇਰੇ ਨਾ ਪਹਿਲਾਂ ਬਾਹਾਂ ਬਹੁਤ ਦੁਖਦੀਆਂ ਸੀ, ਗੁੱਟਾਂ ਕੋਲ ਦੋਏ ਹੱਥ, ਪਹਿਲਾਂ ਸਟਾਰਟ ਸੱਜਾ ਹੋਇਆ, ਹੁਣ ਖੱਬਾ ਵੀ। ਤੇ ਡਾਕਟਰ ਦੇ ਕੋਲ ਗਈ, ਉਹ ਕਹਿੰਦੇ ਕਾਰਪੈਟਲ ਨਾਲੇ ਵੀ ਤੇਰੀ ਨਾੜ ਪੰਚ ਹੁੰਦੀ ਆ, ਤੈਨੂੰ ਮਾਈਲਡ ਆਰਥਰਾਈਟਿਸ, ਆਪਰੇਸ਼ਨ ਹੋਊਗਾ। ਆਪਰੇਸ਼ਨ ਦੀ ਅਸੀਂ ਗਰੰਟੀ ਨਹੀਂ ਲੈਂਦੇ ਗੇ। ਤੇ ਮੇਰੇ ਨਾਲ ਦੋਏ ਹੱਥ ਕੰਮ ਨਹੀਂ ਕਰ ਰਹੇ। ਮੈਂ 4-5 ਮਹੀਨੇ ਤੋਂ ਬਹੁਤ ਦੁਖੀ ਹਾਂ। ਠੀਕ ਆ। ਤੇ ਮੇਰੇ ਬ੍ਰਦਰ ਨੇ ਦੱਸਿਆ ਸੀ ਮੈਨੂੰ ਨੰਬਰ ਤੁਹਾਡਾ, ਕਹਿੰਦੇ ਤੁਸੀਂ ਕਾਲ ਕਰੋ, ਪਤਾ ਕਰੋ। ਤੇ ਹੁਣ ਮੇਰੇ ਸਾਰੇ ਸਰੀਰ 'ਚ ਦਰਦਾਂ ਬਹੁਤ ਜ਼ਿਆਦਾ ਹੁੰਦੀਆਂ, ਨਾ ਮੈਂ ਉੱਠ ਸਕਦੀ ਹਾਂ, ਨਾ ਬੈਠ ਸਕਦੀ ਹਾਂ ਮੰਜੇ ਤੋਂ। ਮੇਰੇ ਹਸਬੈਂਡ ਮੈਨੂੰ ਉਠਾਉਂਦੇ ਆ, ਬੱਚੇ ਮੈਨੂੰ ਰੋਟੀ ਖਵਾਉਂਦੇ ਆ। ਕੋਈ ਨਹੀਂ ਆਪਾਂ ਤੁਸੀਂ ਇਹਨੂੰ ਹੁਣ ਸੁਣਦੇ ਰਹੋ। ਜੇ ਨਾ ਵੀ ਕਿਸੇ ਦੀ ਲਾਈਨ ਅੱਜ ਮਿਲੀ ਨਾ, ਇਹ ਐਕਚੁਅਲੀ ਪ੍ਰੋਗਰਾਮ ਨਾ ਮੰਗਲਵਾਰ ਨੂੰ ਹੁੰਦਾ ਹੈ ਤੇ ਵੀਰਵਾਰ ਨੂੰ 3:30 ਵਜੇ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ। ਤੇ ਵੀਰਵਾਰ ਤੁਸੀਂ ਕਾਲ ਨਹੀਂ ਕਰ ਸਕਦੇ। ਅੱਜ ਤੁਸੀਂ ਕਾਲ ਕਰਕੇ ਪੁੱਛ ਲਿਆ ਤੇ ਆਪਾਂ ਜ਼ਰੂਰ ਪੁੱਛਦੇ ਹਾਂ, ਹੋ ਸਕਦਾ ਕਿਸੇ ਹੋਰ ਨਾ ਹੈਪਨ ਹੋਇਆ ਹੋਵੇ ਤਾਂ ਉਹ ਇਲਾਜ ਦੱਸਦਾ ਤੁਹਾਨੂੰ। ਠੀਕ ਹੈ ਜੀ। ਸੀਟ ਤੇ ਸਾਰਾ ਹੀ ਜੁੜਦਾ ਜਾ ਰਿਹਾ, ਮੈਨੂੰ ਬਹੁਤ ਹੀ ਜ਼ਿਆਦਾ ਡਰ ਲੱਗਾ ਇਹ ਵੀ ਕੀ ਹੋ ਰਿਹਾ ਮੇਰੇ ਨਾਲ। ਹਾਂਜੀ, ਨਹੀਂ ਤੁਸੀਂ ਇਕੱਲੇ ਨਹੀਂ ਗੇ, ਕੋਈ ਨਹੀਂ, ਘਬਰਾਉਣ ਦੀ ਗੱਲ ਨਹੀਂ, ਹਿੰਮਤ ਦੇ ਨਾਲ ਹੁੰਦਾ ਸਾਰਾ ਕੁਛ। ਤੇ ਜੇ ਕਿਸੇ ਨੂੰ ਪਤਾ ਹੋਇਆ ਤੇ ਜ਼ਰੂਰ ਇਲਾਜ ਦੱਸਦਾ ਜੀ। ਇਸੇ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਕੋਈ ਬਾਈ ਚੀਜ਼ ਨਹੀਂ ਖਾਣੀ। ਤਜਿੰਦਰ ਕੌਰ ਜੀ। ਹਾਂਜੀ, ਮੈਂ ਜੋਗਿੰਦਰ। ਹਾਂਜੀ, ਦੱਸੋ ਜੀ।
ਹਾਂਜੀ ਜੋਗਿੰਦਰ ਮੈਂ ਦੱਸਣਾ ਸੀ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀ, ਉਹ ਕਹਿੰਦੇ ਨਾ ਮੇਰੇ ਬੈਕ ਤੇ ਜਿੱਦਾਂ ਪ੍ਰੋਬਲਮ ਹੈ, ਮੈਂ ਉੱਠ ਬਹਿ ਨਹੀਂ ਸਕਦਾ ਵੀ ਮੈਨੂੰ ਇੰਨੇ 4 ਮਹੀਨੇ ਤੋਂ ਮੈਂ ਕੰਮ ਤੇ ਨਹੀਂ ਜਾਂਦਾ। ਜਿਹੜੇ ਵੀਰ ਨੇ ਕਿਹਾ ਆ ਉਹ ਸਿਆਟਿਕਾ ਆ, ਉਹਨਾਂ ਨੂੰ ਕੈਰੋਪ੍ਰੈਕਟਰ ਤੇ ਜਾਣਾ ਪੈਣਾ। ਜਾਂਦੇ ਕੈਰੋਪ੍ਰੈਕਟਰ ਦੇ? ਹਾਂਜੀ, ਉਹ ਕੈਰੋਪ੍ਰੈਕਟਰ ਤੇ ਜਾਣਾ ਪੈਣਾ। ਹੌਲੀ ਹੌਲੀ ਦਾ ਇਲਾਜ ਬਹੁਤ ਦੇਰ ਤੱਕ ਚੱਲਦਾ, 5-6 ਮਹੀਨੇ ਤਾਂ ਲੱਗੇ ਹੀ ਜਾਂਦੇ ਆ। ਠੀਕ ਹੈ ਜੀ। ਹਾਂਜੀ ਜ਼ਰੂਰ ਚੰਗੇ ਜਿਹਾ ਕੈਰੋਪ੍ਰੈਕਟਰ ਦੇ ਜਾਣ। ਹੁਣ ਮੈਨੂੰ ਪਤਾ ਨਹੀਂ ਤੁਹਾਡੇ ਸ਼ਹਿਰ ਕਿਹੜਾ, ਤੁਹਾਡੇ ਸ਼ਹਿਰ ਦੇ ਹੀ ਆ ਉਹ? ਯੂਬਾ ਸਿਟੀ ਦੇ। ਹਾਂਜੀ ਤਾਂ ਫਿਰ ਯੂਬਾ ਸਿਟੀ ਜਾਂ ਅੰਕਲ ਦੇ ਜਾਣ। ਮੇਰੇ ਮੁੰਡੇ ਨੂੰ ਹੋ ਗਈ ਸੀਗੀ, ਉਹ ਤਾਂ ਬਿਲਕੁਲ ਨਾ ਬੈਠ ਸਕਦਾ। ਉਹਨਾਂ ਨੂੰ ਬੈਕ ਪੇਨ ਆ ਜੋਗਿੰਦਰ ਜੀ, ਬੈਕ ਪੇਨ ਹੈਗੀ ਆ ਉਹਨਾਂ ਨੂੰ, ਉਹਨੇ ਦੱਸਿਆ ਹੈਗਾ, ਇਲਾਜ ਕਰਦੇ ਹੈਗੇ ਆ। ਥੈਂਕ ਯੂ ਜੀ। ਮਨਜੀਤ ਕੌਰ। ਕਿਰਨ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਤਾਂ ਪਹਿਲਾਂ ਦੱਸਣ ਲੱਗੀ, ਕਹਿੰਦੇ ਲੱਤਾਂ ਦਰਦ ਹੁੰਦੀਆਂ ਨਾ, ਲੱਤਾਂ ਤੇ ਬਾਹਾਂ ਦਰਦ ਹੁੰਦੀਆਂ, ਹੁਣੇ ਕਹਿੰਦੇ ਹੋਏ ਤੇ ਹੈ ਨਾ, ਲੱਤਾਂ ਦਰਦ ਦਾ ਵੀ ਘਿਓ ਦੀ ਮਸਾਜ ਕਰਨ, ਪੈਰਾਂ ਤੋਂ ਸ਼ੁਰੂ ਕਰਕੇ ਪੈਰਾਂ ਉਹ ਜੁੜੇ ਹੋਏ ਆ, ਉਹਨਾਂ ਦੀ ਬੋਡੀ ਜੁੜੀ ਆ। ਹਾਂਜੀ ਪਰ ਕੁਛ ਵੀ ਹੋਵੇ, ਉਹ ਗਰਮ ਹੁੰਦਾ ਤੇਲ, ਘਿਓ ਗਰਮ ਹੁੰਦਾ ਤੇ ਉਹਦੀ ਮਸਾਜ ਕਰਨ ਲਗਾਤਾਰ ਕਰਨ, 3 ਦਿਨ ਲਗਾਤਾਰ ਕਰਨ। ਜੇ ਨਹੀਂ ਫੇਰ ਫਰਕ ਪਿਆ ਤੇ ਫੇਰ ਉਹਦੇ ਵਿੱਚ ਸਰੋਂ ਦੇ ਤੇਲ ਵਿੱਚ ਕਾਲੀਆਂ ਮਿਰਚਾਂ ਤੇ ਅਜਮੈਨ ਤੇ ਲਸਣ ਕਾੜ ਕੇ ਇਹਨਾਂ ਦੀ ਮਸਾਜ ਕਰਨ ਜ਼ਰੂਰ। ਇਹਨਾਂ ਨਾਲ ਬਹੁਤ ਫਰਕ ਪਊਗਾ। ਉਹਨਾਂ ਲਗਾਤਾਰ ਹਫ਼ਤਾ ਦਾ 10 ਦਿਨ ਕਰਨੀ ਪੈਣੀ ਆ, ਉਹਦੇ ਨਾਲ ਕਾਫੀ ਫਰਕ ਪਊਗਾ। ਤੇ ਜਿੰਨਾ ਮਰਜ਼ੀ ਜੁੜੇ ਹੋਣ ਜਾਂ ਕੁਛ ਵੀ ਆ ਨਾ, ਤੇ ਉਹ ਉਹਨਾਂ ਦੀਆਂ ਨਾੜਾਂ ਖੋਲਣੀਆਂ ਜ਼ਰੂਰੀ ਆ। ਤੇ ਉਹ ਇਹ ਕਰਕੇ ਦੇਖੋ, ਉਹਨਾਂ ਨਾਲ ਬਹੁਤ ਫਰਕ ਪਊਗਾ ਦੋਨਾਂ ਚੀਜ਼ਾਂ ਲਈ। ਤੇ ਜਿਹਨਾਂ ਨਾਲ ਸਿਰ ਦਰਦ ਹੁੰਦਾ ਆ, ਉਹ ਘਿਓ ਦੀ ਮਸਾਜ ਕਰਨਾ। ਤੇ ਕਿਉਂਕਿ ਮੇਰੇ ਆਪਣੇ ਹੁੰਦਾ ਸੀ 3 ਸਾਲ ਪਹਿਲਾਂ, ਮੈਂ ਵੀ ਕਿਸੇ ਨੇ ਇੱਥੇ ਰੇਡੀਓ ਤੇ ਹੀ ਦੱਸਿਆ ਸੀ, ਇਹ ਫੀਡਬੈਕ ਵੀ ਆ। ਤੇ ਕਿਸੇ ਨੇ ਦੱਸਿਆ ਸੀ, ਕਹਿੰਦੇ ਘਿਓ ਦੀ ਮਸਾਜ ਕਰਨ। ਮੈਂ ਉਹ ਖੁਦ ਕਰਦੀ ਰਹੀ ਹਾਂ ਲਗਾਤਾਰ। ਮੈਂ 3-4 ਦਿਨ ਕੀਤੀ ਸੀ ਤੇ ਮੇਰੇ ਹੁਣ ਦਰਦ ਨਹੀਂ ਹੁੰਦੀ ਹੈਗੀ। ਪਰ ਉਦੋਂ ਵੀ ਠੀਕ ਹੋ ਗਿਆ ਸੀ। ਜਦੋਂ ਹੁਣ ਵੀ ਮੇਰੇ ਕਿਤੇ ਦਰਦ ਹੁੰਦੀ ਤਾਂ ਮੈਂ ਜ਼ਰੂਰ ਇਹੀ ਕਰਦੀ ਹਾਂ। ਇਹ ਫੀਡਬੈਕ ਆ ਜਿਹੜੀ ਕਿਸੇ ਨੇ ਵੀ ਦੱਸਿਆ ਸੀ, ਪਰ ਥੈਂਕ ਯੂ ਕਰਦੀ ਉਹਨਾਂ ਦਾ ਵੀ। ਤਾਂ ਇਹ ਜ਼ਰੂਰ ਕਰਕੇ ਦੇਖਣ। ਤੇ ਇੱਕ ਕਹਿੰਦੇ ਸੀ ਮੂੰਹ ਦਾ ਟੇਸਟ ਹੀ ਬਣਦਾ ਹੈ ਨਾ। ਹਾਂਜੀ, ਮੂੰਹ ਦੇ ਟੇਸਟ ਦੇ ਲਈ ਠੀਕਰੀ ਨਿਸ਼ਾਦਾ ਦਾ ਪਾਊਡਰ ਬਣਾਉਣਾ ਆ, ਤੇ ਹਲਦੀ ਤੇ ਕਾਲੀਆਂ ਮਿਰਚਾਂ, ਇਹ ਤਿੰਨਾਂ ਨੂੰ ਬਰਾਬਰ ਇੱਕ ਮਾਤਰਾ ਵਿੱਚ ਬਣਾ ਕੇ ਤੇ ਇਹਦਾ ਪਾਊਡਰ ਬਣਾ ਕੇ ਰੱਖਣਾ। ਤੇ ਜੀਭ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਨਾ ਆ, ਉਹ ਇਹਦੇ ਨਾਲ ਬਰਸ਼ ਕਰਨਾ। ਜਿੱਦਾਂ ਮੂੰਹ ਸਾਰੇ ਮੂੰਹ ਦੇ ਵਿੱਚ ਜਿੱਦਾਂ ਪਾਣੀ ਜਿਹਾ ਕੱਢ ਦੇਣਾ, ਤੇ ਉਹਦਾ ਟੇਸਟ ਬਣਨਾ ਸ਼ੁਰੂ ਹੋ ਜਾਊਗਾ ਜੀ, ਹਨਾ। ਤੇ ਇੱਕ ਬੈਕ ਪੇਨ ਦੀ ਕਹਿੰਦੇ ਲਈ ਸੀਗੇ, ਬੈਕ ਪੇਨ ਦੇ ਲਈ ਜਿੱਦਾਂ ਪੁੱਠੇ ਢਿੱਡ ਭਾਨੇ ਲੰਮੇ ਪਾ ਕੇ ਉਹਨਾਂ ਦੀ ਮਸਾਜ ਕਰਨੀ ਆ। ਤੇ ਇੱਕ ਟੇਬਲ ਦੇ ਉੱਤੇ ਜ਼ਰੂਰ ਬੈਠਣਾ, ਸਿੱਧੇ ਬੈਠਣਾ। ਲੱਕੜੀ ਵਾਲੀ ਕੁਰਸੀ ਹੋ ਜਾਏ, ਆਪਣਾ ਟੇਬਲ ਹੋ ਜਾਏ। ਹਾਂਜੀ, ਉੱਤੇ ਬੈਠ ਕੇ ਮਸਾਜ ਵੀ ਕਰ ਸਕਦੇ ਆ। ਤੇ ਇੱਕ ਚੇਅਰ ਤੇ ਉੱਤੇ ਬੈਠ ਕੇ ਤੇ ਪੈਰ ਚੁੱਕ ਲੈਣੇ ਆ, ਜ਼ਮੀਨ ਤੋਂ ਪੈਰ ਚੁੱਕ ਲੈਣੇ ਆ। ਪੂਰਾ ਭਾਰ ਜਿਹੜਾ, ਪੂਰੀ ਬੋਡੀ ਦਾ ਭਾਰ ਜਿਹੜਾ ਉਹ ਚੇਅਰ ਦੇ ਉੱਤੇ ਆ ਜਾਵੇ, ਬੈਕ ਤੇ ਆ ਜਾਵੇ। ਹਾਂਜੀ, ਬੈਕ ਤੇ ਆਉਣ ਨਾਲ ਤੇ ਜਿਹੜੀ ਲੱਕੜੀ ਦੀ ਚੇਅਰ ਆ ਨਾ, ਉਹਦੇ ਨਾਲ ਆਪਣਾ ਬੈਲੈਂਸ ਜਿਹੜਾ ਵੀ ਹੈ ਨਾ ਮੰਨ ਕੇ ਆ, ਉਹ ਹਿੱਲੇ ਹੁੰਦੇ ਤਾਂ ਉਹ ਅਪ ਡਾਊਨ ਹੋਣ ਦੇ ਨਾਲ ਏਦਾਂ ਪ੍ਰੋਬਲਮ ਆਉਂਦੀ ਆ। ਤੇ ਉਹ ਜਿਹੜੀ ਸ਼ਾਟਕਾ ਪੇਨ ਸ਼ੁਰੂ ਹੋ ਜਾਂਦੀ ਆ। ਤੇ ਇਹਦੇ ਨਾਲ ਫਿਰ ਜਿੱਦਾਂ ਮਸਾਜ ਵੀ ਕਰਨੀ ਆ, ਘਿਓ ਦੀ ਮਸਾਜ ਵੀ ਕਰ ਸਕਦੇ ਆ, ਤੇ ਸਰੋਂ ਦੇ ਤੇਲ ਦੀ ਮਸਾਜ ਵੀ ਕਰ ਸਕਦੇ ਆ। ਪਰ ਜ਼ਰੂਰੀ ਆ ਆਪਾਂ ਨੂੰ ਲੱਕੜੀ ਦੇ ਵਾਲੇ ਬੈੱਡ ਦੇ ਉੱਤੇ ਪੈਣਾ ਜੀ। ਚਾਹੇ ਟੇਬਲ ਆਪਣਾ ਫੱਟਾ ਰੱਖ ਕੇ ਪੈ ਸਕਦੇ, ਗੱਦਾ ਨਹੀਂ ਯੂਜ਼ ਕਰਨਾ। ਬੈੱਡ ਤੇ ਪੈਣਾ ਬੰਦ ਕਰ ਦੇਣਾ 3-4 ਦਿਨ। ਤੇ ਉਸ ਤੋਂ ਬਾਅਦ ਜਿੰਨੇ ਦਿਨ ਵੀ ਬੈਠਣਾ ਆ, ਲੱਕੜੀ ਵਾਲੇ ਟੇਬਲ ਦੇ ਉੱਤੇ ਬੈਠ ਸਕਦੇ, ਚੇਅਰ ਦੇ ਉੱਤੇ ਬੈਠ ਸਕਦੇ, ਕੁਛ ਵੀ ਰੱਖ ਸਕਦੇ। ਜੇ ਨਹੀਂ ਵੀ ਹੈਗਾ ਆਪਣੇ ਕੋਲ ਟੇਬਲ ਜਾਂ ਕੁਛ ਵੀ, ਫੱਟਾ ਛੋਟਾ ਜਿਹਾ ਰੱਖ ਸਕਦੇ, ਟੇਬਲ ਤੇ ਹੁੰਦਾ ਹੀ ਆ। ਹਾਂਜੀ, ਕਈਆਂ ਦੇ ਘਰਾਂ 'ਚ ਕਈ ਕਹਿੰਦੇ ਘਰਾਂ 'ਚ ਸਾਡੇ ਟੇਬਲ ਨਹੀਂ ਹੈਗਾ, ਚੇਅਰ ਨਹੀਂ ਹੈਗੀ। ਪਰ ਮੈਂ ਉਹਨਾਂ ਨੂੰ ਇਹੀ ਕਹਿੰਦੀ ਹੁੰਦੀ ਵੀ ਤੁਸੀਂ ਛੋਟਾ ਜਿਹਾ ਫੱਟਾ ਲਿਆ ਕੇ ਰੱਖ ਲਓ, ਹਨਾ। ਉਹ ਜਿੱਥੇ ਮਰਜ਼ੀ ਬੈਠਦੇ ਤੁਸੀਂ ਉੱਥੇ ਉਹ ਰੱਖ ਲਓ, ਉਹਦੇ ਨਾਲ ਫਰਕ ਪੈਂਦਾ ਜੀ। ਤੇ ਇੱਕ ਮੈਂ ਪੁੱਛਣਾ ਸੀਗਾ ਹੁਣੇ, ਕਹਿੰਦੇ ਸੀਗੇ ਸ਼ੂਗਰ ਵਾਲੀਆਂ ਜਿਹੜੀਆਂ 5 ਚੀਜ਼ਾਂ, ਉਹ ਕੋਈ ਵੀ ਦੱਸ ਦੇਵੇ ਰਿਪੀਟ ਕਰਕੇ। ਐਂਡ ਤੇ ਬੋਲ ਦਾਂਗੇ। ਹਾਂਜੀ, ਇੱਕ ਛਾਤੀ ਦਰਦ ਦਾ ਵੀ, ਕਿਸੇ ਨੂੰ ਛਾਤੀ ਦਰਦ ਹੁੰਦੀ ਆ ਤੇ ਉਹ ਬੈਕ ਨੂੰ ਜਾਂਦੀ ਆ ਦਰਦ, ਤੇ ਪਰ ਉਹ ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਿਓ। ਹਾਂਜੀ, ਚਲੋ ਠੀਕ ਆ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਣੀ ਜੀ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਤੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਮੇਰੇ 2 ਕੁਐਸਚਨ ਹੈਗੇ ਆ ਜੀ। ਇੱਕ, ਜਿੱਦਾਂ ਕਿਸੇ ਦੇ ਬੋਡੀ 'ਚ ਇਨਫਲੇਮੇਸ਼ਨ ਦੱਸੀ ਡਾਕਟਰ ਨੇ,
ਹਾਂਜੀ, ਉਹਦੇ ਲਈ ਜੇ ਕੋਈ ਦੱਸ ਸਕਦਾ ਹੋਵੇ ਤਾਂ ਇੱਕ ਅੰਦਰ ਗਰਮੀ ਬਹੁਤ ਵਧੀ ਹੋਈ ਆ ਬੋਡੀ 'ਚ, ਉਹ ਵੀ ਡਾਕਟਰ ਨੇ ਦੱਸੀ ਆ ਵੀ ਅੰਦਰ ਬਹੁਤ ਜ਼ਿਆਦਾ ਗਰਮੀ ਆ ਜਿੱਦਾਂ, ਤੇ ਉਹਦੇ ਨਾਲ ਫਿਰ ਕਦੀ ਬੋਡੀ ਤੇ ਰੈਸ਼ ਹੋ ਜਾਂਦੀ, ਕਦੀ ਕੁਛ ਏਦਾਂ, ਉਹਦੇ ਬਾਰੇ ਮੈਂ ਪੁੱਛਣਾ। ਤੇ ਇੱਕ ਉਹ ਜੁੱਟ ਭਾਈ ਸਾਹਿਬ ਨੇ ਕਿਹਾ ਸੀਗਾ, ਉਹ ਏਦਾਂ ਕਰੀਦੇ ਆ, 2 ਜੁੱਟ ਲੈ ਆਉਣੇ ਆ, ਜਦੋਂ ਜਾ ਕੇ ਸਟੋਰ ਤੇ ਕਹਿਣਾ ਉਹਨਾਂ ਨੇ ਜੁੱਟ ਦੇ ਦੇਣੇ ਆ, ਉਹਦੇ 'ਚ ਇੱਕ ਜੁੱਟ 'ਚ ਖਸਖਸ ਭਰਨੀ ਆ, ਇੱਕ 'ਚ ਈਸਬਗੋਲ ਭਰਨਾ ਆ। ਤੇ ਹਾਂਜੀ, ਤੇ ਦੋਨਾਂ ਨੂੰ ਆਟੇ ਦਾ ਪਹਿਲਾਂ ਮੋਹਰਿਓਂ ਕੱਟ ਕੇ ਵਿੱਚ ਦੋਨਾਂ 'ਚ ਭਰ ਕੇ ਆਟੇ ਦੇ ਨਾਲ ਉਹਦਾ ਮੁੜ ਕੇ ਮੂੰਹ ਬੰਦ ਕਰਨਾ, ਜਿੱਦਾਂ ਉਹੀ ਜਿਹੜਾ ਟੁਕੜਾ ਉਹਨਾਂ ਨੇ ਕੱਟਿਆ ਹੋਣਾ ਉਹੀ ਉੱਤੇ ਲਾ ਕੇ ਤਾਂ ਆਟਾ ਲਾ ਦੇਣਾ। ਮਗਰੋਂ ਉਹਨਾਂ ਨੂੰ ਮੈਂ ਤਾਂ ਸਲੋ ਕੁੱਕਰ 'ਚ ਰੱਖ ਦਿੰਨੀ ਹੁੰਨੀ ਆ, ਦੁੱਧ ਪਾ ਕੇ, ਤੇ ਉਹਨਾਂ ਦੋਨਾਂ ਨੂੰ ਸਲੋ ਕੁੱਕਰ ਦੇ ਵਿੱਚ ਰੱਖ ਦੇਣੇ ਆ। ਤੇ ਉਹਨਾਂ ਨੂੰ ਬਸ ਉਹਨਾਂ ਨੇ ਆਪੇ ਹੀ ਆਪ ਰਿੱਝੀ ਜਾਣਾ। ਜਦੋਂ ਦੁੱਧ ਦਾ ਚੰਗੀ ਤਰ੍ਹਾਂ ਖੋਆ ਜਿਹਾ ਬਣ ਜਾਂਦਾ, ਫਿਰ ਉਹਨਾਂ ਨੂੰ ਵਿੱਚੋਂ ਜੁੱਟਾਂ ਨੂੰ ਕੱਢ ਕੇ ਤੇ ਉਹਨਾਂ ਨੂੰ ਪੀਸ ਲੈਣਾ। ਮੇਰਾ ਖਿਆਲ ਇੰਨੇ ਉਹ ਹੋਏ ਹੁੰਦੇ ਨਰਮ, ਉਹ ਫੂਡ ਪ੍ਰੋਸੈਸਰ ਨਾਲ ਵੀ ਪੀਸ ਹੋ ਜਾਂਦੇ ਹੋਣੇ ਆ। ਤੇ ਫਿਰ ਥੋੜਾ ਜਿਹਾ ਜਿੰਨਾ ਕੁ ਆਟਾ ਪਾਉਣਾ ਚਾਹੁੰਦੇ ਆ ਓਨਾ ਕੁ ਆਟਾ ਘਿਓ ਦੇ ਵਿੱਚ ਜਾਂ ਸੁੱਕਾ ਭੁੰਨ ਲੈਣ, ਜੇ ਘਿਓ ਨਹੀਂ ਪਾਉਣਾ ਚਾਹੁੰਦੇ ਤੇ ਉਹ ਵਿੱਚ ਫਿਰ ਮਿਕਸ ਕਰਕੇ, ਤੇ ਉਹੀ ਜਿਹੜਾ ਕੁੱਟਿਓ ਆ ਜੁੱਟ, ਉਹ ਸਾਰਾ ਤਾਂ ਵਿੱਚੇ ਖੋਆ ਜਿਹਾ ਬਣਿਆ ਆ ਹੋਣਾ ਜਿਹੜਾ, ਉਹ ਵੀ ਮਿਕਸ ਕਰਕੇ, ਤੇ ਜਿੰਨੀ ਉਹ ਸ਼ੂਗਰ ਪਾਉਣੀ ਚਾਹੁੰਦੇ ਆ, ਜੋ ਹੋਰ ਵੀ ਇਹਦੇ ਵਿੱਚ ਬਹੁਤ ਚੀਜ਼ਾਂ ਪਾ ਸਕਦੇ ਤੁਸੀਂ, ਬਦਾਮ ਵਗੈਰਾ ਵੀ ਪਾ ਸਕਦੇ ਆ, ਤੇ ਬਸ ਉਹ ਕਰਕੇ ਤਾਂ ਏਦਾਂ ਬਣ ਜਾਣਾ। ਠੀਕ ਹੈ। ਹਾਂਜੀ, ਤੇ ਆ ਜਰੂਰ ਪਲੀਜ਼ ਪੁੱਛਿਓ, ਤੇ ਮੈਂ ਹੁਣ ਸੁਣਦੀ ਆ। ਬਿਲਕੁਲ ਜੀ, ਜਿਹੜੀ ਤੁਸੀਂ ਸੋਜਸ਼ ਦੀ ਗੱਲ ਕੀਤੀ ਆ, ਉਹਦੇ ਲਈ ਤੁਲਸੀ ਤੇ ਇੱਕ ਹੈਗਾ ਅਸਵਗੰਧਾ, ਉਹ ਬਹੁਤ ਗੁੱਡ ਹੈਗੇ ਆ। ਹੋਰ ਵੀ ਆਪਾਂ ਕਿਸੇ ਨੂੰ ਪੁੱਛਦੇ ਆ। ਜਿਹੜੀ ਤੁਹਾਡੇ ਅੰਦਰ ਹੀਟ ਆ, ਉਹ ਤਾਂ ਆਪਾਂ ਪਤਾ ਵੀ ਕੁਛ ਪੀਣਾ ਹੀ ਪੈਣਾ ਆ ਉਹਨਾਂ ਨੂੰ, ਠੰਡਾ ਹਾਂਜੀ, ਇਹੀ ਪੁੱਛਣਾ ਵੀ ਕੀ ਜ਼ਿਆਦਾ, ਹਾਂਜੀ, ਕਿਉਂਕਿ ਫਿਰ ਉਹ ਜਦੋਂ ਜ਼ਿਆਦਾ ਹੀ ਠੰਡੀਆਂ ਚੀਜ਼ਾਂ ਕਰਦੀ ਫਿਰ ਰੇਸ਼ਾ ਹੋ ਜਾਂਦੀ ਬਹੁਤ ਜ਼ਿਆਦਾ। ਜਿਹਨੇ ਬੱਕਰੀ ਦਾ ਦੁੱਧ ਕਹਿੰਦੇ ਠੰਡਾ ਹੁੰਦਾ ਹੈ ਨਾ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਨਰਿੰਦਰ, ਸਤਿ ਸ਼੍ਰੀ ਅਕਾਲ। ਦੀ ਫਰੈਂਡ ਦੀ ਨਾ ਫਲਵੈਰੀ ਵਾਂਗੂ ਨੱਕ ਤੋਂ ਸ਼ੁਰੂ ਹੋਇਆ ਸੀਗਾ ਪਹਿਲਾਂ ਦਾਗ, ਉਹਨੂੰ ਹੋ ਗਿਆ 2 ਸਾਲ ਪਹਿਲਾਂ ਇੰਡੀਆ ਤੋਂ ਵੀ ਦਵਾਈ ਖਾਧੀ, ਫਿਰ ਇੱਕ ਦੇਸੀ ਦਵਾਈ ਹੈਗੀ ਬਾਬਾ ਰਾਮਦੇਵ ਦੀ, ਉਹ ਵੀ ਖਾਧੀ, ਹਟ ਜਾਂਦੀ, ਫਿਰ ਮੁੜ ਕੇ ਹੋ ਜਾਂਦੇ। ਉਹਦਾ ਕੋਈ ਹੋਵੇ ਇਲਾਜ? ਦੱਸੇ ਤਾਂ ਬਹੁਤ ਆ ਨਰਿੰਦਰ ਜੀ, ਬਹੁਤ ਟਿਊਬਸ ਦੱਸੀਆਂ, ਬਹੁਤ ਕੁਝ ਦੱਸਿਆ। ਹਾਂਜੀ, ਕੋਈ ਨਹੀਂ, ਪੁੱਛਦੇ ਹਾਂ ਦੁਬਾਰਾ। ਰਿਪੀਟ ਪਲੀਜ਼। ਥੈਂਕ ਯੂ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਜਸਪਾਲ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਪੁੱਛਦੇ ਸੀ ਕਿ ਇੱਕ ਦਵਾਈ ਦਾ ਕਲਕੇਰੀਆ ਫਲੋਰਿਕਾ, ਉਹਦਾ ਮੈਨੂੰ ਪੂਰੀ ਤਰ੍ਹਾਂ ਵੈਸੇ ਸੁਣਿਆ ਨਹੀਂ ਸੀਗਾ, ਪਰ ਫਿਰ ਵੀ ਮਤਲਬ ਜਿਹੜੀਆਂ ਦਵਾਈਆਂ ਉਹ 6X ਦੀਆਂ ਗੋਲੀਆਂ ਨੇ, ਉਹ 4 ਗੋਲੀਆਂ ਦਿਨ ਦੇ ਵਿੱਚ 4 ਵਾਰੀ, ਮਤਲਬ 4 ਘੰਟੇ ਬਾਅਦ ਲੈ ਸਕਦੇ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਤੇ ਕੋਸੇ ਜਿਹੇ ਪਾਣੀ ਨਾਲ, ਜਿਵੇਂ ਆਪਾਂ 2 ਕਾਉਂਸ ਕੋਸਾ ਪਾਣੀ ਕਰਕੇ ਉਹਨੇ ਕਿਹਾ ਸੀ ਕਿ ਉਹਦੇ ਵਿੱਚ 100 ਗੋਲੀ ਆ, ਫਿਰ ਗੋਲੀਆਂ ਛੋਟੀਆਂ ਨਹੀਂ ਹੋਣਗੀਆਂ, ਵੱਡੀਆਂ ਹੋਣਗੀਆਂ ਨਾ। ਹਾਂਜੀ, ਗੋਲੀਆਂ ਉਹ ਤਾਂ ਫਿਰ 100, ਮਤਲਬ ਕੋਈ ਗੱਲ ਨਹੀਂ, ਕਿਉਂਕਿ ਇੱਥੇ ਮਿਲਦੀਆਂ ਨੇ ਥੋੜੀਆਂ, ਜੇ ਇੰਡੀਆ ਤੋਂ ਮੰਗਾ ਲਓ ਉੱਥੇ ਪਾਉਂਡ ਦੇ ਹਿਸਾਬ ਨਾਲ ਮਿਲ ਜਾਂਦੀਆਂ ਨੇ, ਮਤਲਬ ਤੁਹਾਨੂੰ ਅੱਧਾ ਕਿਲੋ ਮਿਲ ਜਾਣਗੀਆਂ। ਤੇ ਉਹ ਮਤਲਬ ਜਿਵੇਂ 2-2.5 ਮਹੀਨੇ ਲਗਾਤਾਰ ਖਾ ਲੈਣ, ਤੇ ਇਸ ਕਰਕੇ ਕਿਉਂਕਿ ਸੁੱਕੀਆਂ ਗੋਲੀਆਂ ਨੇ ਇੰਡੀਆ ਤੋਂ ਪਾਰਸਲ ਵੀ ਆ ਸਕਦੀਆਂ ਨੇ ਉਹ। ਤੇ ਗਿੱਲੀ ਚੀਜ਼ ਨਹੀਂ, ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਉਹ ਨਹੀਂ, ਲਿਕੁਇਡ ਚੀਜ਼ ਨਹੀਂ ਆਉਂਦੀ ਹੈਗੀ, ਡਰਾਈ ਆ ਜਾਂਦੀ। ਤੇ ਇਹ ਸੁੱਕੀਆਂ ਮਤਲਬ ਹੋਣਗੀਆਂ, ਤੇ 4 ਗੋਲੀਆਂ ਦਿਨ ਦੇ ਵਿੱਚ 3 ਵਾਰੀ ਲੈ ਲੈਣ, ਕੋਈ ਗੱਲ ਨਹੀਂ। ਉਹ ਮਤਲਬ ਕਿਉਂਕਿ ਇਹ ਲੰਬਾ ਹੌਲੀ ਸ਼ੁਰੂ ਹੋਈਆਂ ਨੇ, ਉਹਨਾਂ ਨੇ ਹਟਣਾ ਵੀ ਮਤਲਬ ਉਸੇ ਤਰ੍ਹਾਂ ਹੀ ਆ, ਹੌਲੀ ਹਟਣਗੀਆਂ। 2-2.5 ਮਹੀਨੇ ਲਗਾਤਾਰ ਲੈ ਲੈਣ, ਫਿਰ ਮਹੀਨਾ 1.5 ਮਹੀਨਾ ਨਾਗਾ ਕਰ ਦੇਣ, ਤੇ ਫਿਰ ਦੁਬਾਰਾ ਮਤਲਬ ਉਹਨੂੰ ਰਿਪੀਟ ਕਰ ਲੈਣ। ਜੇ ਮਤਲਬ ਕਿਉਂਕਿ ਇਹਨੂੰ ਟਾਈਮ ਲੱਗਣਾ, ਬਣੀਆਂ ਵੀ ਬਹੁਤ ਹੌਲੀ ਹੋਣਗੀਆਂ, ਉਹਨਾਂ ਨੇ ਖੁਰਨਾ ਵੀ ਥੋੜਾ ਜਿਹਾ ਹੌਲੀ ਹੋਈ ਆ। ਠੀਕ ਹੈ। ਤੇ ਹਾਂਜੀ, ਉਹ ਜੁੱਟ ਵਾਲੇ ਜਿਹੜਾ ਹੁੰਦਾ ਤਾਂ ਖੋਪਾ ਹੀ ਹੈ, ਇਹ ਉਹਨਾਂ ਨੇ ਮਤਲਬ ਸੁੱਕਿਆ ਹੁੰਦਾ, ਇਹ ਉਹਨੂੰ ਮਤਲਬ ਗਿੱਲੇ ਨੂੰ ਨਹੀਂ ਕੱਢਦੇ, ਮਤਲਬ ਗਿੱਲੇ ਨੂੰ ਕੱਢ ਕੇ ਸੁਕਾ ਲੈਂਦੇ ਨੇ, ਉਹਦੇ ਵਿੱਚ ਹੀ ਹੁੰਦਾ ਹੈ, ਉਹਦੇ ਵਿੱਚ ਨਾ ਸਾਰਾ ਕੁਝ ਪਾਣੀ ਉਹਦੇ ਵਿੱਚ ਹੀ ਸੁੱਕਿਆ ਹੁੰਦਾ, ਤੇ ਉਸੇ ਨੂੰ ਜੁੱਟ ਕਹਿ ਦਿੰਦੇ ਨੇ। ਤੇ ਪਿੱਠ ਵਾਲਿਆਂ ਦਾ, ਜਿਹਨਾਂ ਦੇ ਬੈਕ ਪੇਨ ਥੱਲੇ ਲੋਅਰ ਮਣਕਿਆਂ ਦੇ ਵਿੱਚ, ਉਹਦੇ ਵਿੱਚ ਇਹ ਵੀ ਹੈਗਾ, ਜਿਵੇਂ ਆਪਣੀ ਆ ਹੁੰਦੀਆਂ ਨੇ ਜਿਹੜੇ ਆਈਸੀ ਹਾਰਟ ਜਿਹੀਆਂ ਦੀ ਟਿਊਬਾਂ ਹੁੰਦੀਆਂ ਨੇ, ਉਹ ਥੋੜੀ ਜਿਹੀ ਉਨੇ ਏਰੀਏ ਦੇ ਵਿੱਚ ਮਸਾਜ ਕਰਕੇ ਰਾਤ ਨੂੰ, ਤੇ ਆਪਣਾ ਜਿਵੇਂ ਆਪਾਂ ਪੈ ਕੇ ਚੌਂਕੜਾ ਮਾਰਨ, ਆਪਣਾ ਸਿੱਧੇ ਪੈ ਕੇ ਛੱਤ ਵੱਲ ਨੂੰ ਮੂੰਹ ਹੋਵੇ ਆਪਣਾ, ਤੇ ਚੌਂਕੜਾ ਮਾਰਨ ਦੀ ਕੋਸ਼ਿਸ਼ ਕਰਨ, ਪੂਰੀਆਂ ਲੱਤਾਂ, ਮਤਲਬ ਜਿੰਨੀਆਂ ਆਪਣੇ ਗੋਡੇ, ਮਤਲਬ ਉਹ ਪੈਰ ਆਪਣੇ ਖਿੱਚ ਸਕਦੇ ਨੇ ਨਾ, ਤੇ ਉਹਦੇ ਨਾਲ ਉਹਨੂੰ ਸਟ੍ਰੈਚ ਹੋ ਜਾਣਾ, ਉਹਨੂੰ ਰਿਲੈਕਸ ਹੋ ਜਾਣਗੇ ਜਿਹੜੇ ਥੱਲੇ ਵਾਲੇ ਮਣਕੇ ਨੇ ਨਾ 3-4। ਤੇ ਹਾਂਜੀ, ਉਹਦੇ ਨਾਲ ਜਾਂ ਫਿਰ ਪਾਣੀ ਦੀ ਬੋਤਲ ਰੱਖ ਲੈਣ ਥੋੜੀ ਦੇਰ ਨਾ, ਉਹਦੇ ਥੱਲੇ ਜਿੰਨੇ ਕਿ 3-4 ਥੱਲੇ ਮਣਕਿਆਂ ਦੇ ਬੋਤਲ ਮਿਲ ਜਾਂਦੀ, ਜਿਵੇਂ ਵਾਲਮਾਰਟ ਤੋਂ ਰਬੜ ਦੀ ਬੋਤਲ, ਉਹਦੇ ਵਿੱਚ ਪਾਣੀ ਪਾ ਕੇ, ਤੇ ਉਹਦੇ ਨਾਲ ਵੀ ਮਤਲਬ, ਕਿਉਂਕਿ ਇਹ ਵੀ ਲੰਬਾ ਪ੍ਰੋਸੀਜਰ ਹੈ, ਤੁਸੀਂ ਰੋਜ਼ ਦੀ ਜਿਵੇਂ ਹੈਬਿਟ ਬਣਾ ਲੈਣ ਆਪਣੀ, ਤੇ ਵੀ ਜ਼ਰੂਰ ਚੌਂਕੜਾ ਸੌਣ ਮੌਕੇ 10-15 ਮਿੰਟ ਜ਼ਰੂਰ ਸੌਣ ਮੌਕੇ, ਤੇ ਆਪਣਾ ਰਾਤ ਨੂੰ ਮਤਲਬ ਪੈ ਕੇ ਬੈੱਡ ਦੇ ਉੱਤੇ ਸਿੱਧੇ ਪੈ ਕੇ,
ਤੇ ਇਹਦੇ ਨਾਲ ਮਤਲਬ ਹੌਲੀ ਹੌਲੀ ਜ਼ਰੂਰ ਫਰਕ ਪੈ ਸਕਦਾ। ਠੀਕ ਹੈ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਮਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਫਰੀਦਕੋਟ ਤੋਂ ਬੋਲਦਾ ਜੀ। ਹਾਂਜੀ। ਸਾਡਾ 6.5 ਸਾਲ ਦਾ ਬੱਚਾ ਆ ਮੁੰਡਾ ਸਾਡੇ, ਤੇ ਉਹਦੀ ਨਕਸੀਰ ਰੋਜ਼ ਹੀ ਟੁੱਟ ਜਾਂਦੀ। ਨਕਸੀਰ ਫੁੱਟਦੀ ਆ, ਠੀਕ ਆ। ਬਹੁਤ ਪਰੇਸ਼ਾਨ ਆ। ਬਸ ਤੁਸੀਂ ਸੁਣਿਆ ਨਹੀਂ ਸੀ, ਉਹ ਤਾਂ ਈਜ਼ੀ ਜਿਹਾ ਆ। ਨਹੀਂ, ਅਸੀਂ ਨਹੀਂ ਸੁਣਿਆ ਨਹੀਂ ਜੀ। ਅਸੀਂ ਤਾਂ ਰੋਜ਼ ਡਾਕਟਰ ਦੇ ਕਈ ਵਾਰੀ ਲੈ ਕੇ, ਹੁਣ 13 ਤਰੀਕ ਦੀ ਅਪਾਇੰਟਮੈਂਟ ਆ, ਉਹ ਮੂਹਰੇ ਲੰਬੀ ਅਪਾਇੰਟਮੈਂਟ ਦਿੰਦੇ ਆ, ਤੇ ਉਹ ਮੁੰਡਾ ਅਸੀਂ ਤੇ ਅਪਾਇੰਟਮੈਂਟ ਵੀ ਨਹੀਂ ਦਿੰਦੇ ਤੁਹਾਨੂੰ, ਸੁਣ ਲਿਆ ਕਰੋ। ਹਸਪੀਟਲ ਦੀ ਅਪਾਇੰਟਮੈਂਟ ਬਣਾਈ ਆ ਵੀ। ਨਹੀਂ ਤੁਸੀਂ ਸੁਣ ਲਿਆ ਕਰੋ, ਮੈਂ ਕਿਹਾ ਇਹ ਤਾਂ ਫ੍ਰੀ ਦੇ ਵਿੱਚ ਆ। ਅੱਛਾ ਜੀ, ਦੱਸੋ। ਤੇਲ ਲਾਉਣਾ ਹੁੰਦਾ ਕੰਨ ਨੱਕ ਨੂੰ। ਨੱਕ ਨੂੰ ਕਿਹੜਾ ਤੇਲ ਜੀ? ਜਿਹੜਾ ਵੀ ਮਰਜ਼ੀ ਲਾ ਦਿਓ ਤੇਲ ਤੁਸੀਂ। ਨੱਕ ਨੂੰ ਹੀ ਲਾਉਣਾ? ਨੱਕ ਨੂੰ ਲਾ ਲਓ, ਧੁੰਨੀ ਨੂੰ ਲਾ ਲਓ, ਲਾਈ ਜਾਇਆ ਕਰੋ ਰੋਜ਼। ਤੇ ਬਾਕੀ ਆਪਾਂ ਪੁੱਛਦੇ ਵੀ ਆ, ਹੋ ਸਕਦਾ ਕਿਸੇ ਹੋਰ ਨੂੰ ਵੀ ਪਤਾ ਹੋਵੇ। ਇਹਦੀ ਫੀਡਬੈਕ ਸੀ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਨਕਸੀਰ ਦਾ ਜੇ ਕੋਈ ਹੋਰ ਵੀ ਇਲਾਜ ਹੋਇਆ ਤੇ ਪਲੀਜ਼ ਜ਼ਰੂਰ ਦੱਸ ਦਿਓ। ਅੱਗੇ ਸਾਡੇ ਨਾਲ ਜੁੜੇ ਨੇ ਹਰਵੰਸ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਦੱਸਣਾ ਸੀ, ਉਹ ਭੈਣ ਕਹਿੰਦੀ ਨਾ ਮੇਰੀਆਂ ਬਾਹਾਂ ਬੜੀਆਂ ਦੁਖਦੀਆਂ ਨੇ, ਤੇ ਮਤਲਬ ਕਿ ਜਿਵੇਂ ਆਰਥਰਾਈਟਿਸ ਅਜੇ ਆ। ਇੱਕ ਇੱਥੇ ਉਹ ਕਾਲਾ ਆਇਆ ਸੀਗਾ, ਤੇ ਉਹਦੇ ਹੱਥ ਵਿੱਚ ਚੇਨਾਂ ਪਾਈਆਂ ਸੀਗੀਆਂ, ਜਿਹੜੇ ਬ੍ਰੇਸਲੇਟ ਨਹੀਂ ਹੁੰਦੇ ਮੈਗਨੇਟ ਵਾਲੇ। ਉਹ ਕਹਿੰਦਾ ਮੇਰੀਆਂ ਉਂਗਲਾਂ ਮੁੜਦੀਆਂ ਸੀ, ਬਹੁਤ ਦਰਦ ਹੁੰਦਾ ਸੀ, ਬਹੁਤ ਤਕਲੀਫ ਸੀ। ਕਹਿੰਦਾ ਜਦੋਂ ਨੇ ਮੈਂ ਬ੍ਰੇਸਲੇਟ ਪਾਏ ਆ, ਮੇਰੇ ਦਰਦ ਬਿਲਕੁਲ ਖਤਮ ਹੋ ਗਏ। ਦੋਨੇ ਬਾਹਾਂ ਦੇ ਵਿੱਚ ਪਾਏ ਹੋਏ ਆ। ਉਹ ਇਹਨਾਂ ਨੂੰ ਮਿਲਣੇ ਨੇ, ਇੰਟਰਨੈਟ ਤੇ ਪਾ ਲੈਣ ਵੀ ਵੂਮਨ ਬ੍ਰੇਸਲੇਟ, ਤੇ ਉੱਥੋਂ ਉਹਨਾਂ ਨੂੰ ਆ ਜਾਣਾ, ਉਹ ਮੰਗਾ ਲੈਣ, ਤੇ ਉਹ ਆਪਣੇ ਹੱਥ ਵਿੱਚ ਜਦੋਂ ਪਾਉਣਾ ਹੈਗਾ, ਉਹ ਜ਼ਿਆਦਾ ਟਾਈਟ ਨਹੀਂ ਪਾਉਣਾ, ਜ਼ਿਆਦਾ ਢਿੱਲਾ ਨਹੀਂ ਪਾਉਣਾ। ਮਤਲਬ ਕਿ ਘੜੀ ਵਾਲੇ ਨਹੀਂ ਜਿਹੜੇ, ਉਹ ਬਾਡੀ ਨੂੰ ਟੱਚ ਕਰਨਾ ਚਾਹੀਦਾ। ਹਾਂਜੀ, ਉਹ ਚੇਨ ਵਾਲਾ ਜਿਹੜਾ ਵੀ ਐਡਜਸਟ ਕਰਦਾ ਉਹ ਕਰ ਦੂਗਾ, ਤੇ ਉਹ ਪਾ ਲੈਣ ਦੋਨਾਂ ਹੱਥਾਂ ਵਿੱਚ, ਉਹਨਾਂ ਦਾ ਦਰਦ ਬਿਲਕੁਲ ਖਤਮ ਹੋ ਜਾਏ। ਠੀਕ ਹੈ ਜੀ। ਹਾਂਜੀ, ਆਈ ਮੈਂ ਦੱਸਣੀ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਅੱਗੇ ਪੂਜਾ। सत श्री अकाल आंटी जी। सत श्री अकाल आंटी जी। मैं वो साल के बेबी लिए बताना था जिसको लेड की प्रॉब्लम है। हाँ। लेड एक तरह की पॉइजनिंग है, जो कई बार डस्ट या आप अपने घर में या आई डोंट नो उनके वो वेल्डिंग का काम करते हैं किसका, तो वो उसकी वजह से हो जाती है। पानी से भी हो जाती है, और पॉइजनिंग होती है, फूड पॉइजनिंग होती है, सिस्टम से निकालनी बहुत मुश्किल हो जाती है। पर मैं अपने बच्चों को भी एक मेडिसिन है जो इट्स कॉल्ड टॉक्सिन रिमूवल, जो बॉडी से ये हर तरह के मर्क्यूरी, एल्युमिनियम हो या अपना लेड हो, वो निकाल देता है। और ये सिर्फ 2 स्प्रे मॉर्निंग में और 2 स्प्रे इवनिंग में देने, और इसका कोई टेस्ट नहीं होता। आप 0 मंथ के बच्चे कोई भी एडल्ट ले सकता है टॉक्सिन रिमूव करने के लिए बॉडी। इसका नाम है एडवांस्ड TRS, और ये वेबसाइट है कोसेवा, COSEVA। ऑनलाइन मिल जाएगी ना वो? हाँ जी, ऑनलाइन मिल जाएगी। पर ये मैं गारंटी देती हूँ कि अगर ये अपने बच्चे को 2 स्प्रे मॉर्निंग 2 इवनिंग, उसका नेक्स्ट ब्लड वर्क में वो देखेंगे कि LED का लेवल कम हो गया। LED सिर्फ ये प्रॉब्लम बच्चों में सिर्फ ये होती है कि आगे जाके उनको इरिटेबिलिटी, डेवलपमेंटल डिलेज और ये कॉज कर सकता है लेड। तो बाकी उसका इम्यून सिस्टम स्ट्रांग रखें, वो उसको दही वगैरह जो भी एडवाइस किया है उसको ज़रूर दें। पर LED जो होता है स्पेसिफिकली, जो ये अपना टॉक्सिन है, वो बॉडी से निकालना बहुत मुश्किल हो जाता है। तो इसीलिए ये मैं गारंटी देती हूँ। ये थोड़ी एक्सपेंसिव है, बट अगर वो ये मैं अपना फ़ोन नंबर छोड़ सकती हूँ आपके पास, अगर वो मुझे कॉल करना चाहे, आई विल बी मोर देन हैप्पी टू हेल्प हिम कि कौन सी वेबसाइट से मिलती है। पर वो ज़रूर देखेंगे कि उसके नेक्स्ट ब्लड वर्क में उसका लेवल कम हो गया होगा। हाँ, कोई बात नहीं पूजा जी, वो ले लेंगे या मेरे ख्याल से या कर लेंगे, रिसर्च कर लेंगे, नहीं तो और हम जैसे आपको बहुत बदर करेंगे। मैं सॉरी हूँ कि नहीं तो फ़ोन तुमने तो छोड़ दिया, मेरे से पूछते रहेंगे, मेरे पास होता नहीं हो ऑल द टाइम। बलविंदर। हेलो, हाँ जी, सत श्री अकाल। सत श्री अकाल। हाँ जी, ਉਹ ਮੈਂ ਦੱਸਣਾ ਸੀਗਾ ਜਿਨ੍ਹਾਂ ਨੂੰ ਅਰਥਰਾਈਟਿਸ ਹੈ ਤੇ ਉਹ ਸੌਖਾ ਤਰੀਕਾ ਹੈ, ਕੋਈ ਔਖਾ ਨਹੀਂ ਹੈ। ਤੇ ਮੇਰੇ ਅੱਡੀ ਬਹੁਤ ਦਰਦ ਹੁੰਦੀ ਸੀ ਆ 2 ਦਿਨ ਪਹਿਲਾਂ, ਕਿਉਂਕਿ ਮੈਨੂੰ ਮੇਰੇ ਫ੍ਰੈਕਚਰ ਸੀ ਇਹ, ਤੇ ਮੇਰੇ ਅਰਥਰਾਈਟਿਸ ਵੀ ਹੈ, ਡਾਕਟਰ ਨੇ ਦੱਸਿਆ ਇਹਦੇ ਚ ਗਿੱਟੇ ਦੇ ਵਿੱਚ। ਤੇ ਮੇਰੇ ਕੋਲ ਜਦ ਮੈਂ ਚੱਲਦੀ ਸੀ ਤਾਂ ਚੱਲਿਆ ਜਾਂਦਾ, ਤੇ ਨਹੀਂ ਬੈਠ ਜਾਂਦੀ ਸੀ ਤਾਂ ਫਿਰ ਉਹ ਥੋੜਾ ਔਖਾ ਹੁੰਦਾ ਸੀ ਉੱਠ ਕੇ ਤੁਰਨਾ। ਤੇ ਉਹ ਮੈਂ ਦੱਸਿਆ ਵੀ ਸੀ ਅੱਗੇ ਵੀ, ਮੈਂ ਪਿਛਲੀ ਵਾਰੀ ਵੀ 2 ਹਫ਼ਤੇ ਪਹਿਲਾਂ ਸ਼ਾਇਦ,
ਤੇ ਪਰ ਲੋਕ ਸੁਣਦੇ ਨਹੀਂ, ਕਰਦੇ ਨਹੀਂ, ਤੇ ਮੈਂ ਤਾਂ ਉਦੋਂ ਹੀ ਕੀਤਾ। ਤੇ ਹਲਦੀ ਕੋਈ ਔਖਾ ਕੰਮ ਨਹੀਂ ਹੈ, 2 ਚਮਚੇ ਅੰਬਾ ਹਲਦੀ ਜਾਣਦੀ ਆਪਦੀ ਵਧੀਆ ਹੋਵੇ ਜਾਂ ਆਰਗੈਨਿਕ ਹੋਵੇ, ਤੁਸੀਂ ਲੈ ਸਕਦੇ ਆ ਹੈਲਥ ਫੂਡ ਸਟੋਰਾਂ ਤੋਂ। ਤੇ ਅਸ਼ਵਗੰਧਾ 2 ਚਮਚੇ, ਤੇ 2 ਚਮਚੇ ਹਲਦੀ, 2 ਚਮਚੇ ਸੁੰਡ ਵੀ ਮਤਲਬ ਮੈਂ ਆਰਗੈਨਿਕ ਲਿਆਈ ਆ, ਮੈਂ ਆ ਦੂਜੀ ਮੇਰੇ ਕੋਲ ਸੀ, ਮੈਂ ਨਹੀਂ ਉਹ ਬਾਤੀ, ਤਾਂ ਉਹ ਮੈਂ ਲੈਮਨੇਡ ਚ ਪਾ ਲਿਆ। ਉਹਨਾਂ ਨੇ ਸਪਰਾਈਟ ਚ ਦੱਸਿਆ ਸੀ ਤੁਸੀਂ ਕਿਸੇ ਵੀ ਡਰਿੰਕ ਦੇ ਵਿੱਚ ਪਾ ਸਕਦੇ ਆ, ਉਹ ਨਹੀਂ ਲੈ ਕੋਕ ਨਹੀਂ ਲੈਣਾ, ਤੇ ਸਪਰਾਈਟ ਚ ਪਾ ਸਕਦੇ ਆ, ਕੋਈ ਹਿੱਸੇ ਚ ਵੀ ਪਾ ਸਕਦੇ ਆ। ਤੇ ਉਹਦੇ ਚ ਇਹ ਜੇ ਵੱਡੀ ਬੋਤਲ ਹੈ ਤਾਂ ਜੇ ਤਾਂ ਹੈਗੀ 2 ਲੀਟਰ ਦੀ, ਫਿਰ ਤਾਂ ਤੁਸੀਂ 4 ਚਮਚੇ ਪਾ ਲਓ, ਤੇ ਨਹੀਂ ਤਾਂ ਰਲਾ ਕੇ ਸਾਰਾ ਮਿਸ਼ਰਣ ਪਹਿਲਾਂ ਉਹਦੀ ਗੈਸ ਕੱਢ ਲਓ ਹੌਲੀ ਹੌਲੀ, ਫਿਰ ਉਹਦੇ ਚ ਇਹ ਪਾ ਲਓ ਇਹ ਸਮਾਨ। ਜੇ ਛੋਟੀ ਆ ਤਾਂ 2 ਪਾ ਲਓ, ਤੇ ਮਤਲਬ ਟੋਟਲ 2 ਚਮਚੇ ਮਿਕਸ ਕਰ ਲਓ ਇਹ ਸਮਾਨ, 3 ਚੀਜ਼ਾਂ ਥੋੜੀਆਂ ਥੋੜੀਆਂ। ਤੇ 750 ml ਆ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਇੱਕ ਬੋਤਲ 4 ਬੋਤਲਾਂ ਪੀਣੀਆਂ। ਜੇ ਤੁਹਾਡੀ ਵੱਡੀਆਂ ਬੋਤਲਾਂ ਹੈ ਤੇ 2 ਲੀਟਰ ਵਾਲੀਆਂ ਤੇ ਤੁਸੀਂ ਉਹ ਮਤਲਬ 2 ਪੀਣੀਆਂ। ਤੇ ਇਹ ਤੁਸੀਂ ਦਿਨ ਚ ਤੁਹਾਡੀ ਮਰਜ਼ੀ ਆ, ਤੁਸੀਂ 1 ਕੱਪ ਪੀ ਲਓ, 2 ਪੀ ਲਓ, 3 ਪੀ ਲਓ, ਵੱਧ ਤੋਂ ਵੱਧ 3 ਕੱਪ ਪੀ ਲਓ, ਚਲ 2 ਪੀ ਲਓ, 1 ਸਵੇਰੇ 1 ਸ਼ਾਮ। ਤੁਹਾਨੂੰ ਜੇ ਤੁਸੀਂ 3 ਪੀ ਲੈਨੇ ਆ ਕੱਪ ਇਹ ਸਾਰੀ 3 ਤਾਂ ਤੁਹਾਨੂੰ ਉਸੇ ਦਾ ਨਹੀਂ ਫਰਕ ਪੈ ਜਾਣਾ। ਮੈਨੂੰ ਤਾਂ ਸੇਮ ਡੇ ਹੀ ਪੈ ਗਿਆ। ਹਾਂਜੀ ਮੈਂ ਸੇਮ ਡੇ ਹੀ ਪੈ ਗਿਆ। ਮੈਂ ਉਹਨੇ ਲੇਡੀ ਨੇ ਦੱਸਿਆ ਸੀ ਵੀ ਸੇਮ ਡੇ ਹੀ ਪੈ ਜਾਂਦਾ, ਵੀ ਮੈਂ 3 ਕੱਪ ਪੀਤੇ ਆ, ਪਰ ਮੈਂ ਅੱਧੀ ਕੁ ਬੋਤਲ ਉਸ ਪਹਿਲਾਂ ਪੀ ਗਈ, ਅੱਧੀ ਕੁ ਬੋਤਲ ਫੇਰ ਮੈਂ ਥੋੜੇ ਪੀ ਲਈ। ਮੈਂ ਛੋਟੀ ਪੀਤੀ ਸੀ 500 ml, ਮੈਂ 1 ਦਿਨ ਚ ਖਤਮ ਕਰਤਾ, ਮੇਰੇ ਸੇਮ ਡੇ ਹੀ ਫਰਕ ਪੈ ਗਿਆ। ਤਾਂ ਉਹ ਇਹ ਤੁਸੀਂ 1 ਚਮਚਾ ਕੁਆਂਟਿਟੀ ਦੇ ਹਿਸਾਬ ਨਾਲ ਲੈਣਾ, ਜੇ ਜੀ ਤੁਹਾਡੀ ਬੋਤਲ ਆ ਉਹ ਨਾ, ਜੇ ਵੱਡੀ ਆ ਤਾਂ ਤੁਹਾਨੂੰ ਮੈਂ ਕਹਿੰਦੀ ਆ ਵੀ ਟੋਟਲ ਸਮੱਗਰੀ 4 ਚਮਚੇ ਪਾ ਲਓ, ਜੇ ਛੋਟੀ ਆ ਤਾਂ 2 ਚਮਚੇ ਸਾਰਾ ਇਕੱਠਾ ਕਰ ਲਓ ਸਮਾਨ, ਤੇ ਇਹ ਮਿਕਸ ਕਰਕੇ ਇਹ ਪਾ ਕੇ ਇਹਦੀ ਗੈਸ ਆ ਜਿਹੜੀ ਇਹ ਹੌਲੀ ਹੌਲੀ ਕੱਢਣੀ ਆ। ਉਹਨੇ 2 ਚਮਚੇ ਕਿਹਾ ਸੀ, ਤੇ ਪਰ ਮੈਂ ਤਾਂ ਇਹ ਕਹਿੰਦੀ ਆ ਵੀ ਤੁਸੀਂ 2 ਚਮਚੇ ਟੋਟਲ ਲੈ ਲਓ, 3 ਥੋੜਾ ਸਮਾਨ 3 ਚੀਜ਼ਾਂ, ਤੇ ਉਹ ਛੋਟੀ ਬੋਤਲ 'ਚ ਇੰਨਾ ਪਾ ਲਓ। ਤੇ ਇਹ ਜਿਹੜੀ ਗੈਸ ਆ ਨਾ, ਇਹ ਬਹੁਤ ਨੂੰ ਟਾਈਮ ਲੱਗਦਾ ਬੰਦ ਕਰਨਾ ਖੋਲਣਾ, ਬੰਦ ਕਰਨਾ ਖੋਲਣਾ, ਕਿਉਂਕਿ ਉਹ ਜਿਹੜੀ ਗੈਸ ਦੇ ਵਿੱਚ ਇਹ ਚੀਜ਼ਾਂ ਰਿੱਝੀ ਜਾਣੀਆਂ, ਤੇ ਇਹ ਤੁਹਾਨੂੰ ਉਹ ਬਾਹਰ ਨਹੀਂ ਨਿਕਲਣੀ ਚਾਹੀਦੀ। ਹੌਲੀ ਉਨੀ ਕਿ ਖਸਕਾ ਲੈਣੀ ਆ ਬੋਤਲ, ਉਹਨਾਂ ਕੁ ਢੱਕਣਾ, ਉਹਨਾਂ ਕੀ ਫਿਰ ਬੰਦ ਕਰ ਦੇਣਾ। ਜਦੋਂ ਸਾਰੀ ਨਿਕਲ ਗਈ ਵੀ ਹੁਣ ਬਾਹਰ ਨਹੀਂ ਨਿਕਲਦੀ, ਤਾਂ ਉਸ ਤੋਂ ਬਾਅਦ ਤੁਸੀਂ ਪੀ ਲਓ। ਇਹ ਫਰਿੱਜ 'ਚ ਨਹੀਂ ਰੱਖਣੀ ਤੇ ਬਾਹਰ ਹੀ ਰੱਖਣੀ ਆ। ਹਾਂਜੀ, ਕਿਸੇ ਵੀ ਤਰ੍ਹਾਂ ਦਾ ਆਰਥਰਾਈਟਿਸ ਹੋਵੇ, ਜਿਹੜਾ ਇਲਾਜ ਦੱਸਣਾ ਹੁੰਦਾ ਪਲੀਜ਼ ਇੱਕ ਵਾਰ ਜ਼ਰੂਰ ਤੁਸੀਂ ਦੱਸਿਆ ਕਰੋ। ਉਹ ਜਿਹੜਾ ਇਹਨਾਂ ਨੇ ਹੁਣ ਦੱਸਿਆ ਆ ਉਹ 2 ਵੀਕਾਂ ਪਹਿਲਾਂ ਇੱਥੇ ਰੇਡੀਓ ਤੋਂ ਵੀ ਦੱਸਿਆ ਗਿਆ ਸੀਗਾ, ਤੇ ਪਲੀਜ਼ ਕਰਕੇ ਜ਼ਰੂਰ ਦੇਖਿਆ ਕਰੋ, ਉਹਨਾਂ ਦੇ ਨਾਲ ਆਰਾਮ ਜ਼ਰੂਰ ਆਉਂਦਾ। ਰੈਂਪੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਮੈਂ ਨਾ 35 ਸਾਲ ਦੀ ਆ, ਤੇ ਮੈਨੂੰ ਐਵਰੀ ਮੰਥ ਪੀਰੀਅਡ ਆਉਂਦੇ ਆ, ਪੀਰੀਅਡ ਪ੍ਰੋਪਰ ਆਉਂਦੇ ਆ, ਬਟ ਮੇਰੇ ਨਾ ਰਾਈਟ ਸਾਈਡ ਤੇ ਜਿੱਥੋਂ ਲੈਗ ਸ਼ੁਰੂ ਹੁੰਦੀ ਆ ਜੁੜਦੀ ਆ ਜਿੱਦਾਂ ਸਟਮਕ ਦੇ ਨਾਲ, ਕੱਲੀ ਉਸ ਨਾੜ ਦੇ ਵਿੱਚ ਹੀ ਪੇਨ ਹੁੰਦੀ ਆ। ਜਿੱਦਾਂ 3 ਦਿਨ ਪੀਰੀਅਡਸ ਰਹਿੰਦੇ, 4 ਦਿਨ ਹੀ ਬਹੁਤ ਜ਼ਿਆਦਾ ਪੇਨ ਰਹਿੰਦੀ ਆ, ਵੀ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਮੈਨੂੰ ਹਸਪੀਟਲ ਐਡਮਿਟ ਹੋਣਾ ਪੈਣਾ। ਤੇ ਮੇਰੀ ਪੇਨ ਕਿਸੇ ਵੀ ਚੀਜ਼ ਨਾਲ ਹਟ ਨਹੀਂ। ਠੀਕ ਹੈ ਜੀ। ਤੇ ਨਾਲੇ ਮੈਂ ਪੁੱਛਣਾ ਸੀਗਾ ਵੀ ਲਾਸਟ ਮੰਥ ਕਿਸੇ ਨੇ ਦੱਸਿਆ ਸੀ ਵੀ ਜਦੋਂ ਹੇਅਰ ਫਾਲ ਹੁੰਦੇ ਆ ਰੂਟ ਤੋਂ ਹੀ, ਤੇ ਵੈਪੋ ਰਬ ਦੇ ਵਿੱਚ ਮੁਸ਼ਕਪੂਰ ਆਈ ਥਿੰਕ ਉਹਨਾਂ ਨੇ ਕਿਹਾ ਸੀ ਕੁੱਟ ਕੇ ਮਿਕਸ ਕਰਕੇ ਵਾਲਾਂ ਨੂੰ ਲਾ ਲਓ ਮਹੀਨੇ 'ਚ 4 ਵਾਰੀ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਸੀ ਵੀ ਕਿੰਨੇ ਮਿੰਟ ਲਾ ਕੇ ਰੱਖਣਾ ਆ, ਤੇ ਮਗਰੋਂ ਸ਼ੈਂਪੂ ਯੂਜ਼ ਕਰਨਾ ਆ ਕਿ ਨਹੀਂ। ਉਹ ਤਾਂ ਕੱਢਣਾ ਫਿਰ ਮੁਸ਼ਕਿਲ ਹੀ ਹੋਊਗਾ ਉਦਾਂ ਤੇ। ਹਾਂ, ਤੁਸੀਂ ਇੱਕ ਵਾਰੀ ਯੂਜ਼ ਕਰਕੇ ਦੇਖਿਓ, ਕੋਈ ਨਹੀਂ, ਘੰਟਾ ਕੁ ਰੱਖ ਲਓ, ਕੋਈ ਗੱਲ ਨਹੀਂ, ਉਹਦਾ ਕੋਈ ਨੁਕਸਾਨ ਨਹੀਂਗਾ। ਓਕੇ, ਵੈਪੋ ਰਬ ਦਾ ਕੋਈ ਨੁਕਸਾਨ ਨਹੀਂ ਨਾ? ਨਹੀਂ, ਨੁਕਸਾਨ ਤੇ ਉਹਦਾ ਕੋਈ ਨਹੀਂ ਹੈਗਾ, ਇੱਕ ਤਾਂ ਉਹ ਤਾਂ ਦਵਾਈ ਆ। ਓਕੇ, ਤਾਂ ਉਹ ਮੇਰੀ ਪੇਨ ਦਾ ਜ਼ਰੂਰ ਪੁੱਛਿਓ, ਮੈਂ ਬਹੁਤ ਜ਼ਿਆਦਾ ਰਹਿੰਦੀ ਆ। ਜ਼ਰੂਰ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਸੰਦੀਪ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਫਟਾਫਟ ਦੱਸ ਦਿੰਦਾ, ਜਿਹੜਾ ਅਰਥਰਾਈਟਿਸ ਦਾ ਤੇ ਜਿਹੜਾ ਆਪਣਾ ਰਾਣੀ ਭੈਣ ਜੀ ਕਹਿੰਦੇ ਸੀ ਕਿ ਉਹਨਾਂ ਇਨਫਲੇਮੇਸ਼ਨ, ਇਹ ਦੋਨਾਂ ਦੀ ਐਕਚੁਅਲੀ ਬੇਸਿਕਲੀ ਸੇਮ ਪ੍ਰੋਬਲਮ ਆ,
ਇਹਦੇ ਵਿੱਚ ਜਿੰਨੀ ਦਵਾਈ ਖਾਣੀ ਜ਼ਰੂਰੀ ਆ ਉਨਾ ਪਰਹੇਜ਼ ਕਰਨਾ ਜ਼ਰੂਰੀ ਹੈ ਇਹਦੇ ਵਿੱਚ। ਤੇ ਕਿਉਂਕਿ ਮੈਂ ਗੁਜ਼ਰ ਚੁੱਕਿਆ ਜਿੱਦਾਂ ਭੈਣ ਜੀ ਜਿਹੜੇ ਹਾਲਤ ਵਿੱਚ ਸੀਗੇ, ਬਿਲਕੁਲ ਉਸ ਹਾਲਤ ਵਿੱਚ ਮੈਂ ਗੁਜ਼ਰ ਚੁੱਕਿਆ ਕਿ ਜਿੱਥੇ ਮੇਰੇ ਤੋਂ ਨਾ ਬੈਠਿਆ ਜਾਂਦਾ, ਨਾ ਉੱਠਿਆ ਜਾਂਦਾ, ਨਾ ਪਾਣੀ ਪੀ ਸਕਦਾ ਸੀ ਗਲਾਸ 'ਚ। ਤੇ ਉਹ ਇਹ ਜੀ ਪਹਿਲੀ ਗੱਲ ਤਾਂ ਇਹ ਆ ਜੀ ਕਿ ਉਹਦੇ ਵਿੱਚ ਉਹਨਾਂ ਨੇ ਇੱਕ ਦਵਾਈ ਜਿਹੜੀ ਆ ਉਹ ਮੈਂ ਬਣਾਈ ਸੀਗੀ ਤੇ ਉਹ ਮੈਨੂੰ ਬਹੁਤ ਫਾਇਦੇਮੰਦ ਹੋਈ ਆ। ਮੈਂ ਦੱਸ ਦਿੰਦਾ, 2-3 ਵਾਰੀ ਮੈਂ ਉੱਦਾਂ ਦੱਸ ਚੁੱਕਿਆ, ਫਿਰ ਦੱਸ ਦਿੰਦਾ। ਕਾਲੀ ਮਿਰਚ, ਸੁੰਡ, ਮਗਾਂ ਤੇ ਹਲਦੀ, ਨਹੀਂ ਐਕਚੁਅਲੀ ਤੇ ਨਹੀਂ, ਕਾਲੀ ਮਿਰਚ, ਮਗਾਂ ਤੇ ਸੁੰਡ, ਜਿੰਨੀਆਂ ਇਹ ਲੈਣੀਆਂ ਉਨੇ ਹੀ ਮਣੱਕੇ ਲੈ ਉਹ ਤੋਂ ਦੁੱਗਣੇ ਮਣੱਕੇ ਲੈ ਕੇ ਉਹਨਾਂ ਨੂੰ ਮਿਕਸ ਕਰਕੇ ਉਹਨਾਂ ਦੀ ਪੇਸਟ ਜੀ ਬਣ ਜਾਂਦੀ ਆ। ਗ੍ਰਾਈਂਡਰ ਕਰ ਲਓ, ਉਹਦੇ ਪੇਸਟ ਜੀ ਬਣ ਜਾਂਦੀ, ਛੋਟੀਆਂ ਛੋਟੀਆਂ ਗੋਲੀਆਂ ਬਣਾ ਲਓ ਤੇ ਉਹ 2-3 ਵਾਰੀ 2 ਸਵੇਰੇ ਖਾਣੀਆਂ, 2 ਸ਼ਾਮ ਨੂੰ ਖਾਣੀਆਂ। ਗਰਮ ਬਹੁਤ ਹੁੰਦੀਆਂ ਇਹ। ਤੇ ਇਹਦੇ ਨਾਲ ਜੇ ਤੁਹਾਨੂੰ ਜੇ ਜ਼ਿਆਦਾ ਗਰਮ ਆ ਤਾਂ ਨਾਲ ਲੱਸੀ ਪੀ ਲਓ। ਤੇ ਇਹ ਬਾਕੀ ਜਿਹੜੀ ਤੁਹਾਡੀ ਡਾਇਟ ਆ ਜੀ ਉਹ ਤੁਹਾਨੂੰ ਚੇਂਜ ਕਰਨੀ ਪੈਣੀ ਆ। ਤੇ ਬਾਕੀ ਜੇ ਤਾਂ ਤੁਸੀਂ ਜੰਕ ਫੂਡ ਖਾਂਦੇ ਹੋ ਬਿਲਕੁਲ ਬੰਦ ਕਰਨਾ ਪੈਣਾ। ਤੇ ਫਾਸਟ ਫੂਡ ਕੋਈ ਵੀ ਚਿਪਸ ਚੁਪਸ, ਕੋਈ ਵੀ ਰੀਫਰਾਈਡ ਚੀਜ਼, ਕੋਈ ਵੀ ਚੀਜ਼ ਇਹੋ ਜਿਹੀ ਜਿਹੜੀ ਆ ਚਿੱਟੇ ਚੌਲ ਤੱਕ, ਬ੍ਰੈਡ ਤੱਕ, ਪਾਸਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਬਣ ਕੇ ਆਉਂਦੀਆਂ। ਜੇ ਤੁਸੀਂ ਇਸ ਤੋਂ ਠੀਕ ਕਰਨੀ ਇਨਫੋਰਮੇਸ਼ਨ, ਇਹਦਾ ਇਹੀ ਤਰੀਕਾ ਕਿ ਤੁਸੀਂ ਜਿਹੜੀ ਚੀਜ਼ ਖਾਣੀ ਆ ਉਸੇ ਵੇਲੇ ਕੁੱਕ ਕਰਕੇ ਖਾਓ। ਕੋਈ ਵੀ ਇਹਦੇ ਵਿੱਚ ਕੋਈ ਸੋਡਾ ਨਹੀਂ, ਕੋਈ ਜਿਹੜੀ ਹੁੰਦੀਆਂ ਡਰਿੰਕਸ ਹੁੰਦੀਆਂ, ਕੋਈ ਇਹੋ ਜਿਹੀ ਚੀਜ਼ ਜਿਹੜੀ ਪ੍ਰੀ ਮੇਡ ਉਹ ਨਹੀਂ ਖਾਣੀ, ਜਾਂ ਪ੍ਰੀ ਮੇਡ ਮੀਟ ਤੇ ਜੋ ਵੀ ਆ ਉਹ ਨਹੀਂ ਖਾਣਾ। ਤੇ ਇਹ ਪਰਹੇਜ਼ ਇਹਦਾ ਜ਼ਰੂਰੀ ਆ। ਬਾਕੀ ਜੀ ਜਿਹਨਾਂ ਉਹ ਕਹਿੰਦੇ ਸੀ ਜਿਹੜੇ ਫੂਡ ਇਹਨਾਂ ਨੇ ਖਾਣੇ ਨੇ ਉਹ ਬਲੂਬੈਰੀ ਆ ਜੀ, ਆਪਣਾ ਹੈਗਾ ਵਾ ਪਾਈਨਐਪਲ ਦਾ ਜੂਸ, ਬਲੂਬੈਰੀਜ਼ ਹੋ ਗਿਆ, ਮਸ਼ਰੂਮ ਖਾ ਸਕਦੇ ਨੇ, ਚੈਰੀਜ਼ ਖਾ ਸਕਦੇ ਨੇ, ਟਮਾਟਰ, ਬਰੋਕਲੀ, ਜੇ ਮਿੱਠਾ ਖਾਣਾ ਤਾਂ ਡਾਰਕ ਚਾਕਲੇਟ ਜਿਹੜਾ ਹੁੰਦਾ ਉਹ ਖਾ ਸਕਦੇ ਆ। ਇਹ ਚੀਜ਼ਾਂ ਮੈਂ ਕਰਕੇ ਦੇਖਿਆ ਜੀ, ਤਾਂ ਮੈਂ ਕਹਿ ਰਿਹਾ ਕਿ ਮੈਂ ਪੂਰੀ ਆਪਣੀ ਡਾਇਟ ਚੇਂਜ ਕੀਤੀ ਸੀਗੀ। ਇੱਕ ਜਿਹੜਾ ਹਲਦੀ ਆ ਜੀ, ਹਲਦੀ ਦੇ ਕੈਪਸੂਲ ਮਿਲ ਜਾਂਦੇ ਆ। ਹਲਦੀ ਉੱਦਾਂ ਤੇ ਆਪਾਂ ਵਰਤਦੇ ਆਪਾਂ ਨੇ, ਇਸ ਸਥਿਤੀ ਵਿੱਚ ਜਿਹੜੀ ਆ ਉਹ ਹਲਦੀ ਜ਼ਰੂਰੀ ਜਿਹੜੀ ਹੈ ਉਹਦੀ ਅੰਦਰ ਇੱਕ ਹੁੰਦਾ ਗੁਣ ਹੁੰਦਾ ਉਹ ਜ਼ਰੂਰੀ ਹੁੰਦਾ, ਉਹ ਹੁੰਦਾ ਕਰਕਰੋਮ ਕਹਿੰਦੇ ਆ ਉਹਨੂੰ। ਤੇ ਉਹਦੇ ਕੈਪਸੂਲ ਮਿਲ ਜਾਂਦੇ ਆ 2000 ਮਿਲੀਗ੍ਰਾਮ ਆਈ ਥਿੰਕ ਹੁੰਦੇ ਆ ਉਹ। ਤੇ ਉਹ ਤੁਸੀਂ ਰਾਤ ਨੂੰ ਤੇ ਸਵੇਰੇ ਦਿਨ 'ਚ 2 ਵਾਰੀ, ਇੱਕ ਕੈਪਸੂਲ ਸਵੇਰੇ, ਇੱਕ ਰਾਤ ਨੂੰ, ਕੋਸੇ ਦੁੱਧ ਵਿੱਚ ਗਰਮ ਕਰਕੇ ਤੇ ਉਹ ਵਿੱਚ ਤੋੜ ਕੇ ਬਾਅਦ ਵਿੱਚ ਜਦੋਂ ਗਰਮ ਕਰ ਲਿਆ ਬਾਅਦ ਵਿੱਚ ਤੋੜ ਕੇ ਪਾ ਕੇ ਉਹ ਪੀਣਾ ਵਾ। ਤੇ ਇਹ ਤੁਸੀਂ ਆਪਣੀ ਹੈਬਿਟ ਹੀ ਬਣਾਓ। ਤੁਹਾਨੂੰ ਮਹੀਨਾ 2 ਮਹੀਨੇ ਕਰਨਾ ਪੈਣਾ ਤੇ ਇਨਫੋਰਮੇਸ਼ਨ ਪੂਰੀ ਚੱਲ ਜੂਗੀ। ਤੇ ਜਿਹਨਾਂ ਦਾ ਅਰਥਰਾਈਟਸ ਆ ਉਹਨਾਂ ਨੂੰ ਬਹੁਤ ਹੈਲਪ ਹੋਊਗੀ। ਬਸ ਇੰਨੀਆਂ ਬੇਨਤੀਆਂ ਸੀ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਪਲੀਜ਼ ਕਰਕੇ ਤੁਸੀਂ ਜ਼ਰੂਰ ਦੇਖਿਆ ਕਰੋ। ਜੇ ਤੁਸੀਂ ਕਰਕੇ ਦੇਖੋਗੇ ਤਾਂ ਆਰਾਮ ਆਊਗਾ। ਰੈਂਪੀ ਜੀ ਨੇ ਪੁੱਛਿਆ ਸੀਗਾ, ਉਹਨਾਂ ਦੇ ਪੇਨ ਹੁੰਦੀ ਆ ਲੱਤ 'ਚ ਇੱਕ ਸਾਈਡ 'ਤੇ। ਵੈਸੇ ਇਸ ਚੀਜ਼ ਤੋਂ ਦੱਸਿਆ ਸੀ ਕਿ ਇੱਕ ਬਰਾਂਡੀ ਦਾ ਇੱਕ ਤੁੰਬਾ ਨਾ ਧੁੰਨੀ 'ਚ ਪਾਉਣਾ ਆ, ਉਹ ਤੁਸੀਂ ਕਰਕੇ ਦੇਖ ਸਕਦੇ ਹੋ। ਵੈਸੇ ਜਦ ਤੱਕ ਕੋਈ ਹੋਰ ਇਲਾਜ ਨਹੀਂ ਦੱਸਦਾ ਉਦੋਂ ਤੱਕ ਆਪਾਂ ਇਹੀ ਤੁਸੀਂ ਕਰ ਲਓ। ਆਪਾਂ ਉਹਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਣ ਕੇ ਫਿਰ ਕਰਦੇ ਹਾਂ ਜੀ ਗੱਲਬਾਤ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸੇ ਸਵਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਦੇ ਹੋ, ਫੀਡਬੈਕ ਦਿੰਦੇ ਹੋ, ਨਾਲ ਦੀ ਨਾਲ ਜਿਹੜੀ ਕੋਈ ਵੀ ਹੋਮ ਰੈਮਡੀ ਤੁਹਾਡੇ ਕੋਲ ਹੁੰਦੀ ਆ ਤੁਸੀਂ ਉਹ ਸ਼ੇਅਰ ਕਰਦੇ ਹੋ। ਸਾਡੇ ਕੋਲ ਤਾਂ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਵੀ ਦਵਾਈ ਦੱਸ ਸਕੇ, ਪਰ ਤੁਸੀਂ ਆਪਣਾ ਇਲਾਜ ਪੁੱਛ ਜ਼ਰੂਰ ਜਾਇਆ ਕਰੋ। ਕਈ ਵਾਰੀ ਕਿਸੇ ਕੋਲ ਇਲਾਜ ਹੁੰਦਾ ਹੈ ਪਰ ਉਸ ਦੀ ਲਾਈਨ ਨਹੀਂ ਰਲਦੀ, ਹੋ ਸਕਦਾ ਉਹ ਅਗਲੇ ਹਫ਼ਤੇ ਤੁਹਾਨੂੰ ਕੋਈ ਨਾ ਕੋਈ ਜਵਾਬ ਦੇ ਦੇ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ ਉਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਹੋ ਸਕਦਾ ਤੁਹਾਨੂੰ ਬਾਏ ਹੋਵੇ, ਗਰਮੀ ਹੋਵੇ, ਜਾਂ ਕਿਸੇ ਚੀਜ਼ ਤੋਂ ਅਲਰਜੀ ਹੋਵੇ, ਉਹ ਚੀਜ਼ ਤੁਸੀਂ ਨਹੀਂ ਲੈਣੀ। ਬਾਕੀ ਚੀਜ਼ਾਂ ਤੁਸੀਂ ਉਹਨਾਂ ਦੇ ਵਿੱਚ ਪਾ ਕੇ ਅਤੇ ਉਹਨਾਂ ਨੂੰ ਵਰਤ ਸਕਦੇ ਆ। ਇਹਨਾਂ ਚੀਜ਼ਾਂ ਦੇ ਵਰਤਣ ਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਥੋੜ੍ਹੀ ਚੀਜ਼ ਤੋਂ ਸ਼ੁਰੂ ਕਰ ਲਿਆ ਕਰੋ, ਉਸ ਤੋਂ ਬਾਅਦ ਜਿਉਂ ਤੁਹਾਨੂੰ ਚੀਜ਼ਾਂ ਪਚੀ ਜਾਂਦੀਆਂ ਉਹ ਤੁਸੀਂ ਲੈ ਸਕਦੇ ਆ। ਸਾਡੇ ਕੋਲ ਡਾਕਟਰ ਕੋਈ ਨਹੀਂ ਹੈਗਾ। ਐਤਵਾਰ ਨੂੰ ਇਹ ਪ੍ਰੋਗਰਾਮ ਹੈ ਜਿਹੜਾ ਰਿਪੀਟ ਕੀਤਾ ਜਾਂਦਾ ਰਾਤ ਨੂੰ 9 ਵਜੇ। ਅਤੇ ਉਸ ਤੋਂ ਬਾਅਦ ਜਗਵੀਰ ਸਿੰਘ ਜੀ ਹੁੰਦੇ ਨੇ ਵੀਰਵਾਰ ਨੂੰ 3:30 ਵਜੇ। ਉਹ ਸਾਰੇ ਪ੍ਰੋਗਰਾਮ ਆ ਅਸੀਂ ਉਹ ਸੰਡੇ ਰਾਤ, ਐਤਵਾਰ ਰਾਤ ਨੂੰ ਲਾਉਂਦੇ ਹਾਂ। ਉਹ 'ਚ ਕਾਲ ਨਹੀਂ ਲੈਂਦੇ ਅਤੇ ਉਹ ਵੀ ਤੁਸੀਂ YouTube ਦੇ ਉੱਤੇ ਵੀ ਤੁਸੀਂ ਉਹਨਾਂ ਨੂੰ ਸੁਣ ਸਕਦੇ ਆ। 408-272 5200 ਸਟੂਡੀਓ ਦਾ ਫੋਨ ਨੰਬਰ ਹੈ। ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਦਲਜੀਤ ਸਤਿ ਸ਼੍ਰੀ ਅਕਾਲ। ਜਿਹੜਾ ਕਹਿੰਦੇ ਸੀ ਬੱਚੇ ਨੂੰ ਨਕਸੀਰ ਚੱਲਦੀ ਆ, ਉਹ ਨਾ ਇਸਬਗੋਲ ਹੁੰਦੀ ਆ, ਉਹ ਦਹੀਂ ਦੇ ਵਿੱਚ ਪਾ ਕੇ ਤੇ ਥੋੜੀ ਜਿਹੀ ਉਹ 'ਚ ਸ਼ੱਕਰ ਪਾ ਲਵੇ, ਉਹ ਉਹਨੂੰ ਖਿਲਾ ਦੇ। ਜਿਵੇਂ ਇੱਕ ਕੌਲੀ 'ਚ ਅੱਧਾ ਚਮਚਾ ਜਾਂ 1 ਚਮਚਾ ਪਾ ਕੇ, ਉਹਦੇ ਨਾਲ ਨਕਸੀਰ ਠੀਕ ਹੋ ਜਾਂਦੇ। ਤੇ ਨਾਲੇ ਨੱਕ ਦੇ ਵਿੱਚ ਸਰੋਂ ਦਾ ਤੇਲ ਪਾਉਣ। ਠੀਕ ਹੈ ਜੀ।
ਹਾਂਜੀ, ਹੋਰ ਤੇਲ ਨਹੀਂ ਕੋਈ ਵੀ, ਇਕੱਲਾ ਸਰੋਂ ਦਾ ਤੇਲ ਪਾਉਣ ਭੈਣ ਜੀ, 1-1 2-2 ਬੂੰਦਾਂ ਪਾ ਦੇਣ ਦੋਨਾਂ। ਹਾਂਜੀ, ਥੈਂਕ ਯੂ ਜੀ, ਦੱਸਣਾ ਸੀਗਾ ਜੀ। ਓਕੇ ਬਾਏ। ਧੰਨਵਾਦ ਜੀ, ਧੰਨਵਾਦ। ਅੱਗੇ ਜੀ ਕੁਲਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ, ਮੇਰੇ ਹੱਥ ਨੇ ਬਹੁਤ ਦਰਦ ਹੁੰਦੀ, ਉਂਗਲਾਂ ਪੈਰਾਂ ਦੀਆਂ ਚ, ਹੱਥਾਂ ਦੀਆਂ ਚ, ਨਾ ਰਾਤ ਨਾ ਦਿਨੇ ਚੈਨ ਦੀ। ਉਹ ਕਿਉਂ ਹੁੰਦੀ ਹੈ? ਕਬਜ਼ ਬਹੁਤ ਰਹਿੰਦੀ, ਕਬਜ਼ ਵੀ ਬਹੁਤ ਰਹਿੰਦੀ। ਠੀਕ ਆ, ਹਾਂਜੀ ਜ਼ਰੂਰ ਸੇ। ਠੀਕ ਹੈ ਜੀ। ਵੈਸੇ ਉਹ ਹੀ ਜਿਹਨਾਂ ਦੇ ਪੇਨ ਹੁੰਦੀ ਸੀ, ਜੁੜੇ ਹੋਏ ਸੀ, ਉਹਨਾਂ ਲਈ ਥੋੜ੍ਹਾ ਜਿਹਾ ਇਲਾਜ ਤਾਂ ਉਹਨਾਂ ਨੇ ਦੱਸਿਆ। ਆਪਾਂ ਹੋਰ ਵੀ ਕਿਸੇ ਨੂੰ ਪੁੱਛਦੇ ਹਾਂ। ਧਰਮਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਹੈ। ਧੰਨਵਾਦ ਜੀ। ਹਾਂਜੀ ਭੈਣ ਜੀ, 2 ਕੁਐਸਚਨ ਹੈ ਮੇਰੇ। ਇੱਕ ਤੇ ਨਾ 16 ਸਾਲ ਦਾ ਬੱਚਾ ਹੈ ਤੇ ਉਹਦੇ ਕੰਨ ਦੇ ਵਿੱਚ ਨਾ ਕੁਛ ਤੀਲਾ ਜਿੱਦਾਂ ਵੱਜ ਗਿਆ ਤੇ ਉਹ ਡਾਕਟਰਾਂ ਨੇ ਆਪਰੇਸ਼ਨ ਦੱਸਿਆ। 2-3 ਸਾਲ ਪਹਿਲਾਂ ਵੱਜਿਆ ਸੀ, ਉਦੋਂ ਠੀਕ ਹੋ ਗਿਆ ਤੇ ਹੁਣ ਦੁਬਾਰਾ ਤੇ ਉਹ ਜਿੱਦਾਂ ਹੱਡੀ ਨੂੰ ਕੁਛ ਇਨਫੈਕਸ਼ਨ ਗਈ ਹੈ। ਅੱਛਾ। ਤੇ 2 ਕੁ ਮਹੀਨੇ ਪਹਿਲਾਂ ਕਿਸੇ ਨੇ ਮਤਲਬ ਜਿਨ੍ਹਾਂ ਦੇ ਊਠਣੀ ਦਾ ਦੁੱਧ ਵੀ ਇੰਡੀਆ ਤੋਂ ਮੰਗਾਇਆ ਸੀ, ਉਹਨਾਂ ਦਾ ਬੱਚਾ ਠੀਕ ਹੋਇਆ ਸੀ। ਉਹ ਜੇ ਦੁਬਾਰਾ ਦੱਸ ਦੇਣ ਵੀ ਸਰਜਰੀ ਤੋਂ ਕਿੱਦਾਂ ਬਚਿਆ ਜਾ ਸਕਦਾ ਆ। ਪ੍ਰੋਗਰਾਮ 'ਚ ਦੱਸਿਆ ਸੀ ਤੇ ਮੈਨੂੰ ਨਾ, ਮੈਂ ਲਿਖਿਆ ਸੀ ਤੇ ਪੇਪਰ ਲਾਸਟ ਹੋ ਗਿਆ। ਤੇ ਦੂਜਾ ਕੁਐਸਚਨ ਹੈ ਕਿ ਮੇਰੀ ਆਪਣੀ ਛਾਤੀ ਬੜੀ ਰੁਕੀ ਹੈ ਤੇ 2-3 ਮਹੀਨੇ ਹੋ ਗਏ ਨੇ, ਕਾਫੀ ਕੁਛ ਖਾਧਾ ਆ ਜੋ ਇਲਾਜ ਦੱਸੇ ਜਾਂਦੇ ਨੇ, ਪਰ ਉਹ ਛਾਤੀ ਰੇਸ਼ਾ ਬਾਹਰ ਨਹੀਂ ਨਿਕਲਦਾ ਪਿਆ ਤੇ ਨਾਲ ਸਾਈਨਸ ਦੀ ਬੜੀ ਪ੍ਰੋਬਲਮ ਹੈ। ਠੀਕ, ਮੈਨੂੰ ਇਹ ਕੋਈ ਭੈਣ ਭਰਾ ਦੱਸੇ ਤੇ ਬੜੀ ਮਿਹਰਬਾਨੀ ਹੈ। ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜੇ ਤੁਹਾਡੇ ਕੋਲ ਸਾਰਿਆਂ ਕੋਲ ਆਈਫੋਨ ਹੈਗੇ ਆ, ਹੋਰ ਕੋਈ ਸਮਾਰਟਫੋਨ ਹੈਗਾ ਆ, ਉਸ ਦੇ ਉੱਤੇ ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਆ, ਪੰਜਾਬੀ ਰੇਡੀਓ USA ਦੀ ਐਪ। ਤੇ ਫਿਰ ਬੜੀ ਵਧੀਆ ਗੱਲ ਆ, ਔਰੰਜ ਕਲਰ ਦੀ ਉਹ ਐਪ ਆ ਤੇ ਮਾਈਕ ਦੀ ਫੋਟੋ ਬਣੀ ਹੋਆ, ਉਹਦੇ ਉੱਤੇ ਕਾਫੀ ਦਿਨਾਂ ਦੇ ਪ੍ਰੋਗਰਾਮ ਆ ਨਾ ਜਿਹੜੇ ਉਹ ਡਾਊਨਲੋਡ ਹੋ ਜਾਂਦੇ ਆ। ਉਹ ਕਾਫੀ ਦਿਨ ਰਹਿੰਦੇ ਆ। ਹੋ ਸਕਦਾ ਤੁਹਾਡੇ ਕੋਲ ਭੁੱਲ ਗਿਆ, ਤੁਹਾਡੇ ਕੋਲ ਵਰਕ ਗਵਾਚ ਗਿਆ, ਪਲੀਜ਼ ਕਾਪੀਆਂ ਜ਼ਰੂਰ ਲਾਵੋ, ਕਾਪੀ ਕਿਤੇ ਨਹੀਂ ਗਵਾਚੂਗੀ। ਅਤੇ ਉਹ ਤੁਸੀਂ ਉਹਦੇ 'ਤੇ ਉਹਨਾਂ ਨੂੰ ਪੁਰਾਣੇ ਪ੍ਰੋਗਰਾਮਾਂ ਨੂੰ ਵੀ ਸੁਣ ਸਕਦੇ ਆ। YouTube ਦੇ ਵੀ ਪੁਰਾਣੇ ਪ੍ਰੋਗਰਾਮਾਂ ਨੂੰ ਸੁਣ ਸਕਦੇ ਆ ਜੇ ਤੁਸੀਂ ਤਰੀਕ ਵਗੈਰਾ ਲਿਖੀ ਹੋ। ਅੰਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਦਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੇਰਾ ਕੁਐਸਚਨ ਹੈ ਭਾਜੀ ਅਜੀਤ ਸਿੰਘ ਜੀ ਜਿਹੜੇ ਆਉਂਦੇ ਵੀਰਵਾਰ ਨੂੰ, ਮੇਰੇ ਨਾ ਨਾੜਾਂ ਬਹੁਤ ਚੜ੍ਹਦੀਆਂ, ਕੜਲਾਂ ਪੈਂਦੀਆਂ। ਹਾਂਜੀ, ਕੜੇਲਾਂ ਬਹੁਤ ਹੀ ਜ਼ਿਆਦਾ, ਮਤਲਬ ਜਾਨ ਨਿਕਲਦੀ ਹੈ, ਇੰਨੀਆਂ ਨਿਕਲਦੀ, ਕਦੀ ਬਾਹਾਂ ਦੀਆਂ, ਗੋਡਿਆਂ ਦੀਆਂ, ਢੂਹੀ ਦੀਆਂ, ਏਦਾਂ। ਫੇਰ ਕੀ ਕਰਦੇ ਹੋ ਤੁਸੀਂ ਉਹਦੇ ਲਈ? ਬਸ ਫੇਰ ਕਿਆ ਰੌਲਾ ਪਾ ਕੇ ਫਿਰ ਠੀਕ ਹੋ ਜਾਂਦੀਆਂ ਜੀ। ਕਰਨਾ ਤਾਂ ਕੁਛ ਨਹੀਂ। ਮੈਨੂੰ ਪਤਾ ਇਹਦੇ ਨਾਲ ਚੀਕਾਂ ਪੈਂਦੀਆਂ। ਇੱਕ ਤਾਂ ਪਾਣੀ ਜ਼ਿਆਦਾ ਪੀਵੋ ਤੁਸੀਂ, ਪਾਣੀ ਦਾ ਭੈਣ ਮੈਂ ਪਾਣੀ ਪੀਵੋ। ਤੇ ਦੂਜਾ, ਜਗਵੀਰ ਸਿੰਘ ਜਿੰਨਾ ਚਿਰ ਨਹੀਂ ਰਹਾਉਂਦੇ ਨਾ, ਅੱਜ ਰਾਤ ਨੂੰ ਇੱਕ ਸਾਬਣ ਦੀ ਟਿੱਕੀ ਬੈੱਡ 'ਤੇ ਰੱਖ ਲਿਓ। ਬਾਕੀ ਚਲੋ ਦੇਖਦੇ ਹਾਂ, ਉਹ ਵੀ ਦੱਸਣਗੇ ਕੁਛ ਨਾ ਕੁਛ। ਦੱਸਿਆ ਪਹਿਲਾਂ ਹੈਗਾ ਆ। ਹਾਂਜੀ, ਠੀਕ ਹੈ। ਥੈਂਕ ਯੂ ਭੈਣ। ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ। ਦੇਖੋ ਕਿੰਨਿਆਂ ਨੇ ਦੱਸਿਆ ਵੀ ਕਿੰਨੀਆਂ ਨਾ ਚੀਜ਼ਾਂ ਦੇ ਨਾਲ ਆਰਾਮ ਆਉਂਦਾ। ਘਰ 'ਚ ਹੀ ਪਈਆਂ ਸਾਰੀਆਂ ਆਪਣੀਆਂ ਚੀਜ਼ਾਂ। ਜੀ ਜੀ। ਹਾਂਜੀ, ਵਰਤੀਏ ਤਾਂ ਇਹਨਾਂ ਦਾ ਫਾਇਦਾ ਲਈਏ ਤਾਂ ਬਹੁਤ ਬਿਮਾਰੀਆਂ ਤੋਂ ਆਪਾਂ ਨੂੰ ਰਾਹਤ ਮਿਲਦੀ ਆ। ਹਾਂਜੀ, ਇਹ ਨਕਸੀਰ ਦਾ ਦੱਸਿਆ ਕਿ ਬੀਬੀ ਨੇ, ਉਹ ਵੀ ਠੀਕ ਹੈ। ਤੇਲ ਵੀ ਲਾ ਕੇ ਦੇਖ ਲੈਣ, ਨਹੀਂ ਤਾਂ ਸੁੰਡ ਭੇਣ ਅੱਧਾ ਚਮਚਾ। ਹਾਂਜੀ, ਛੋਟਾ ਬੱਚਾ ਆ, ਸੁੰਡ ਭੇ ਕੇ ਰੱਖ ਲੈਣ। ਹੁਣ 2-3 ਘੰਟੇ ਉਹਨੂੰ ਭਿੱਜੀ ਰਹਿਣ ਦੇਣ। ਉਹ ਨਤਾਰ ਕੇ ਪਾਣੀ, ਜੇ ਬੱਚਾ ਉੱਦਾਂ ਨਹੀਂ ਪੀਂਦਾ ਨਾ, ਉਹਨੂੰ ਦੁੱਧ 'ਚ ਮਿਲਾ ਕੇ ਵੀ ਉਹਨੂੰ ਪਿਲਾ ਸਕਦੇ ਆ। ਠੀਕ ਹੈ। ਹਾਂਜੀ, ਉਸੇ ਸੁੰਡ 'ਚ ਪਾ ਕੇ ਦੂਜੇ ਦਿਨ ਫੇਰ 3 ਵਾਰੀ ਉਸੇ ਸੁੰਡ 'ਚ ਪਾਣੀ ਪਾ ਕੇ ਪਿਲਾਉਣ। ਉਹਦੇ ਨਾਲ ਬਿਲਕੁਲ ਠੀਕ ਹੋ ਜਾਣਾ। ਮੇਰਾ ਆਪਣਾ ਵਰਤਿਆ ਹੈ। ਬਾਕੀ ਆ ਕਤੀਰਾ ਗੂੰਦ ਭੇ ਕੇ ਜੇ ਬੱਚਾ ਖਾ ਸਕੇ ਤਾਂ ਉਹ ਵੀ ਉਹਨੂੰ ਦੇਣ। ਤੇ ਠੰਡੇ ਪਾਣੀ ਦੇ ਛਿੱਟੇ ਮਾਰਨ ਉਹਦੇ ਨੱਕ ਦੇ ਵਿੱਚ, ਬਰਫ ਵਾਲੇ। ਠੀਕ ਹੈ ਜੀ। ਹਾਂਜੀ, ਇਹ 2-3 ਇਲਾਜ ਕਰਕੇ ਦੇਖਣ। ਤਾਂ ਬਾਕੀ ਉਹ ਜਿਹੜਾ 5 ਚੀਜ਼ਾਂ ਕਿਸੇ ਭੈਣ ਨੇ ਪੁੱਛਿਆ ਸੀਗਾ ਸ਼ੂਗਰ ਵਾਲੀਆਂ। ਹਾਂਜੀ, ਉਹ ਹੈਗੇ ਆ ਬਦਾਮ। 100 ਗ੍ਰਾਮ ਬਦਾਮ ਲੈਣੇ ਆ। 100 ਬਦਾਮ ਲੈਣਾ ਗਿਣ ਕੇ? ਹਾਂਜੀ, 100 ਬਦਾਮ ਲੈਣਾ ਆ। ਤੇ 100 ਲੈਣੀ ਆ ਛੋਟੀ ਇਲਾਇਚੀ। ਨਿੰਮ ਦੇ ਪੱਤੇ ਵੀ ਉਹਨੇ 100 ਕਿਹਾ ਆ। ਜੇ ਨਾ ਹੋਣ ਤਾਂ ਪਾਊਡਰ ਚਮਚਾ ਪਾ ਸਕਦੇ ਆ ਆਪਾਂ। ਜੀ ਜੀ। ਕਾਲੀ ਮਿਰਚ ਵੀ 100 ਲੈਣੀ ਆ। ਹਾਂਜੀ। ਪਾਈਆ ਲੈਣੇ ਆ ਛੋਲੇ ਭੁੱਜਿਓ ਜਿਹੜੇ। ਹਾਂਜੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤਾਂ ਪਾਊਡਰ ਬਣਾ ਲਓ। ਤਾਂ ਇਹ ਲਵੋ ਸ਼ੂਗਰ ਤੋਂ। ਇਹਦੇ ਨਾਲ ਫਾਇਦਾ ਹੁੰਦਾ। ਕਈਆਂ ਨੇ ਅੱਗੇ ਦੱਸਿਆ ਵੀ ਅਸੀਂ ਵਰਤਿਆ ਤਾਂ ਇਹਦੇ ਨਾਲ ਆਰਾਮ ਆ ਜਾਂਦਾ ਆ। ਹਾਂਜੀ, ਜਿਨ੍ਹਾਂ ਦੇ ਲੱਤਾਂ ਬਾਹਾਂ 'ਚ ਦਰਦ ਹੁੰਦਾ ਆ, ਤੇਲਾਂ ਦੀਆਂ ਮਾਲਸ਼ਾਂ ਵੀ ਕਰਨ ਤੇ ਉਂਗਲੀਆਂ ਨੂੰ ਖਿੱਚਣ, ਅੰਗੂਠਿਆਂ ਨੂੰ, ਪੈਰਾਂ ਨੂੰ ਮਸਾਜ ਕਰ ਕਰਕੇ, ਉਂਗਲੀਆਂ ਹੱਥਾਂ ਦੀਆਂ ਨੂੰ, ਉਂਗਲੀਆਂ 'ਚ ਉਂਗਲੀਆਂ ਫਸਾ ਕੇ ਮਾਲ ਕੇ ਪਹਿਲਾਂ ਮਾਲਿਸ਼ ਕਰੋ, ਫਿਰ ਉਹਨਾਂ ਨੂੰ ਖਿੱਚੋ, ਸੇਕ ਦੇਵੋ। ਇਹਦੇ ਨਾਲ ਫਰਕ ਪੈਂਦਾ ਬਹੁਤ ਭੈਣ ਜੀ, ਆਰਾਮ ਆ ਜਾਂਦਾ ਆ। ਠੀਕ ਹੈ ਜੀ।
ਔੜ-ਪੌੜ ਕਰਨਾ ਪੈਂਦਾ ਆ। ਦੁੱਖ ਤਾਂ ਬਹੁਤ ਨਵੇਂ ਤੇ ਨਵੇਂ ਨਿਕਲ ਹੀ ਆਉਂਦੇ ਰਹਿੰਦੇ ਆ ਬੋਡੀ ਦੇ ਵਿੱਚੋਂ, ਪਰ ਚਲੋ ਇਲਾਜ ਵੀ ਬਹੁਤ ਹੈ ਇਹਦੇ। ਕਰੀਏ ਤਾਂ ਫਾਇਦਾ ਲਈਏ, ਆਪਾਂ ਨੂੰ ਆਰਾਮ ਆ ਜਾਂਦਾ ਆ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸੁਰਿੰਦਰ ਕੌਰ, ਸਤਿ ਸ਼੍ਰੀ ਅਕਾਲ। ਮੇਰੀ ਬੈਗ ਵਾਰੀ ਕੋਈ ਦੱਸੇ ਬਹੁਤ ਢੂਈ ਦੁਖਦੀ ਆ, ਫੇਰ ਮੇਰੇ ਢਿੱਡ ਵੀ ਇਕੱਠਾ ਹੋਇਆ ਪਿਆ ਆ। ਠੀਕ, ਇੱਕ ਵਾਰੀ ਮੈਂ ਬੋਤਲ ਫੇਰੀ, ਉਹ ਪਾਣੀ ਦੀ ਬੋਤਲ ਫੇਰਾਂ, ਉਹਨਾਂ ਫਾਇਦਾ ਹੋਊਗਾ? ਮੇਰਾ ਤਾਂ ਨਹੀਂ ਦੁਖਦਾ, ਤੁਸੀਂ ਫੇਰ ਕੇ ਦੇਖੋ। ਨਹੀਂ, ਮੈਂ ਆਪ ਨੂੰ ਕਹਿੰਦੀ ਮੈਂ ਉਹ ਫੇਰਾਂ, ਫਿਰ ਫਾਇਦਾ ਹੋ ਜਾਊਗਾ। ਭੈਣ ਜੀ ਕਰਕੇ ਜ਼ਰੂਰ ਦੇਖਣਾ ਪਊਗਾ। ਕਿੰਨੇ ਹਫ਼ਤਿਆਂ ਦੇ ਤੁਹਾਨੂੰ ਦੱਸੀ ਜਾਂਦੇ ਆ, ਬੈਕ ਦੀ ਅੱਜ ਵੀ ਦੱਸੀ ਹੈਗੀ ਆ, ਉਹ ਵੀ ਤੁਸੀਂ ਜ਼ਰੂਰ ਕਰਕੇ ਦੇਖਿਓ। ਪੌਲ ਚਾਲ ਜੀ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਾਂ ਨੂੰ ਇੱਕੋ ਕਾਲ ਆਈ ਸੀ ਕਿ ਬੱਚੇ ਨੂੰ ਜਿਹੜਾ ਹੈ ਨਾ ਲੈਡ ਪੋਇਜ਼ਨਿੰਗ ਹੈਗੀ ਹੈ ਜੀ। ਇੱਕ ਬ੍ਰਾਈਟਾ ਨਾਂ ਦੀ ਕੰਪਨੀ ਹੈਗੀ ਹੈ, ਉਹ ਵਾਟਰ ਫਿਲਟਰੇਸ਼ਨ ਸਿਸਟਮ ਸੈਲ ਕਰਦੇ ਹੈਗੇ ਨੇ ਕਿ ਜਿਹੜਾ ਕਿ ਪਾਣੀ ਦੇ ਵਿੱਚੋਂ 99% ਜਿਹੜਾ ਨਾ ਲੈਡ ਉਹ ਬਾਹਰ ਕੱਢ ਦਿੰਦਾ ਹੈ। ਠੀਕ ਆ। ਉਹ ਪੇਰੈਂਟਸ ਨੂੰ ਇਹ ਬੇਨਤੀ ਹੈ ਕਿ ਉਹ ਨਾ ਬ੍ਰਾਈਟਾ BRITA ਬ੍ਰਾਈਟਾ ਸਿਸਟਮ, ਉਹਦਾ ਫਿਲਟਰੇਸ਼ਨ ਸਿਸਟਮ ਹੋ ਸਕਦਾ ਹੈ ਇੱਕ ਉਹ ਜੱਗ ਦੀ ਤਰ੍ਹਾਂ ਦਾ ਹੈਗਾ ਵੀ ਲੈ ਲੈਣ ਬਹੁਤ ਆ, ਪਹਿਲਾਂ ਉਹਨੂੰ ਪੜਾ ਕੇ। ਹਾਂਜੀ ਹਾਂ, ਪਰ ਉਹ ਫਾਈਂਡ ਆਊਟ ਕਰ ਲੈਣ, ਪਹਿਲਾਂ ਪਤਾ ਕਰ ਲੈਣ ਵੀ ਕਿਹੜਾ ਜਿਹੜਾ ਬ੍ਰਾਈਟਾ ਸਿਸਟਮ ਦਾ ਕਿਹੜਾ ਹੈਗਾ ਨਾ ਵੀ ਜਿਹੜਾ ਕਿ ਉਹਦੇ ਚੋਂ ਲੈਡ ਕੱਢਦਾ ਹੈਗਾ ਜੀ ਜੀ। ਤੇ ਦੂਸਰਾ ਜਿਹੜਾ ਹੈਗਾ ਨਾ ਫਾਰ ਦਾ ਟਾਈਮਿੰਗ, ਉਹ ਬੱਚੇ ਵਾਸਤੇ ਜਿਹੜਾ ਹੈ ਨਾ ਪੱਤ ਗੋਭੀ ਤੇ ਫੁੱਲ ਗੋਭੀ ਇਹਨਾਂ ਦੀ ਸਬਜ਼ੀ ਭਾਜੀ ਜਾਂ ਜੂਸ ਉਹਨਾਂ ਦਾ ਪਲਾਨ, ਕਿਉਂਕਿ ਇਹ ਵੀ ਜਿਹੜਾ ਹੈ ਨਾ ਲੈਡ ਨੂੰ ਬਾਹਰ ਕੱਢਣ ਦੇ ਵਿੱਚ ਲਾਹੇਦਾਰ ਹੈ। ਠੀਕ ਹੈ ਜੀ, ਬਹੁਤ ਲਾਹੇਵੰਦ ਹੈ। ਹਾਂਜੀ, ਤੇ ਦੂਸਰਾ ਇੱਕ ਆਪਾਂ ਨੂੰ ਹੋਰ ਕਾਲ ਆਈ ਸੀਗੀ ਕਿ ਉਹ ਨਕਸੀਰ ਵਾਲੀ, ਜਿਨਕੇ ਸ਼ਾਇਦ ਬੱਚੇ ਨਕਸੀਰ, ਹਾਂਜੀ, ਉਹਦਾ ਇਹ ਹੈਗਾ ਕਿ ਵੀ ਜਿਹੜਾ ਭਖੜਾ ਹੈ ਨਾ, ਭਖੜੇ ਦਾ ਪਾਊਡਰ ਬਣਾ ਲੈਣਾ ਹੈ, ਉਹ ਨਿਸਵਾਰ ਵਾਂਗੂ ਵਰਤਣਾ ਹੈ। ਠੀਕ ਹੈ ਜੀ। ਜੇ ਬੱਚੇ ਦੇ ਲਈ ਨਿਸਵਾਰ ਦਾ ਲੈਣਾ ਵੀ ਉਹ ਉਸ ਤਰ੍ਹਾਂ ਦਾ ਲੈਣਾ ਮੁਸ਼ਕਲ ਹੋਵੇ ਤਾਂ ਉਹਦੇ 'ਚ ਥੋੜ੍ਹਾ ਜਿਹਾ ਖੋਪੇ ਦਾ ਤੇਲ ਪਾ ਕੇ ਨਾ ਉਹਦਾ ਫਿਰ ਜਿਹੜਾ ਨਾ ਨੱਕ ਦੇ ਅੰਦਰ ਜਿਨਕੇ ਜਿੱਥੋਂ ਨਕਸੀਰ ਛੁੱਟਦੇ ਨੇ ਉੱਥੇ ਲੇਪ ਕਰਨਾ ਪਏਗਾ। ਠੀਕ ਹੈ ਜੀ। ਅੱਛਾ, ਤੀਸਰਾ ਜਿਹੜਾ ਹੈਗਾ ਆਪਾਂ ਨੂੰ ਇੱਕ ਜਿਹੜੀ ਕਾਲ ਸੀ, ਮੈਂ ਤਾਂ ਥੋੜ੍ਹੀ ਜਿਹੀ ਕਲੈਰੀਫਾਈ ਕਰਨੀ, ਉਹ ਕਲਕੇਰੀਆ ਫਲੋਰਿਕਾ ਦੀ ਵੀ ਜਿਹੜੀਆਂ ਹੈਗੇ ਨੇ ਗੰਢਾਂ ਜਿਹੜੀਆਂ ਬਣਦੀਆਂ ਹੈਗੀਆਂ ਨੇਗੀਆਂ ਸਕਿਨ ਦੇ ਥੱਲੇ, ਉਹ ਜਿਹੜੀ ਹੈਗੇ ਨਾ ਉਹ ਸਾਲਟ ਲੈਣਾ ਹੈ, 6X ਦਾ ਜਿਹੜਾ ਸਾਲਟ ਲੈਣਾ ਹੈ। ਉਹ ਹੋਮਿਓਪੈਥੀ ਨਹੀਂ, ਹੋਮਿਓਪੈਥੀ ਦੇ ਨਾਲ ਮਿਲਦਾ ਜੁਲਦਾ ਹੁੰਦਾ, ਪਰ ਉਹ ਸਾਲਟ ਹੁੰਦਾ ਹੈ। ਉਹ ਇੱਕੋ ਕੰਪਨੀ ਖਾਸ ਕਰਕੇ ਬਣਾਉਂਦੀ ਹੈ। ਉਹ ਕੰਪਨੀ ਦਾ ਨਾਮ ਹੈਗਾ highlands.com ਤੋਂ ਬਲਕਿ ਉਹ ਖਰੀਦ ਸਕਦੇ ਹੈਗੇ ਨੇ। ਉਹ ਮੇਰਾ ਖਿਆਲ ਨਾ 1000 ਕੁ ਗੋਲੀਆਂ ਉਹਨਾਂ ਨੂੰ $17 ਦੀਆਂ ਮਿਲ ਜਾਣਗੀਆਂ। ਮੈਂ ਸਪੈਲ ਕਰ ਦਿੰਦਾ, ਹਾਈਲੈਂਡਸ HYLANDS.com, highlands.com। ਇਹੀ ਮੈਨੂਫੈਕਚਰ ਹੈਗੇ ਨੇ ਤੇ ਇਹੀ ਸੈਲ ਕਰਦੇ ਨੇ ਇੰਟਰਨੈਟ ਦੇ ਉੱਤੇ। ਚਲੋ ਇੰਨਾ ਹੀ ਕਾਫੀ। ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਰੂਪ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਹਾਂਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲਦਾ, ਬਹੁਤ ਵਧੀਆ, ਥੈਂਕ ਯੂ। ਮੈਨੂੰ ਬਹੁਤ ਵਧੀਆ ਲੱਗਿਆ, ਮੈਂ ਹੁਣੇ ਜਿਹੇ ਹੀ ਸੁਣਨਾ ਸ਼ੁਰੂ ਕੀਤਾ। ਹਾਂਜੀ। ਤੇ ਮੈਂ ਇਹਦੇ ਵਿੱਚ ਇੱਕ ਨੁਸਖਾ ਸਾਂਝਾ ਕਰਨਾ ਚਾਹੁੰਦੀ ਹਾਂ। ਮੈਨੂੰ ਵੀ ਖੁਦ ਨੂੰ ਰੂਮੇਟੋਇਡ ਆਰਥਰਾਈਟਿਸ ਹੈ। ਅੱਛਾ ਜੀ। ਹਾਂਜੀ, ਤੇ ਜਿਵੇਂ ਕਹਿੰਦੇ ਨਾ ਭੈਣ ਜੀ ਕਿ ਮੇਰੇ ਵੀ ਗੁੱਟ ਬਹੁਤ ਦੁਖਦੇ ਆ, ਮੈਂ ਵੀ ਕੁਛ ਟਾਈਮ ਪਹਿਲਾਂ ਮੈਂ ਏਦਾਂ ਹੀ ਸੀ। ਤੇ ਮੈਂ ਜਿਹੜਾ ਮੈਂ ਯੂਜ਼ ਕੀਤਾ ਉਹ ਹੈਗਾ ਜਿਵੇਂ ਮੇਥੀ ਪਾਊਡਰ ਲੈਣਾ, ਯਾਨੀ ਜਿਹੜੇ ਆਪਣੇ ਪੰਜਾਬੀ ਆਪਾਂ ਮੇਥੇ ਕਹਿੰਦੇ ਆ। ਹਾਂਜੀ ਹਾਂਜੀ, ਮੇਥੀ ਵੀ ਹੁੰਦੀ ਆ, ਕੁਛ ਵੀ ਮਿਲ ਜਾਏ। ਹਾਂਜੀ ਹਾਂਜੀ ਹਾਂਜੀ, ਮੇਥਿਆਂ ਦਾ ਪਾਊਡਰ ਵੀ ਤੁਸੀਂ ਘਰ ਵੀ ਬਣਾ ਸਕਦੇ ਆ, ਸਟੋਰ ਤੋਂ ਵੀ ਮਿਲਦਾ। ਉਹਦੇ ਵਿੱਚ ਸੇਮ ਕੁਆਂਟਿਟੀ ਲੈਣੀ ਆ ਤ੍ਰਿਫਲਾ ਪਾਊਡਰ, ਤੇ ਸੇਮ ਹੀ ਕੁਆਂਟਿਟੀ ਤੁਸੀਂ ਆਰਗੈਨਿਕ ਹਲਦੀ ਪਾਊਡਰ ਵਿੱਚ ਮਿਕਸ ਕਰ ਲੈਣਾ। ਤਿੰਨੋਂ ਯਾਨੀ ਜਿਵੇਂ ਇੱਕ ਕੱਪ ਤੁਸੀਂ ਤਿੰਨੋਂ ਮਿਕਸ ਕਰ ਲੈਣਾ, ਇੱਕੋ ਜਿਹੀ ਮਾਤਰਾ ਲੈਣੀ। ਹਾਂਜੀ ਹਾਂਜੀ, ਤੇ ਉਹਨੂੰ ਰੋਜ਼ ਤੁਸੀਂ ਜਿਵੇਂ ਕਈਆਂ ਨੂੰ ਜੇ ਦੁੱਧ ਸੂਟੇਬਲ ਆ ਤੇ ਦੁੱਧ ਦੇ ਵਿੱਚ ਗਰਮ ਕੱਪ ਦੁੱਧ ਕਰਨਾ ਮਾਈਕ੍ਰੋਵੇਵ 'ਚ, ਤੇ ਉਹਦੇ 'ਚ ਤੁਸੀਂ ਮਿਕਸ ਕਰਕੇ 1 ਚਮਚ ਪਾਊਡਰ, ਜਾਂ ਤੁਸੀਂ ਅੱਧੇ ਤੋਂ ਸ਼ੁਰੂ ਕਰ ਸਕਦੇ ਆ ਪਹਿਲਾਂ ਘੋਲ ਕੇ, ਤੇ ਤੁਸੀਂ ਉਹ ਲੈਣਾ। ਤੇ ਏਦਾਂ ਹੀ ਜਿਵੇਂ ਰੋਜ਼ ਕਿਸੇ ਨੂੰ ਜਿਵੇਂ ਦਿਨ 'ਚ 2 ਟਾਈਮ ਵੀ ਤੁਸੀਂ ਲੈ ਸਕਦੇ ਆ, ਖਾਣੇ ਤੋਂ ਬਾਅਦ, ਸੌਣ ਵੇਲੇ ਵੀ ਲੈ ਸਕਦੇ ਆ। ਤੇ ਉਹਦੇ ਨਾਲ ਮੈਨੂੰ ਬਹੁਤ ਫਰਕ ਪਿਆ ਵਾ, ਇਹ ਮੇਰਾ ਖੁਦ ਦਾ ਤਜਰਬਾ ਹੈ। ਥੈਂਕ ਯੂ ਜੀ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਰੂਪ ਜੀ, ਬਹੁਤ ਧੰਨਵਾਦ ਆ। ਗੱਲ ਕੀ ਆ ਕਿ ਜੇ ਤੁਸੀਂ ਕਰੋਗੇ ਤੇ ਜੇ ਤਾਂ ਹੁਣ ਤੁਸੀਂ ਕਿਸੇ ਦਾ ਰਿਸ਼ਤੇਦਾਰਾਂ ਦਾ ਪੁੱਛਦੇ ਉਹਨਾਂ ਨੂੰ ਦੱਸ ਦਿਆ ਕਰੋ ਕਿ YouTube ਤੇ ਸੁਣ ਲਓ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਨੁਸਖੇ ਆ ਉਹ ਹੁੰਦੇ ਆ। ਜਸਵੀਰ। ਸਤਿ ਸ਼੍ਰੀ ਅਕਾਲ ਜੀ। ਆਪਣੇ ਵੀਰ ਜੀ ਪੁੱਛਦੇ ਸੀਗੇ ਕਰੱਲਾਂ ਪੈਂਦੀਆਂ ਸਵੇਰੇ ਜਿਹੜੀ ਕਹਿੰਦੇ ਸੀ। ਹਾਂਜੀ। ਉਹਨਾਂ ਦਾ ਸੌਖਾ ਇਲਾਜ ਆ ਵੀ ਜਿਵੇਂ 4 ਚਮਚੇ ਹਲਦੀ ਦੇ 4 ਚਮਚੇ, ਹਾਂਜੀ, ਅੱਧਾ ਚਮਚਾ ਸਵੇਰੇ ਪਾਣੀ ਦੇ ਨਾਲ ਲੈਣ, ਅੱਧਾ ਸ਼ਾਮ ਨੂੰ 4-5 ਦਿਨ ਲਗਾਤਾਰ ਲੈਣ, ਮੁੜ ਕੇ ਵੀਕ 'ਚ 2 ਵਾਰਾਂ ਕਰਿਆ ਕਰਨ। ਉਹਨਾਂ ਦੇ ਕੋਈ ਕਰੱਲਾ ਨਹੀਂ ਪੈਂਦਾ, ਕੋਈ ਕੁਛ ਵੀ ਨਹੀਂ ਹੋ ਸਕਦਾ, ਸਾਰਾ ਕੁਝ ਠੀਕ ਹੋ ਜਾਂਦਾ। ਸੁੰਡ ਤੇ ਹਲਦੀ, ਠੀਕ ਹੈ ਜੀ।
ਸੁੰਡ ਤੇ ਹਲਦੀ। ਠੀਕ ਹੈ, ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਕੌਰ ਜੀ ਲਾਸਟ ਕਾਲਰ। ਹਾਂਜੀ ਹਾਂਜੀ, ਮੈਂ ਨਾ ਉਹ ਭੈਣ ਜੀ ਜਿਹੜੇ ਰੋ ਰਹੇ ਸੀ ਨਾ, ਇਹ ਸੇਮ ਮੇਰੀ ਉੱਥੇ ਜਠਾਣੀ ਦਾ ਹਾਲ ਸੀ। ਇਸ ਨੁਕਸੇ ਨਾਲ ਬਚ ਗਏ ਨੇ। ਫਸਟ ਨੰਬਰ ਤੋਂ ਮੈਂ ਫਰਕੜੀ ਨਾ ਭੁੱਲ ਜਾਵਾਂ, ਫਰਕੜੀ ਪੰਜੀਰੀ ਬੜੀ ਜ਼ਰੂਰੀ। ਮੈਂ ਬੱਚੇ ਨਕਸ਼ੇ ਦੱਸ ਦਿਆਂ, ਰਾਤ ਨੂੰ ਨਾ ਛੋਟਾ ਬੱਚਾ 3 ਚਮਚੇ 2 ਚਮਚੇ ਇੱਕ ਤੀਰਾ ਗੂੰਦ ਭੇਜ ਦੇਣ ਪਾਣੀ 'ਚ, ਸਵੇਰੇ ਠੰਡਾ ਦੁੱਧ ਸ਼ੱਕਰ 3 ਡੰਗ ਦੇਣ ਤਾਂ ਉਹਦੀ ਨਕਸੀਰ ਖਲੋ ਜਾਏਗੀ। ਬੜਾ ਸੌਖਾ ਜਿਹਾ ਕੰਮ ਹੈ। ਤੇ ਜਿਹੜੇ ਤੁਸੀਂ ਨਾਰੀਅਲ ਦਾ ਕਹਿੰਦੇ ਪਏ ਨਾ, ਬਾਰ ਮੈਂ ਬਣਾਇਆ ਸੀ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। 10 ਘੰਟੇ ਉਹਨੂੰ ਉਬਾਲਣਾ, 4-5 ਦਿਨ ਨਹੀਂ ਉਬਾਲਣਾ ਉਹਨਾਂ ਨੂੰ। ਮੈਂ 4 ਭਰ ਲਏ ਸੀ, ਮੈਂ ਕਿਹਾ ਰੋਜ਼ ਨਹੀਂ ਬਣਦਾ। 4 ਉਹ ਜਿਹੜਾ ਨਾਰੀਅਲ ਸੁੱਕਾ ਹੁੰਦਾ ਹੈ, ਆਪਾਂ ਕੱਚੀ ਗਰੀ ਕੱਟ ਲੈਂਦੇ ਨੇ, ਉਹਨੂੰ ਛਿੱਲ ਵਿੱਚੋਂ ਕੱਢ ਕੇ ਸੁਕਾ ਲੈਂਦੇ ਨੇ, ਉਹ ਜੁੱਟ ਹੀ ਬਣ ਜਾਂਦੇ ਨਾਰੀਅਲ ਦਾ ਜੁੱਟ। ਉਹਨੂੰ ਨਾਰੀਅਲ ਦੇ ਜੁੱਟ ਸੱਦਨੇ। ਮੈਂ ਉਹਨਾਂ ਦੇ 4 ਮੂੰਹ ਕਰ ਲਏ, 4ਾਂ ਦੇ 2 ਭਰ ਲਿਆ ਖਸਖਸ ਨਾਲ, 2 ਭਰ ਲਏ ਮੀਸ ਬਗੌਲ ਨਾਲ। ਤੇ ਮੈਂ ਬਾਬਾ 5 ਲੀਟਰ ਦੁੱਧ ਹੋਵੇਗਾ ਜਿੰਦੇ 'ਚ ਮੈਂ ਡੋਬ ਦਿੱਤੇ। 10 ਘੰਟੇ ਉਬਾਲੇ ਸੀ, ਜਿਵੇਂ ਮੈਂ ਲਿਖਿਆ ਨੁਕਸਾ। 10 ਘੰਟੇ ਸਾਰਾ ਦਿਨ ਮੈਂ ਘਰੇ ਧੁੰਨੀ ਆ। ਮੈਂ ਉਬਾਲੀ ਗਈ ਹੌਲੀ ਜਦੋਂ ਉਬਲ ਗਏ, ਫਿਰ ਥੋੜੀ ਅੱਧੀ ਅੱਗ 'ਚ ਉਬਲ ਗਏ। ਦੁੱਧ ਗਾੜਾ ਹੋ ਗਿਆ, ਜਿਵੇਂ ਆਪਣਾ ਰਬੜੀ ਬਣ ਜਾਂਦੀ ਖੋਏ ਦੀ। ਤੇ ਫਿਰ ਉਹਨਾਂ ਨੂੰ ਮੈਂ ਕੱਢ ਲਿਆ ਸੀ, ਆਟਾ ਲਾ ਕੇ ਸੁੱਟ ਦੇਣਾ। ਉਹ ਆਟਾ ਨਹੀਂ ਵਿੱਚ ਪਾਈਦਾ। ਤੇ ਜਿਹੜੇ ਜੁੱਟ ਤੇ ਗਰਮ ਹੋਣਗੇ, ਉਸ ਵੇਲੇ ਆਟਾ ਲਾਓਗੇ ਨਾ, ਉਹਨੂੰ ਚਾਕੂ ਨਾਲ ਕੱਟੇ ਜਾਣਗੇ। ਉਸ ਵੇਲੇ ਉਹ ਜਿਹੜੇ ਜੁੱਟ ਹੋਣਗੇ ਵਿੱਚ ਰਿੱਝਿਆ ਪਿਆ ਹੋਗਾ ਸਾਰਾ ਸਮਾਨ, ਤਾਂ ਉਹ ਵੀ ਰਿੱਝੇ ਹੋਣਗੇ। ਉਹਨਾਂ ਨੂੰ ਕੱਟ ਕੇ ਤੇ ਗ੍ਰਾਈਂਡ ਕਰ ਲਓ, ਤੇ ਸਾਰੇ ਡਰਾਈ ਫਰੂਟ ਪਾ ਲਓ, ਤੇ ਬਰਾਊਨ ਸ਼ੂਗਰ ਪਾਉਣੀ ਜਾਂ ਦੂਜੀ ਖੰਡ ਚਿੱਟੀ ਪਾਉਣੀ। ਤੁਸੀਂ ਮੈਂ ਤੇ ਬਰਾਊਨ ਸ਼ੂਗਰ ਪਾਈ ਸੀ। ਇੰਨੇ ਸਵਾਦ ਬਣੇ, ਬਹੁਤ ਜ਼ਿਆਦਾ। ਜਿਹੜਾ ਦੁੱਧ ਸੰਘਣਾ ਹੋ ਗਿਆ ਸੀ, ਉਹਨੂੰ ਮੈਂ ਥੋੜਾ ਚਿਰ ਹੋਰ ਖੋਇਆ ਬਣਾ ਕੇ, ਤੇ ਉਹ ਵੀ ਵਿੱਚੇ ਪਾਤਾ। 5 ਦਿਨ ਉਬਾਲਣ ਦੀ ਕੋਈ ਲੋੜ ਨਹੀਂ, ਅਸੀਂ 2 ਵਾਰੀ ਬਣਾ ਬੈਠੇ ਹਾਂ। ਉਹਨਾਂ ਨੇ ਕੋਈ ਹੋਰ ਮਿਕਸ ਅਪ ਕੀਤਾ ਸੀ? ਤੁਸੀਂ ਅਗਲਾ ਨੁਸਖਾ ਦੱਸੋ। ਓਕੇ, ਪਤਾ ਨਹੀਂ ਕੀ ਕੀਤਾ, ਮੈਂ ਤਾਂ ਉਹਦਾ ਨੁਕਸਾ ਦੱਸ। ਉਹ ਭੈਣ ਜੀ ਜਿਹੜੇ ਮੈਂ ਆ ਪੂਰਾ ਨੁਕਸਾ ਦੱਸੇ, ਉਹਨਾਂ ਨੂੰ ਬੇਸ਼ੱਕ ਦਰਦਾਂ ਨੇ, ਉਹ ਲੂਪਸ ਜਿਹੜੀ ਰੋਟੀ ਵੀ ਕੋਈ ਖਵਾਉਂਦਾ, ਮੈਨੂੰ ਪਤਾ ਮੇਰੀ ਬਿਲਕੁਲ ਏਦਾਂ ਹੀ ਸੀ ਉਹ। ਮੈਂ ਤਾਂ ਉਹਨਾਂ ਨੂੰ ਇਹ ਨੁਕਸਾ ਦੱਸਾਂਗੀ ਜਿਹੜਾ ਮੈਂ ਦੱਸਣ ਲੱਗੀ ਹਾਂ। ਇੱਕ ਤਾਂ ਉਹ ਅਸੀਂ ਕਰਨ, ਜਿੰਨੇ ਵਿਟਾਮਿਨ ਡੀ ਨੇ, ਮੁਰੰਗਾ ਕੈਪਸੂਲ ਨੇ, ਇੱਥੇ ਮਿਲਣੀਆਂ ਜੀ 14 ਚੀਜ਼ਾਂ ਖਾ ਲੈਣ, ਉਹਨਾਂ ਨੂੰ ਬੜੀ ਛੇਤੀ ਆਰਾਮ ਆਏਗਾ। ਤੇ ਕੈਪਸੂਲ ਖਾਣ, ਮੁਰੰਗਾ ਦੇ ਖਾਣ, ਵਿਟਾਮਿਨ ਡੀ ਖਾਣ, ਚੂਨਾ ਖਾਣ ਦਰਦਾਂ ਵਾਲੇ, ਤੇ ਫਰਕੜੀ ਵੇਸਣ ਬਣਾ ਕੇ ਖਾਣ, ਸੁੰਡ, ਜਵੈਣ, ਕਾਲੀ ਮਿਰਚ, ਮਗਾ, ਜੈਫਲ, ਲੌਂਗ, ਦਾਲਚੀਨੀ ਕੁੱਟ ਕੇ ਨਾ ਚਮਚੇ ਦਾ 1/4 ਹਿੱਸਾ ਗਰਮ ਪਾਣੀ ਨਾਲ ਲੈਣਾ। ਇਹਨਾਂ ਨੂੰ ਕੋਈ ਇੰਨਾ ਭਰ ਕੇ ਲੈਣ ਦੀ ਲੋੜ ਨਹੀਂ ਹੈਗੀ। ਸਫੈਦ ਮੁਸਲੀ ਤੇ ਸਾਲਮ ਮਿਸ਼ਰੀ, ਸਾਲਮ ਪੰਜਾ ਬੜਾ ਜ਼ਰੂਰੀ ਹੈ। ਇਹਨਾਂ ਪੀੜਾਂ ਨੂੰ ਬਿਲਕੁਲ ਚੁਣ ਲਏਗਾ ਉਹਨਾਂ ਦੀਆਂ ਨੂੰ। ਤੇ ਨਾਲੇ ਜਿਹੜਾ ਮੈਂ ਪਹਿਲਾਂ ਦੱਸ ਗਈ ਸੀ ਨਾ ਪਖੜੇ ਵਾਲਾ ਪਾਊਡਰ ਵਾਲਾ, ਉਹ ਬਣਾ ਕੇ ਖਾਣ। ਪਖੜਾ 50 ਗ੍ਰਾਮ ਪਾਊਡਰ ਬਣਾ ਲੈਣ। ਆਟਾ ਕਿਲੋ ਭੁੰਨਣਾ, ਘਿਓ 'ਚ ਜ਼ਿਆਦਾ ਨਹੀਂ ਭੁੰਨਣਾ। ਤੇ ਉਹਨੂੰ ਭੁੰਨ, ਮੇਥੇ ਜਿਹੜੇ ਨੇ ਉਹ ਵੀ ਪਾਊਡਰ ਬਣਾ ਲੈਣ। ਅਸ਼ਵਗੰਧਾ ਪਾਊਡਰ ਬਣਾ ਲੈਣ, ਉਹ ਤਾਂ ਪਾਊਡਰ ਹੀ ਮਿਲਦਾ ਹੈ। 50 ਗ੍ਰਾਮ ਜਿਹੜੀ ਹੈ ਨਾ ਆਪਣੀ ਕਮਰ ਕਸ ਪਾ ਲੈਣ। ਤੇ ਸੁੱਕਾ ਨਾਰੀਅਲ ਜਿਹੜਾ ਨਾ ਉਹ 100 ਗ੍ਰਾਮ ਪਾ ਲੈਣ। ਸਾਰਾ ਬਣਾ ਕੇ ਇਹਨੂੰ ਇੱਕ ਆਟੇ ਭੁੱਜੇ 'ਚ ਹੀ ਸਾਰਾ ਕੁਝ ਪਾ ਦੇਣਾ, ਵਿੱਚੇ ਮੇਥੇ ਜੋ ਵੀ ਮੈਂ ਬੋਲਿਆ। ਇਹ ਰਾਤੀ ਜ਼ਿਆਦਾ ਨਹੀਂ ਖਾਣਾ, ਇਹ 2-3 ਚਮਚੇ ਰਾਤੀ ਦੁੱਧ ਨਾਲ ਖਾਣ। ਤੇ 10-15 ਦਿਨਾਂ 'ਚ ਨਾ ਸਰੀਰ ਜਿਹੜਾ ਆਪੇ ਠੀਕ ਹੋਵੇਗਾ ਬਿਲਕੁਲ। ਔਰ ਏਦਾਂ ਹੀ ਸੀ, ਰੋਟੀ ਕੋਈ ਖਵਾਉਂਦਾ ਸੀ ਉਹਨਾਂ ਨੂੰ, ਤੇ ਉਹ ਆਪ ਖਾ ਨਹੀਂ ਸਕਦੇ ਹੈਗੇ ਸੀ, ਹੈ ਨਾ। ਜਿਹਨੇ ਪੀਰਤ ਕਹੇ ਗਏ ਨਾ, ਜਦੋਂ ਉਹਨਾਂ ਨੂੰ ਦਰਦ ਹੁੰਦੀ ਨੇ, ਜਦੋਂ ਪੀਰਤ ਆਉਣੇ ਨੇ, ਇੱਕ ਦਿਨ ਪਹਿਲਾਂ ਹੀ ਸ਼ੁਰੂ ਕਰ ਲੈਣ। 3 ਚਮਚੇ ਆਪਣਾ ਸ਼ੋਕਾਰਿਸਟ ਲਿਕਵਿਡ ਦਵਾਈ ਆਮ ਮਿਲਦੀ ਪਈ, ਤੇ 3 ਚਮਚੇ ਪਾਣੀ ਪਾ ਕੇ ਨਾ ਉਹ ਪੀਂਦੇ ਰਹਿਣ, ਤਾਂ ਉਹਨਾਂ ਨੂੰ ਬਿਲਕੁਲ ਦਰਦ ਹਟ ਜਾਏਗੀ, ਜਿੰਨੀ ਵੀ ਉਹਨਾਂ ਦੇ ਸਰੀਰ 'ਚ ਹੈਗੀ ਹੈ ਪੀਰਤ ਦੀਆਂ ਆਉਂਦੀਆਂ ਨਾ। ਤੇ ਮੈਂ ਤੁਹਾਨੂੰ ਇਹ ਨੁਕਸਾ ਦੱਸਣ ਲੱਗੀ, ਜਿਹੜਾ ਮੈਂ ਨੁਕਸਾ ਬੋਲਿਆ ਨਾ ਸਫੈਦ ਮੁਸਲੀ ਤੱਕ ਇਹ ਲੈਣ, ਤੇ 15 ਦਿਨਾਂ ਤੱਕ ਵੇਖੀ ਫਰਕੜੀ ਪੰਜੀਰੀ ਵੀ ਜਾਰੀ ਰਹਿਣ। ਜੇ ਉਹ ਕਦੀ 14 ਚੀਜ਼ਾਂ ਮੰਗਾ ਲੈਣ ਨਾ, ਤਾਂ ਉਹਨਾਂ ਨੂੰ ਬੜੀ ਛੇਤੀ ਆਰਾਮ ਆਏਗਾ। ਬਾਕੀ ਆ ਪਖੜੇ ਵਾਲੀ ਪੰਜੀਰੀ ਬੜੀ ਜ਼ਰੂਰੀ ਹੈ ਵੀ ਖਾਣ। ਓਕੇ ਬੇਟੇ, ਤੁਹਾਡਾ ਥੈਂਕ ਯੂ, ਸਤਿ ਸ਼੍ਰੀ ਅਕਾਲ ਬੇਟਾ। ਥੈਂਕ ਯੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਹੈ ਸਮਾਪਤ ਆ। ਤੇ ਜੇ ਤੁਸੀਂ ਇਸ ਨੂੰ ਦੁਬਾਰਾ ਸੁਣਨਾ, ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ, YouTube ਦੇ ਉੱਤੇ ਵੀ ਸੁਣ ਸਕਦੇ ਆ ਇਹਨੂੰ। ਤੁਸੀਂ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ ਰਾਤ ਨੂੰ, ਉਸ ਵੇਲੇ ਸੁਣ ਸਕਦੇ ਆ। ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣੀ ਜੀ। ਸਾਰਿਆਂ ਨੂੰ ਹੀ ਪਿਆਰ ਭਰੀ